वाहिगुरू जी का खालसा वाहिगुरू जी की फतेह। आप जी देख रहे हो 29 जून 2020 ਨੂੰ ਹੋਏ ਸਮਾਗਮ ਦੀ ਸਾਰੀ ਕਵਰੇਜ, ਜਿਸ ਦੇ ਵਿੱਚ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘੁਵੀਰ ਸਿੰਘ ਜੀ ਖਾਲਸਾ ਜੀ ਦੇ ਵੱਲੋਂ ਗ੍ਰੰਥੀ ਸਿੰਘਾਂ ਦੇ ਲਈ ਸ਼ਹੀਦ ਭਾਈ ਮਨੀ ਸਿੰਘ ਜੀ ਗੁਰਮਤਿ ਕ੍ਰਾਂਤੀ ਸਭਾ ਦਾ ਆਯੋਜਨ ਕੀਤਾ ਗਿਆ। ਇਹ ਸਭਾ ਸ਼੍ਰੋਮਣੀ ਕਮੇਟੀ ਦੇ ਨਾਲ ਰਲ ਕੇ ਗ੍ਰੰਥੀ ਸਿੰਘਾਂ ਨੂੰ ਆਉਣ ਵਾਲੀਆਂ ਸਾਰੀਆਂ ਹੀ ਔਕੜਾਂ ਮੁਸ਼ਕਲਾਂ ਨੂੰ ਹੱਲ ਕਰੇਗੀ ਤੇ ਇਸ ਸਮਾਗਮ ਦੇ ਅੰਦਰ ਹੀ ਜਥੇਦਾਰ ਸਾਹਿਬ ਦੇ ਵੱਲੋਂ ਇਸ ਸੰਸਥਾ ਦੇ ਲਈ 51,000 ਦੀ ਨਗਦੀ ਰਾਸ਼ੀ ਦੇਣ ਦਾ ਵੀ ਐਲਾਨ ਕੀਤਾ ਗਿਆ। ਸੋ ਆਓ ਵੇਖਦੇ ਹਾਂ ਕਿ ਜਥੇਦਾਰ ਸਾਹਿਬ ਨੇ ਹੋਰ ਕੀ ਐਲਾਨ ਕੀਤੇ। ਦਸਾਂ ਪਾਤਸ਼ਾਹੀ ਜਗਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਬੈਠੀ ਸਾਧ ਸੰਗਤ ਜੀ, ਫਤਿਹ ਅਰਜ਼ ਕਰਦਾ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਬਹੁਤ ਹੀ ਸਤਿਕਾਰਯੋਗ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਯਾਨੀ ਰਘੁਵੀਰ ਸਿੰਘ ਜੀ, ਜਿਹੜੇ ਸਾਡੀ ਬੇਨਤੀ 'ਤੇ ਬਹੁਤ ਹੀ ਰੁਝੇਵਿਆਂ 'ਚੋਂ ਸਮਾਂ ਕੱਢ ਕੇ ਹਲਕਾ ਬਸੀ ਪਠਾਣਾ ਗੁਰਦੁਆਰਾ ਗੋਬਿੰਦਗੜ੍ਹ ਸਾਹਿਬ ਰਾਣਮਾ ਪਹੁੰਚੇ ਨੇ। ਮੈਂ ਇੱਥੇ ਪਹੁੰਚਣ 'ਤੇ ਉਹਨਾਂ ਜੀਆਂ ਆਖਦਾ, ਧੰਨਵਾਦ ਕਰਦਾ, ਕਿਉਂਕਿ ਬਹੁਤ ਹੀ ਰੁਝੇਵਿਆਂ ਦੇ ਵਿੱਚੋਂ ਜਦੋਂ ਸਮਾਂ ਕੱਢ ਕੇ ਇੱਥੇ ਆਏ ਨੇ, ਸਾਡਾ ਫਰਜ਼ ਬਣ ਜਾਂਦਾ ਕਿ ਅਸੀਂ ਉਹਨਾਂ ਨੂੰ ਜੀ ਆਇਆਂ ਧੰਨਵਾਦ ਕਰੀਏ। ਔਰ ਮੈਂ ਆਪਣੇ ਹਲਕੇ ਵੱਲੋਂ ਤੇ ਸਮੁੱਚੇ ਗ੍ਰੰਥੀ ਸਿੰਘ ਸਾਹਿਬਾਨਾਂ ਵੱਲੋਂ ਫਿਰ ਉਹਨਾਂ ਨੂੰ ਜੀ ਆਇਆਂ ਆਖਦਾ ਅਤੇ ਬੇਨਤੀ ਵੀ ਕਰਦਾ ਕਿ ਜੋ ਵੀ ਅੱਜ ਅਸੀਂ ਸਿਰਫ ਤੁਹਾਡੇ ਵਿਚਾਰ ਸੁਣਨੇ ਨੇ, ਜੋ ਹੁਕਮ ਲਾਓਗੇ ਅਸੀਂ ਉਹਨਾਂ 'ਤੇ ਡਟ ਕੇ ਪਹਿਰਾ ਦੇਵਾਂਗੇ। ਔਰ ਜਿੱਥੇ ਸਮੇਂ-ਸਮੇਂ 'ਤੇ ਮੈਂ ਆਪਣੇ ਹਲਕੇ ਦੇ ਵਿੱਚ 2-3 ਵਾਰ ਜਿਹੜੇ ਗ੍ਰੰਥੀ ਸਿੰਘ ਨੇ ਪਿੰਡਾਂ ਦੇ ਵਿੱਚ ਸੇਵਾ ਕਰਦੇ ਨੇ, ਗੁਰਦੁਆਰਾ ਸਾਹਿਬਾਨਾਂ ਦੇ ਵਿੱਚ ਮੈਂ 2-3 ਵਾਰ ਇਹਨਾਂ ਨਾਲ ਮੀਟਿੰਗਾਂ ਕੀਤੀਆਂ ਨੇ। ਔਰ ਇਹਨਾਂ ਦੀਆਂ ਜਿਹੜੀਆਂ ਸਮੱਸਿਆਵਾਂ ਨੇ ਉਹ ਬਹੁਤ ਹੀ ਗੰਭੀਰ ਨੇ, ਕਿਉਂਕਿ ਜੋ ਪਿੰਡ ਦੇ ਗ੍ਰੰਥੀ ਸਾਹਿਬ ਨੇ, ਉਹ ਪਿੰਡ ਦੀ ਜਿਹੜੀ ਗੁਰਦੁਆਰਾ ਦੀ ਲੋਕਲ ਕਮੇਟੀ ਹੈ, ਉਹ ਸਹੀ ਤਰੀਕੇ ਦੇ ਨਾਲ ਜਿਹੜਾ ਉਹਨਾਂ ਨੂੰ ਉਹਨਾਂ ਦਾ ਭੱਤਾ ਜਾਂ ਉਹਨਾਂ ਦੀ ਤਨਖਾਹ ਨਹੀਂ ਦੇ ਸਕਦੇ। ਅੱਜ ਇੰਨੇ ਮਹਿੰਗਾਈ ਦਾ ਸਮਾਂ ਕਿ ਪਿੰਡਾਂ ਦੇ ਵਿੱਚ ਸਿਰਫ ਇਹਨਾਂ ਨੂੰ 3,000-3,500 ਹੀ ਤਨਖਾਹ ਦਿੰਦੇ ਨੇ। ਸੋ ਮੈਂ ਇਹ ਬੇਨਤੀ ਕਰਾਂਗਾ ਸਿੰਘ ਸਾਹਿਬ ਉਹਨਾਂ ਨੂੰ ਕਿ ਉਹ ਸਾਨੂੰ ਹੁਕਮ ਲਾ ਦੇਣ ਤਾਂ ਕਿ ਅਸੀਂ ਸ਼੍ਰੋਮਣੀ ਕਮੇਟੀ ਤੋਂ ਵਿੱਚੋਂ ਵੀ ਕੁਛ ਇਹਨਾਂ ਦੇ ਜਿਹੜੀ ਸੰਸਥਾ ਇਹਨਾਂ ਨੇ ਬਣਾਈ ਆ ਉਹਦੀ ਮਦਦ ਕਰ ਸਕੀਏ। ਅਤੇ ਇਹਨਾਂ ਦੇ ਜਿਹੜੇ ਪਿੰਡਾਂ ਦੇ ਵਿੱਚ ਕਮੇਟੀਆਂ ਬਣੀਆਂ ਹੋਈਆਂ ਨੇ ਉਹਨਾਂ ਨੂੰ ਵੀ ਇਹ ਹੁਕਮ ਕਰਨਾ ਕਿ ਜਿਹੜੇ ਵੀ ਕਮੇਟੀ ਦੇ ਮੈਂਬਰ ਬਣਦੇ ਨੇ ਉਹ ਸਾਰੇ ਅੰਮ੍ਰਿਤਧਾਰੀ ਬਣਨ, ਤਾਂ ਕਿ ਉਹਨਾਂ ਨੂੰ ਪਤਾ ਲੱਗੇ ਕਿ ਸਾਡੇ ਗ੍ਰੰਥੀ ਸਿੰਘਾਂ ਦੀਆਂ ਕਿਹੋ ਜਿਹੀਆਂ ਸਮੱਸਿਆਵਾਂ ਨੇ। ਜਦੋਂ ਕੋਈ ਗੈਰ ਅੰਮ੍ਰਿਤਧਾਰੀ ਸਿੰਘ ਕਮੇਟੀ ਦੇ ਵਿੱਚ ਆਉਂਦਾ ਤਾਂ ਉਹਨਾਂ ਨੂੰ ਇਹਨਾਂ ਗੱਲਾਂ ਦਾ ਕਿਸੇ ਚੀਜ਼ ਦਾ ਵੀ ਪਤਾ ਨਹੀਂ ਹੁੰਦਾ। ਸੋ ਮੈਂ ਫਿਰ ਜਿੱਥੇ ਸਿੰਘ ਸਾਹਿਬ ਤਖਤ ਸ੍ਰੀ ਕੇਸਗੜ੍ਹ ਸਾਹਿਬ ਨੂੰ ਜੀ ਆਇਆਂ ਆਖਦਾ, ਧੰਨਵਾਦ ਕਰਦਾ, ਇੱਥੇ ਹੀ ਮੈਂ ਆਪਣੇ ਵਿਚਾਰ ਸੀਮਿਤ ਕਰਦਾ ਹੋਇਆ ਫਿਰ ਫਤਿਹ ਅਰਜ਼ ਕਰਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨਵਾਦੀ ਭਾਈ ਸਾਹਿਬ ਭਾਈ ਅਵਤਾਰ ਸਿੰਘ ਜੀ ਰਿਆਤ ਸਾਹਿਬ ਹੋਰਾਂ ਦੇ ਕਿ ਜਿਨ੍ਹਾਂ ਨੇ ਤੁਹਾਡੇ ਨਾਲ ਵਿਚਾਰ ਸਾਂਝਾ ਕੀਤਾ। ਸਤਿਕਾਰਯੋਗ ਗੁਰੂ ਕੇ ਪਿਆਰੇ ਸਿੰਘ ਸਾਹਿਬਾਨਾਂ ਨੂੰ 1-2 ਗੱਲਾਂ ਮੈਂ ਹੋਰ ਸਾਂਝੀਆਂ ਜ਼ਰੂਰ ਕਰਨੀਆਂ ਚਾਹੁੰਦਾ, ਕਿਉਂਕਿ ਜਿੱਥੇ ਤੁਸੀਂ ਆਪ ਆਪਣੀ ਜ਼ਿੰਮੇਵਾਰੀ ਨਾਲ ਧਰਮ ਦਾ ਪ੍ਰਚਾਰ ਪ੍ਰਸਾਰ ਕਰਨ ਦੇ ਲਈ ਬੜੇ ਤਤਪਰ ਰਹਿੰਦੇ ਹੋ, ਫਿਕਰਮੰਦ ਰਹਿੰਦੇ ਹੋ, ਗੁਰਮਤਿ ਦੀਆਂ ਕਲਾਸਾਂ ਲਗਾਉਣ ਦੇ ਲਈ ਫਿਕਰਮੰਦ ਰਹਿੰਦੇ ਹੋ, ਉੱਥੇ ਕਈ ਜਗ੍ਹਾ ਦੇ ਉੱਤੇ ਜਿਹੜੀਆਂ ਸਾਡੀਆਂ ਕਮੇਟੀਆਂ ਨੇ ਉਹ ਇਸ ਵੱਲ ਧਿਆਨ ਨਹੀਂ ਦਿੰਦੀਆਂ। ਮੈਨੂੰ ਇੱਕ ਨਗਰ ਦੇ ਵਿੱਚ ਜਾਣਾ ਪਿਆ, ਮੈਂ ਮਾਨਯੋਗ ਪ੍ਰਧਾਨ ਸਾਹਿਬ ਦੇ ਘਰੇ ਗਿਆ
ਮੈਂ ਉਹਨਾਂ ਦਾ ਗੇਟ ਖੜਕਾਇਆ, ਪ੍ਰਧਾਨ ਜੀ ਅੰਦਰੋਂ ਆਏ। ਮੈਂ ਕਿਹਾ ਜੀ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਪ ਜੀ ਕੋਲ ਪ੍ਰਚਾਰਕ ਭੇਜਣੇ ਚਾਹੁੰਦੇ ਹਾਂ ਗੁਰਦੁਆਰਾ ਸਾਹਿਬ ਵਿਖੇ। ਉਹ ਕਹਿੰਦਾ ਸਾਨੂੰ ਤਾਂ ਪ੍ਰਚਾਰ ਦੀ ਲੋੜ ਨਹੀਂ ਜੀ। ਮੈਂ ਫਿਰ ਉਹਨੂੰ ਸਨੇਮਰ ਬੇਨਤੀ ਕੀਤੀ। ਉਹਨੇ ਇਸ ਗੱਲ ਵੱਲ ਭਾਵ ਕੇ ਕੋਈ ਧਿਆਨ ਨਹੀਂ ਦਿੱਤਾ। ਸਾਡੀਆਂ ਕਮੇਟੀਆਂ ਦਾ ਕੇਵਲ ਤੇ ਕੇਵਲ ਜਿਹੜਾ ਆਪਣੇ ਨਗਰਾਂ ਦੀਆਂ ਦਾ ਇਹ ਹਾਲ ਰਹਿ ਗਿਆ ਕਿ ਉਹ ਗੋਲਕ ਤੱਕੇ ਸੀਮਿਤ ਨੇ। ਉਹ ਜੇ 10 15 20 ਹਜ਼ਾਰ ਨਿਕਲਦਾ ਤਾਂ ਆਪਾਂ ਉਹਦੇ ਦੁਆਲੇ ਹੀ ਲੱਗੇ ਹੋਏ ਹਾਂ। ਸਤਿਕਾਰਯੋਗ ਸਾਧ ਸੰਗਤ ਜੀ, ਸਭ ਤੋਂ ਵੱਡੀ ਜ਼ਰੂਰੀ ਗੁਰੂ ਕੇ ਵਜ਼ੀਰ ਨੇ ਜਿੱਥੇ ਇਹ ਧਰਮ ਪ੍ਰਚਾਰ ਦੀ ਕਰਨੀ ਹੈ ਉਹ ਅਮਰ ਸੰਚਾਰ ਕਰਾਵੇ। 5-4 ਪਿੰਡਾਂ ਦਾ ਇਕੱਠਾ ਹੋ ਕੇ ਕਰਵਾ ਲਓ। ਸਿੰਘ ਸਾਹਿਬਾਨ ਵੱਲੋਂ 5 ਪਿਆਰੇ ਸਾਹਿਬਾਨ ਆਉਣਗੇ, ਫ੍ਰੀ ਕਕਾਰ ਮਿਲਣਗੇ, ਤੁਹਾਨੂੰ ਸਾਰਾ ਕੁਝ ਫ੍ਰੀ ਹੋਏਗਾ। ਅਤੇ ਸਤਿਕਾਰਯੋਗ ਸਾਧ ਸੰਗਤ ਜੀ, ਇਸ ਤਰ੍ਹਾਂ ਦੇ ਜਿਹੜੇ ਆਪਾਂ ਕਾਰਜ ਕਰਨੇ ਨੇ ਤਾਂ ਕਿ ਪਤਾ ਲੱਗੇ ਕਿ ਗੁਰੂ ਕੇ ਵਜ਼ੀਰਾਂ ਦਾ ਜਿਹੜਾ ਫਰਜ਼ ਹੈ ਉਹ ਅਸੀਂ ਕੀ ਨਿਭਾ ਰਹੇ ਹਾਂ। ਅਤੇ ਸਤਿਕਾਰਯੋਗ ਸਾਧ ਸੰਗਤ ਜੀ, ਇਹ ਵੀ ਤੁਹਾਨੂੰ ਮਾਨਯੋਗ ਸਿੰਘ ਸਾਹਿਬ ਨੂੰ ਦੱਸਣਗੇ ਕਿ ਜਿਸ ਤਰ੍ਹਾਂ ਹੁਣ ਗਰਮੀ ਦਾ ਸਮਾਂ ਚੱਲ ਰਿਹਾ ਹੈ, ਆਪਾਂ ਲਾਈਟਾਂ ਬੜੀਆਂ ਲਾ ਕੇ ਜਾਂ ਕਈ ਨਗਰਾਂ ਦੇ ਵਿੱਚ ਸਾਨੂੰ ਕਿਉਂਕਿ ਜਾਣ ਦਾ ਅਕਸਰ ਮੌਕਾ ਮਿਲਦਾ ਹੈ, ਉਹ ਲਕੀਰ ਦੇ ਫਕੀਰ ਬਣੇ ਹੁੰਦੇ ਆ ਕਿ ਅਸੀਂ ਤਾਂ ਏਸੀ ਚੱਲਦਾ ਹੀ ਰੱਖਣਾ ਹੈ। ਸੱਚਖੰਡ ਵਿਖੇ ਏਸੀ ਸਾਡਾ ਚੱਲਦਾ ਹੀ ਰਹਿਣਾ ਚਾਹੀਦਾ ਹੈ। ਸਤਿਕਾਰਯੋਗ ਸਾਧ ਸੰਗਤ ਜੀ, ਆਪਾਂ ਕੇਵਲ ਤੇ ਕੇਵਲ ਸ਼ਬਦ ਗੁਰੂ ਦੇ ਪੁਜਾਰੀ ਆ। ਸਾਡੇ ਗੁਰੂ ਸ਼ਬਦ ਗੁਰੂ ਨੇ, ਅਤੇ ਜਿੰਨਾ ਚਿਰ ਗ੍ਰੰਥੀ ਸਾਹਿਬਾਨ ਹੈ ਅਤੇ ਠੀਕ ਹੈ, ਅੰਦਰ ਆਪਾਂ ਉਹ ਲਾਈਟ ਵੀ ਮਚਾ ਸਕਦੇ ਹਾਂ, ਅੰਦਰ ਆਪਾਂ ਪੱਖੇ ਚਲਾ ਸਕਦੇ ਹਾਂ। ਜਦੋਂ ਗੁਰੂ ਕੇ ਵਜ਼ੀਰ ਨਹੀਂ ਹੈ ਤਾਂ ਕਿਰਪਾ ਕਰਕੇ ਕੋਸ਼ਿਸ਼ ਇਹ ਕਰਨਾ ਕਿ ਜਿਹੜੀ ਇਸ ਤਰ੍ਹਾਂ ਦੀ ਵਾਇਰਿੰਗ ਹੈ ਉਹਨੂੰ ਆਪਾਂ ਦੂਰ ਕਰੀਏ। ਇਹ ਕਿਉਂਕਿ ਅਕਸਰ ਇਹ ਸਮੱਸਿਆਵਾਂ ਆ ਰਹੀਆਂ ਨੇ ਆਪਾਂ ਨਗਰਾਂ ਦੇ ਵਿੱਚ। ਇਹ ਲਾਈਟ ਜਿਹੜੀਆਂ ਲਾਈਟਾਂ ਆਪਾਂ ਲਾ ਲੈਂਦੇ ਹਾਂ ਪਾਲਕੀ ਸਾਹਿਬ ਦੇ ਅੰਦਰ, ਇਹ ਦੂਰ ਰੱਖਣੀਆਂ। ਇਹ ਵੀ ਮੇਰੀ ਸਨੇਮਰ ਤੁਹਾਨੂੰ ਬੇਨਤੀ ਹੈ। ਸਿੰਘ ਸਾਹਿਬ ਵਿਸਥਾਰ ਦੇ ਨਾਲ ਦੱਸਣਗੇ। ਸੋ ਮੈਂ ਸਨੇਮਰ ਬੇਨਤੀ ਕਰਾਂ ਕਿ ਭਾਈ ਮਨੀ ਸਿੰਘ ਸਾਹਿਬ ਜੀ ਗੁਰਮਤਿ ਗ੍ਰੰਥੀ ਸਭਾ ਦੇ ਜ਼ਿੰਮੇਵਾਰ ਸਾਹਿਬਾਨ ਕਿ ਜਿਨ੍ਹਾਂ ਨੇ ਸਿੰਘ ਸਾਹਿਬ ਜੀ ਕਰੀਬ 150 ਨਗਰਾਂ ਦੇ ਗ੍ਰੰਥੀ ਸਾਹਿਬਾਨਾਂ ਨੇ ਇਹ ਸਾਨੂੰ ਲਿਖ ਕੇ ਮਤਾ ਪਾ ਕੇ ਦੇ ਦਿੱਤਾ। ਅਸੀਂ ਉਹਨਾਂ ਦੇ ਮਾਨਯੋਗ ਪ੍ਰਧਾਨ ਸਾਹਿਬ ਦੀ ਤੁਹਾਡੀ ਹਾਜ਼ਰੀ ਦੇ ਵਿੱਚ ਉਹਨਾਂ ਨੂੰ ਜਿਹੜੀ ਜ਼ਿੰਮੇਵਾਰੀ ਹੈ ਉਹ ਦੇਣ ਜਾ ਰਹੇ ਹਾਂ। ਭਾਈ ਸਾਹਿਬ ਭਾਈ ਅਵਤਾਰ ਸਿੰਘ ਜੀ ਆਲਮ, ਜਿਨ੍ਹਾਂ ਨੂੰ ਇਹ ਜ਼ਿੰਮੇਵਾਰੀ ਸਮੁੱਚੇ ਤੁਸੀਂ ਗੁਰੂ ਕੇ ਪਿਆਰਿਆਂ ਨੇ ਰਲ ਕੇ ਦਿੱਤੀ। ਸੋਨਿਹਾਲ ਸਤਿ ਸ੍ਰੀ ਅਕਾਲ। ਬੋਲੇ ਸੋਨਿਹਾਲ। ਸੋ ਸਤਿਕਾਰਯੋਗ ਸਾਧ ਸੰਗਤ ਜੀ, ਮੈਂ ਉਹਨਾਂ ਨੂੰ ਬੇਨਤੀ ਕਰਾਂ ਅਤੇ ਉਹਨਾਂ ਤੋਂ ਪਹਿਲਾਂ ਕੋਈ ਹੋਰ ਸੱਜਣ ਭਾਈ ਸਾਹਿਬ ਭਾਈ ਮੰਗਲ ਸਿੰਘ ਜੀ ਹੋਰੀ ਉਹ ਆਪਣਾ ਵਿਚਾਰ ਦੇਣ ਤਾਂ ਕਿ ਆਓ ਭਾਈ ਸਾਹਿਬ ਜੀ, ਅਤੇ ਆਪਾਂ ਹੋਰ ਵੀ ਕੋਈ ਗੁਰੂ ਕਾ ਪਿਆਰਾ ਵਿਚਾਰ ਦੇਣਾ ਹੋਇਆ ਕਿਉਂਕਿ ਆਪਾਂ ਫਿਰ ਸਿੰਘ ਸਾਹਿਬ ਦੇ ਜਿਹੜੇ ਵਿਚਾਰ ਨੇ ਉਹ ਸਰਵਣ ਕਰਨੇ ਨੇ। ਭਾਈ ਸਾਹਿਬ ਭਾਈ ਮੰਗਲ ਸਿੰਘ ਜੀ ਹੋਰੀ ਆਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਲ ਪੰਜਨ ਗੁਰਸੂਰਮਾ ਵੱਡ ਜੋਧਾ ਬਹੁ ਪਰ ਉਪਕਾਰੀ ਦੇ ਮਹਾਵਾਕਾਂ ਦੇ ਅਨੁਸਾਰ ਇਹ ਪਾਵਨ ਪਵਿੱਤਰ ਸਥਾਨ ਛੇਵੇਂ ਪਾਤਸ਼ਾਹ ਜੀ ਮਹਾਰਾਜ 10ਵੇਂ ਸਤਿਗੁਰੂ ਪਾਵਨ ਪਵਿੱਤਰ ਉਹਨਾਂ ਦੇ ਜੋ ਚਰਨ ਛੋਹ ਹੈ ਇਸ ਧਰਤੀ ਨੂੰ ਨਸੀਬ ਹੈ। ਸੋ ਮਾਨਯੋਗ ਸਿੰਘ ਸਾਹਿਬ ਸਾਡੇ ਵਿਚਕਾਰ ਪਹੁੰਚੇ ਨੇ। ਮੇਰੇ ਤੋਂ ਪਹਿਲਾਂ ਉਹਨਾਂ ਦਾ ਜੋ ਧੰਨਵਾਦ ਹੈ ਖਾਲਸਾ ਜੀ ਨੇ ਅਤੇ ਰਿਆਜ਼ ਸਾਹਿਬ ਜੀ ਨੇ ਕੀਤਾ ਹੈ। ਸੋ ਮੈਂ ਦੱਸ ਨਹੀਂ ਸਕਦਾ ਸਿੰਘ ਸਾਹਿਬ ਨੂੰ ਕਿ ਸਾਨੂੰ ਕਿੰਨਾ ਚਾਅ ਹੈ ਉਹ ਸਾਡੇ ਵਿਚਕਾਰ ਪਹੁੰਚੇ, ਸਾਨੂੰ ਉਹ ਇੱਥੇ ਆਏ ਅਤੇ ਸਾਨੂੰ ਕਿੰਨਾ ਚਾਅ ਹੈ। ਅਤੇ ਲਗਭਗ ਅਸੀਂ ਕਈ ਦਿਨ ਹੋ ਗਏ ਸਾਨੂੰ ਤਿਆਰੀਆਂ ਕਰਦੇ ਹਾਂ ਇਸ ਸਮਾਗਮ ਦੀਆਂ, ਅਤੇ ਲਗਭਗ ਕਿਉਂਕਿ ਆਪ ਜੀ ਦੇ ਆਉਣ ਦਾ ਚਾਅ ਇੰਨਾ ਸੀ ਕਿ ਲਗਭਗ ਇੱਥੇ 400 ਤੋਂ 500 ਜਿਹੜਾ ਸਿੰਘ ਸੀ ਉਹ ਇਕੱਠਾ ਹੋਣਾ ਸੀ। ਪਰ ਜੋ ਸਰਕਾਰ ਦੀਆਂ ਹਦਾਇਤਾਂ ਨੇ ਉਹ ਵੀ ਬੜੀ ਜ਼ਰੂਰੀਆਂ ਨੇ। ਸਰਕਾਰ ਦੀਆਂ ਹਦਾਇਤਾਂ ਨੂੰ ਮੁੱਖ ਰੱਖਦਿਆਂ ਹੋਇਆਂ ਅਸੀਂ ਫਿਰ ਫੋਨ ਕੀਤੇ, ਵਟਸਐਪ ਦੇ ਉੱਤੇ ਪਾਇਆ ਵੀ ਕਿਰਪਾ ਕਰਕੇ ਤੁਸੀਂ ਨਾ ਆਓ, ਵੀ ਉਹ ਆ ਰਹੇ ਨੇ ਪਰ ਜਿਹੜੀਆਂ ਤੁਹਾਡੀਆਂ ਸਮੱਸਿਆਵਾਂ ਹਨ ਅਸੀਂ ਉਹਨਾਂ ਦੇ ਚਰਨਾਂ ਦੇ ਵਿੱਚ ਰੱਖਾਂਗੇ। ਆਪ ਜੀ ਆਏ, ਆਪ ਜੀਆਂ ਨੂੰ ਬਹੁਤ ਜੀ ਆਇਆਂ। ਅਤੇ ਸਿੰਘ ਸਾਹਿਬ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਮੈਂ ਕਰਦਾ ਹਾਂ, ਜਿੱਥੇ ਆਪ ਜੀ ਜਾਣਦੇ ਹੋ ਕਿ ਅੱਜ ਜਿਹੜੇ ਸਿੱਖਾਂ ਦੀ ਗਿਣਤੀ ਹੈ ਸਰਕਾਰ ਕਹਿ ਰਹੀ ਹੈ ਸਿਰਫ 2% ਨੇ, ਅਤੇ 2% ਜਿਹੜੇ ਇਹ ਸਿੱਖ ਨੇ ਇਹਨਾਂ ਨੇ ਦਿਖਾ ਦਿੱਤਾ ਹੈ ਪੂਰੇ ਦੇਸ਼ ਦੇ ਵਿੱਚ ਲੰਗਰ ਲਗਾ ਕੇ ਲਾਕਡਾਊਨ ਦੇ ਵਿੱਚ ਤੇ ਹੋਰ ਬੇਅੰਤ ਗਰੀਬਾਂ ਦੀਆਂ ਮਦਦ ਕਰਕੇ। ਪਰ ਜਿੱਥੇ ਅਸੀਂ ਇਹ ਵੀ ਕਹਿੰਦੇ ਹਾਂ ਵੀ ਜਿਹੜੇ ਗ੍ਰੰਥੀ ਸਿੰਘ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਜ਼ੀਰ ਨੇ, ਪਰ ਮੈਂ ਆਪ ਦੇ ਚਰਨਾਂ 'ਚ ਬੇਨਤੀ ਕਰਦਾ ਕਿ ਇਹਨਾਂ ਵਜ਼ੀਰਾਂ ਦੀ ਜਿਹੜੀ ਦਸ਼ਾ ਹੈ ਬੜੀ ਤਰਸਯੋਗ ਹੈ, ਬਹੁਤ ਤਰਸਯੋਗ ਹੈ ਜੀ। ਅੱਜ ਜਿਹੜੇ ਗ੍ਰੰਥੀ ਸਿੰਘ ਨੇ ਉਹਨਾਂ ਦੀ ਦਸ਼ਾ ਇੱਕ ਜਿਹੜਾ ਆਮ ਮਜ਼ਦੂਰ ਹੈ, ਦਿਹਾੜੀਦਾਰ ਹੈ, ਉਹਦੇ ਨਾਲ ਵੀ ਥੱਲੇ ਆ ਗਈ ਹੈ।
ਇੱਕ ਮਜ਼ਦੂਰ ਜਿਹੜਾ ਦਿਹਾੜੀ ਕਰਦਾ ਹੈ ਉਹ ਤਾਂ ਲਗਭਗ ਇੱਕ ਦਿਨ ਦੇ ਵਿੱਚ ਦਿਹਾੜੀ ਕਰਦਾ, ਉਹਨੂੰ 300 ਜਾਂ 400 ਉਹਨੂੰ ਜਿਹੜੀ ਉਹਦੀ ਮਿਹਨਤ ਹੈ ਉਹ ਮਿਲ ਜਾਂਦੀ ਹੈ। ਪਰ ਇਹ ਜਿਹੜੇ ਪਿਛਲੇ ਮਹੀਨੇ ਲੰਘੇ ਨੇ ਮਾਰਚ ਤੋਂ ਲੈ ਕੇ ਹੁਣ ਤੱਕ, ਇਹ ਜਿਹੜੇ 3-4 ਮਹੀਨੇ ਜਿਹੜੇ ਗ੍ਰੰਥੀ ਸਿੰਘ ਤੇ ਉਹ ਬਿਲਕੁਲ ਵਿਹਲੇ ਰਹੇ ਨੇ, ਫ੍ਰੀ ਰਹੇ ਨੇ, ਘਰ ਵਿੱਚ ਰਹੇ ਨੇ। ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੇ ਫਿਰ ਵੀ ਉਹਨਾਂ ਦੇ ਸਿਰਾਂ ਦੇ ਉੱਤੇ ਮਿਹਰ ਭਰਿਆ ਹੱਥ ਰੱਖਿਆ, ਉਹ ਡੋਲੇ ਨੇ। ਅਤੇ ਸਾਧ ਸੰਗਤ ਔਰ ਸਿੰਘ ਸਾਹਿਬ, ਮੈਂ ਆਪਦੇ ਚਰਨਾਂ 'ਚ ਬੇਨਤੀ ਕਰਦਾ ਕਿ ਸਾਡੇ ਅੰਦਰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਇੰਨੀ ਗੈਰਤ ਪਾ ਦਿੱਤੀ ਹੈ ਕਿ ਜੇਕਰ ਕਿਸੇ ਬਾਜ਼ਾਰ ਦੇ ਵਿੱਚ, ਕਿਸੇ ਸ਼ਹਿਰ ਦੇ ਵਿੱਚ ਕੋਈ ਰਾਸ਼ਨ ਵੰਡ ਰਿਹਾ ਹੈ, ਸਾਡੇ ਅੰਦਰ ਇਤਨੀ ਵੀ ਹਿੰਮਤ ਨਹੀਂ ਪੈਂਦੀ ਕਿ ਅਸੀਂ ਉਸ ਲਾਈਨ ਦੇ ਵਿੱਚ ਲੱਗ ਕੇ ਉਹ ਰਾਸ਼ਨ ਲੈ ਲਈਏ। ਕਿਉਂਕਿ ਅਸੀਂ ਆਪਣੇ ਆਪ ਨੂੰ ਅਸੀਂ ਇਹ ਦੇਖਦੇ ਹਾਂ ਕਿ ਸਾਡੇ ਪਿੱਛੇ ਸਾਡਾ ਗੁਰੂ ਬਹੁਤ ਵੱਡਾ ਹੈ, ਸਾਡਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਹੈ। ਪਰ ਜਿਹੜੀ ਹਾਲਤ ਹੈ ਗ੍ਰੰਥੀ ਸਿੰਘਾਂ ਦੀ ਉਹ ਬੜੇ ਤਰਸਯੋਗ ਹੈ। ਇਹ ਜਿਹੜੀਆਂ ਇਹਨਾਂ ਦੀਆਂ ਹਾਲਤਾਂ ਨੇ ਆਰਥਿਕ ਪੱਖੋਂ, ਅਸੀਂ ਆਪਣੇ ਬੱਚਿਆਂ ਨੂੰ ਚੰਗੇ ਸਕੂਲਾਂ 'ਚ ਨਹੀਂ ਪੜ੍ਹਾ ਸਕਦੇ। ਮੈਂ ਕਹਿਣ ਦੇ ਵਿੱਚ ਗੁਰੇਜ਼ ਨਹੀਂ ਕਰਾਂਗਾ, ਅਤੇ ਅਸੀਂ ਨਹੀਂ ਚਾਹੁੰਦੇ ਕਿ ਸਾਡੇ ਬੱਚੇ ਅੱਗੇ ਗ੍ਰੰਥੀ ਸਿੰਘ ਬਣਨ, ਅਸੀਂ ਨਹੀਂ ਚਾਹੁੰਦੇ। ਕਿਉਂਕਿ ਜੋ ਹਾਲਤ ਹਾਲਤ ਸਾਡੀ ਹੋਈ ਹੈ, ਅਤੇ ਜਿਹੜਾ ਅੱਜ ਦਾ ਸਮਾਜ ਹੈ ਜਿੱਥੇ ਇੱਕ ਗਾਉਣੇ ਵਾਲੀ ਨੂੰ 2-2, 3-3 ਲੱਖ, 5-5 ਲੱਖ ਰੁਪਇਆ ਉਹ ਦੇ ਰਹੇ ਨੇ, ਅਤੇ ਜਦੋਂ ਸਾਡੀ ਭੇਟਾਂ ਦੀ ਵਾਰੀ ਆਉਂਦੀ ਹੈ 1100 ਰੁਪਏ ਉਹਨਾਂ ਨੂੰ ਬਹੁਤ ਵੱਡਾ ਲੱਗਦਾ ਹੈ। ਇਹ ਜਿਹੜੀਆਂ ਸਮੱਸਿਆਵਾਂ ਹਨ, ਅਤੇ ਅਸੀਂ ਆਪਣਾ ਹੱਕ ਮੰਗਦੇ ਉਹਨਾਂ ਦੇ ਪਾਸੋਂ, ਤਾਂ ਅੱਗੋਂ ਸਾਨੂੰ ਕਹਿੰਦੇ ਤੁਸੀਂ ਕਿਆ ਮੁਗਰੀ ਮਾਰੀ ਹੈ, ਤੁਸੀਂ ਕੀ ਕੀਤਾ ਹੈ। ਅਤੇ ਮੈਂ ਜਥੇਦਾਰ ਸਾਹਿਬ ਦੇ ਚਰਨਾਂ 'ਚ ਬੇਨਤੀ ਕਰਦਾ, ਇਹ ਜਿਹੜੀਆਂ ਸਮੱਸਿਆਵਾਂ ਹਨ ਜੋ ਅਸੀਂ ਲਿਖਤੀ ਰੂਪ ਦੇ ਵਿੱਚ ਵੀ ਮਾਨਯੋਗ ਸਾਡੇ ਪ੍ਰਧਾਨ ਅਵਤਾਰ ਸਿੰਘ ਜੀ ਆਲਮ, ਉਹਨਾਂ ਨੇ ਲਿਖਤੀ ਰੂਪ ਦੇ ਵਿੱਚ ਵੀ ਇਹ ਲਿਖੀਆਂ ਨੇ। ਸੋ ਮੈਂ ਬਹੁਤਾ ਨਾ ਕਹਿੰਦਾ ਹੋਇਆ ਪ੍ਰਧਾਨ ਅਵਤਾਰ ਸਿੰਘ ਜੀ ਆਲਮ ਆਪ ਜੀ ਦਾ ਧੰਨਵਾਦ ਵੀ ਕਰਨਗੇ। ਅਤੇ ਜਿਹੜੀਆਂ ਸਾਡੀਆਂ ਛੋਟੀਆਂ ਮੰਗਾਂ ਨੇ, ਮੰਗਾਂ ਦੇ ਨਾਲ ਅਸੀਂ ਇਹ ਵੀ ਫੈਸਲਾ ਕੀਤਾ ਹੈ ਕਿ ਅਸੀਂ ਸਮਾਜ ਨੂੰ ਕੀ ਦੇਵਾਂਗੇ। ਇਹਦੇ ਨਾਲ ਇਹ ਵੀ ਅਸੀਂ ਕੀਤਾ ਹੈ ਕਿ ਜਿਹੜੇ ਬਿਲਕੁਲ ਹੀ ਜਿਨ੍ਹਾਂ ਦੀ ਜਿਹੜੇ ਆਰਥਿਕ ਤੌਰ 'ਤੇ ਜਿਹੜੇ ਗੁਰਸਿੱਖ ਪਿਆਰੇ, ਗ੍ਰੰਥੀ ਸਿੰਘ ਪਿਆਰੇ ਜਿਹੜੇ ਬਿਲਕੁਲ ਥੱਲੇ ਹੋਏ ਨੇ, ਉਹਨਾਂ ਦੀ ਅਸੀਂ ਸ਼੍ਰੋਮਣੀ ਕਮੇਟੀ ਦੇ ਦੁਆਰਾ ਜਾਂ ਆਪ ਜੀ ਦੇ ਦੁਆਰਾ ਅਸੀਂ ਉਹਨਾਂ ਦੀ ਬਾਂਹ ਕਿਵੇਂ ਫੜੀਏ, ਉਹਨਾਂ ਨੂੰ ਆਪਣੇ ਨਾਲ ਕਿਵੇਂ ਲੜਾਈਏ। ਇਹ ਸਾਡਾ ਛੋਟਾ ਜਿਹਾ ਉਪਰਾਲਾ ਹੈ, ਅਤੇ ਸਾਨੂੰ ਆਪ ਜੀ ਦੀ ਅੱਤ ਤੋਂ ਵੱਧ ਲੋੜ ਹੈ, ਆਪ ਜੀ ਦੀ ਅੱਤ ਤੋਂ ਵੱਧ ਜਿਹੜੀ ਮਦਦ ਹੈ ਉਹਦੀ ਸਾਨੂੰ ਲੋੜ ਹੈ। ਸੋ ਮੈਂ ਬੇਨਤੀ ਕਰਾਂ ਪ੍ਰਧਾਨ ਅਵਤਾਰ ਸਿੰਘ ਜੀ, ਭਾਈ ਮਨੀ ਸਿੰਘ, ਗੁਰਮਤ ਗ੍ਰੰਥੀ ਸਭਾ ਸ੍ਰੀ ਫਤਿਹਗੜ੍ਹ ਸਾਹਿਬ ਦੇ ਜੋ ਅਸੀਂ ਚੁਣੇ ਨੇ ਸਰਬਸੰਮਤੀ ਦੇ ਨਾਲ, ਉਹ ਆਪ ਜੀ ਦਾ ਧੰਨਵਾਦ ਵੀ ਕਰਨਗੇ ਅਤੇ ਕੁਝ ਮੰਗਾਂ ਨੇ ਜੋ ਆਪ ਜੀਆਂ ਦੇ ਪਾਸ ਰੱਖਣਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦੀ ਭਾਈ ਸਾਹਿਬ ਦੇ ਸਿੰਘ ਸਾਹਿਬ ਜੀ, ਆਪ ਜੀ ਦੇ ਨੌਲੇਜ ਦੇ ਵਿੱਚ ਦੱਸ ਦਿੱਤਾ ਜਾਵੇ ਕਿ ਜਿਹੜੇ ਅਸੀਂ ਇਹ ਸਾਰੇ ਗੁਰੂ ਕੇ ਪਿਆਰਿਆਂ ਨੇ ਪ੍ਰਧਾਨ ਚੁਣੇ ਨੇ, ਭਾਈ ਸਾਹਿਬ ਭਾਈ ਅਵਤਾਰ ਸਿੰਘ ਜੀ ਆਲਮ, ਇਹ ਬੜੇ ਲੰਬੇ ਸਮੇਂ ਤੋਂ ਸਮੁੱਚੇ ਇਲਾਕੇ ਦੇ ਵਿੱਚ ਔਰ ਬਾਹਰ ਵੀ, ਕਿਉਂਕਿ ਇਹਨਾਂ 'ਤੇ ਸਤਿਗੁਰੂ ਦੀ ਬੜੀ ਕਿਰਪਾ ਹੈ, ਇਹ ਜਾ ਕੇ ਗ੍ਰੰਥੀ ਸਾਹਿਬਾਨਾਂ ਦੀ, ਢਾਡੀ ਸਾਹਿਬਾਨਾਂ ਦੀ, ਕਵੀਸ਼ਰ ਸਾਹਿਬਾਨਾਂ ਦੀ ਆਪ ਸਹਾਇਤਾ ਕਰ ਰਹੇ ਨੇ। ਅਸੀਂ ਸਾਰਿਆਂ ਨੇ ਰਲ ਕੇ ਇਸੇ ਕਰਕੇ 150 ਗੁਰੂ ਕੇ ਪਿਆਰੇ, ਗੁਰੂ ਕੇ ਵਜ਼ੀਰਾਂ ਨੇ ਇਹਨਾਂ ਨੂੰ ਜਿਹੜੀ ਸਰਬਸੰਮਤੀ ਨਾਲ ਉਹ ਸੇਵਾ ਦਿੱਤੀ ਹੈ। ਮੈਂ ਬੇਨਤੀ ਕਰਾਂ ਭਾਈ ਸਾਹਿਬ ਭਾਈ ਅਵਤਾਰ ਸਿੰਘ ਜੀ ਆਲਮ ਸਾਹਿਬ, ਉਹਨਾਂ ਦੀ ਜਥੇਬੰਦੀ ਅੱਗੇ ਕੀ ਕਰਨਾ ਚਾਹੁੰਦੀ ਹੈ, ਅਤੇ ਉਹ ਆਪਣੀ ਜਿਹੜੀ ਆਬਜੈਕਟਿਵ ਹੈ ਉਹਨਾਂ ਦੇ ਨਾਮ ਵੀ ਅਨਾਉਂਸ ਕਰ ਦੇਣਗੇ ਜੋ ਉਹਨਾਂ ਨੇ ਬਣਾਉਣੀ ਹੈ, ਅਤੇ ਉਹ ਕਿਰਪਾ ਕਰਕੇ ਖੇਚਲ ਕਰਨ ਭਾਈ ਸਾਹਿਬ ਭਾਈ ਅਵਤਾਰ ਸਿੰਘ ਜੀ ਆਲਮ ਸਾਹਿਬ। ਜੁਗੋ ਜੁਗ ਅਟਲ ਸਤਿਗੁਰੂ, ਸ਼ਬਦ ਗੁਰੂ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੀ ਸਾਧ ਸੰਗਤ ਜੀ, ਹਾਜ਼ਰੀ ਭਾਵੇਂ ਪ੍ਰਵਾਨ ਹੈ ਲੱਗੀ ਹੋਈ ਹੈ, ਕਿਰਾਂ ਫੇਰ ਗੱਜ ਵੱਜ ਕੇ ਬੁਲਾਓ ਫਤਿਹ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਅਸੀਂ ਰੋਮ ਤੋਂ, ਦਿਲ ਦੀਆਂ ਗਹਿਰਾਈਆਂ ਤੋਂ ਪੂਰੀ ਜਿਹੜੀ ਸਾਡੀ ਅੱਜ ਸੰਸਥਾ ਦਾ ਸੰਗਠਨ ਕੀਤਾ ਗਿਆ ਹੈ, ਸ਼ਹੀਦ ਭਾਈ ਮਨੀ ਸਿੰਘ ਗੁਰਮਤਿ ਗ੍ਰੰਥੀ ਸਭਾ ਵੱਲੋਂ ਸਾਡੇ ਸਿੱਖ ਪੰਥ ਦੀ ਸ਼ਾਨ, ਬੜੀ ਹੀ ਮਹਾਨ ਹਸਤੀ ਜਥੇਦਾਰ ਰਘਵੀਰ ਸਿੰਘ ਜੀ ਤਖਤ ਸ੍ਰੀ ਕੇਸਗੜ੍ਹ ਸਾਹਿਬ ਤੋਂ, ਜੋ ਕਿ ਵਿਸ਼ੇਸ਼ ਤੌਰ 'ਤੇ ਸਾਡੇ ਦਰਮਿਆਨ ਪਹੁੰਚੇ ਹਨ। ਅਸੀਂ ਉਹਨਾਂ ਨੂੰ ਜੀ ਆਇਆਂ ਨੂੰ ਆਖਦੇ ਹਾਂ, ਉਹਨਾਂ ਦਾ ਰੋਮ ਤੋਂ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਰੁਝੇਵਿਆਂ ਭਰੇ ਸਮੇਂ 'ਚੋਂ ਸਮਾਂ ਕੱਢ ਕੇ ਸਾਨੂੰ ਰਾਗੀਆਂ, ਢਾਡੀਆਂ, ਗ੍ਰੰਥੀਆਂ, ਪ੍ਰਚਾਰਕਾਂ ਨੂੰ ਆਪਣਾ ਕੀਮਤੀ ਸਮਾਂ ਦਿੱਤਾ। ਸਾਧ ਸੰਗਤ ਜੀ, ਜੇ ਆਪਾਂ ਵਿਸਤਾਰ ਪੂਰਵਕ ਕਹਿਣ ਦਾ ਯਤਨ ਕਰੀਏ ਤਾਂ ਆਪ ਜੀ ਜਾਣਦੇ ਹੋ ਸਾਡੇ ਲਈ 2.5-3 ਘੰਟੇ ਵੀ ਥੋੜ੍ਹੇ ਨੇ।
ਤੇ ਆਪਾਂ ਨੇ ਬਹੁਤੀ ਵਿਸਥਾਰ ਵਿੱਚ ਨਹੀਂ ਜਾਣਾ, ਭਾਵੇਂ ਬਹੁਤ ਸਾਰੀਆਂ ਜਿਹੜੀਆਂ ਸਾਡੀਆਂ ਮੰਗਾਂ ਨੇ, ਬੇਨਤੀਆਂ ਨੇ, ਕੀ ਹੋਣਾ ਚਾਹੀਦਾ, ਕੀ ਹੋ ਰਿਹਾ, ਉਹ ਸਾਡੇ ਸਤਿਕਾਰਯੋਗ ਰਵਿੰਦਰ ਸਿੰਘ ਜੀ ਖਾਲਸਾ ਆਪਣੀ ਇਹ ਆਪ ਨੇ ਮਿਸਾਲ, ਤੇ ਅਵਤਾਰ ਸਿੰਘ ਰਿਆ ਸਾਹਿਬ ਨੇ, ਸਾਡੇ ਜਨਰਲ ਸਕੱਤਰ ਸਰਦਾਰ ਮੰਗਲ ਸਿੰਘ ਜੀ ਨੇ ਦੱਸ ਦਿੱਤਾ। ਸੋ ਮੈਂ ਵੀ ਕੁਝ ਬੇਨਤੀਆਂ ਕਰਨੀਆਂ ਚਾਹੁੰਦਾ ਹਾਂ, ਕਿਉਂਕਿ ਅਸੀਂ ਵੀ ਖਾਸ ਕਰਕੇ ਅਸੀਂ ਦੇਖਦੇ ਹਾਂ ਕੈਨੇਡਾ, ਅਮਰੀਕਾ, ਇੰਗਲੈਂਡ ਆਪ ਜੀ ਦੀਆਂ ਆਸ਼ੀਰਵਾਦਾਂ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਕਿਰਪਾ ਦੁਆਰਾ ਸਾਰੇ ਦਾਸ ਦਾ ਢਾਡੀ ਜਥਾ ਘੁੰਮਿਆ ਹੋਇਆ ਏ। ਤੇ ਸਾਧ ਸੰਗਤ ਜੀ, ਇੱਥੇ ਵੀ ਸਾਨੂੰ ਤਕਰੀਬਨ ਹਰ ਇੱਕ ਪਿੰਡ ਵਿੱਚ ਜਾਣ ਦਾ ਮੌਕਾ ਮਿਲਦਾ ਹੈ। ਹੁਣ ਵੀ ਜਦੋਂ ਅਸੀਂ ਇਸ ਸੰਸਥਾ ਦਾ ਸੰਗਠਨ ਕਰ ਰਹੇ ਸੀ, ਕਈ ਸਤਿਕਾਰਯੋਗ ਗ੍ਰੰਥੀ ਸਾਹਿਬਾਨਾਂ ਦੇ ਘਰ ਜਾਣ ਦਾ ਸਾਨੂੰ ਮੌਕਾ ਮਿਲਿਆ, ਤੇ ਜਿਨ੍ਹਾਂ ਦੇ ਘਰ ਵੱਲ ਅਸੀਂ ਜਦੋਂ ਦੇਖਿਆ, ਉਹ ਭਾਈ ਸਾਹਿਬ ਭਾਈ ਮੰਗਲ ਸਿੰਘ ਜੀ ਨੇ ਕਹਿ ਦਿੱਤਾ ਬਈ ਆਉਣ ਵਾਲੀ ਜਿਹੜੀ ਪਨੀਰੀ ਆ, ਅਸੀਂ ਉਹਨੂੰ ਆਪਣੇ ਬੱਚਿਆਂ ਨੂੰ, ਧੀਆਂ ਪੁੱਤਰਾਂ ਨੂੰ ਗ੍ਰੰਥੀ ਨਹੀਂ ਬਣਾਉਣਾ ਚਾਹੁੰਦੇ। ਸਾਨੂੰ ਜਦੋਂ ਇੱਦਾਂ ਦੀ ਗੱਲ ਸੁਣਦੀ ਆ ਬੜਾ ਦੁੱਖ ਹੁੰਦਾ, ਕਿਉਂਕਿ WhatsApp ਤੇ Facebook ਤੇ ਹੋਰ ਸੋਸ਼ਲ ਮੀਡੀਆ ਦੇ ਉੱਤੇ ਇਹੋ ਜਿਹੇ ਕਮੈਂਟ ਆਉਂਦੇ ਨੇ ਕਿ ਭਾਈ ਰਾਗੀ ਨਾ ਬਣਿਓ, ਗ੍ਰੰਥੀ ਨਾ ਬਣਿਓ, ਪ੍ਰਚਾਰਕ ਢਾਡੀ ਨਾ ਬਣਿਓ, ਤੇ ਆਪਣੇ ਬੱਚਿਆਂ ਨੂੰ ਗ੍ਰੰਥੀ ਨਾ ਬਣਾਇਓ। ਸੋ ਬੜਾ ਦੁੱਖ ਲੱਗਦਾ। ਇਹਦਾ ਕਾਰਨ ਕੀ ਆ? ਆਰਥਿਕ ਮੰਦਹਾਲੀ ਇਹਦਾ ਕਾਰਨ ਹੈ। ਸੋ ਮੈਂ ਬੇਨਤੀਆਂ ਕਰਨੀਆਂ ਚਾਹਾਂਗਾ, ਅੱਜ ਸਾਨੂੰ ਕੀਮਤੀ ਮੌਕਾ ਦਿੱਤਾ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ, ਭਾਵੇਂ ਸਮਾਂ ਭਿਆਨਕ ਚੱਲ ਰਿਹਾ ਕਰੋਨਾ ਦੀ ਮਹਾਮਾਰੀ ਦਾ, ਫਿਰ ਵੀ ਆਪਾਂ ਜਿੰਨੇ ਵੀ ਸਿੰਘ ਇਕੱਤਰ ਹੋਇਆ, ਉਹ ਆਪਾਂ ਕੋਟਾਨ ਧੰਨਵਾਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕਰੀਏ। ਸੋ ਜਿਹੜਾ ਜਥੇਦਾਰ ਸਾਹਿਬ ਦਾ ਰੁਤਬਾ ਆਪਣੇ ਦਰਮਿਆਨ ਅੱਜ ਪਹੁੰਚੇ ਨੇ, ਭਾਵੇਂ ਤੁਸੀਂ ਸਾਰੀ ਇਤਿਹਾਸਕਾਰ ਹੋ, ਕਹਿਣ ਦੀ ਲੋੜ ਨਹੀਂ, ਫਿਰ ਵੀ ਭਾਵੇਂ ਮਹਾਰਾਜਾ ਰਣਜੀਤ ਸਿੰਘ ਨੇ ਵੀ ਕੋਈ ਗਲਤੀ ਕੀਤੀ ਆ, ਨਾਚੀ ਮੋਰਾਂ ਦਾ ਵਿੱਚ ਜ਼ਿਕਰ ਆਉਂਦਾ ਏ, ਜਾਂ ਫਿਰ ਉਹਦੇ ਨਾਮ ਨੂੰ ਲੈ ਕੇ ਸਿੱਕਾ ਚਲਾਉਣ ਦਾ ਜ਼ਿਕਰ ਆਉਂਦਾ ਏ, ਇਹਨਾਂ ਦੇ ਮੋਢੀ ਉਸ ਸਮੇਂ ਦੇ ਸਤਿਕਾਰਯੋਗ ਜਥੇਦਾਰ ਹਸਤੀ ਅਕਾਲੀ ਫੂਲਾ ਸਿੰਘ, ਜਦੋਂ ਉਹਨਾਂ ਨੂੰ ਇਸ ਬਾਬਤ ਪਤਾ ਲੱਗਦਾ, ਉਹਨਾਂ ਨੂੰ ਅਕਾਲ ਤਖਤ ਦੇ ਉੱਤੇ ਤਲਬ ਕੀਤਾ ਤੇ ਤਨਖਾਹ ਲਾਈ। ਤਨਖਾਹ ਕੀ ਲਾਈ? ਬਈ ਤੁਸੀਂ ਗਲਤੀ ਕੀਤੀ ਆ, ਔਰ ਦੇਖੋ ਦਰਿਆ ਦਿਲੀ ਮਹਾਰਾਜਾ ਰਣਜੀਤ ਸਿੰਘ ਨੇ ਉਸ ਗਲਤੀ ਨੂੰ ਹੱਸ ਕੇ ਕਬੂਲਿਆ ਤੇ ਆਖਿਆ ਕੀ ਸਜ਼ਾ ਮੇਰੇ ਲਈ, ਮੈਂ ਹਾਜ਼ਰ ਹਾਂ। ਉਹਨਾਂ ਨੇ ਆਖਿਆ ਆਪਣੀ ਪਿੱਠ ਨੰਗੀ ਕਰੋ, ਤੁਹਾਡੀ ਪਿੱਠ ਦੇ ਉੱਤੇ ਕੋੜੇ ਮਾਰੇ ਜਾਣਗੇ। ਇਸ ਮਹਾਨ ਜਥੇਦਾਰ ਸਾਹਿਬ ਦੀ ਹਸਤੀ ਦਾ ਧਿਆਨ ਦਿਓ, ਕੀ ਰੁਤਬਾ ਹੈ। ਤੇ ਉਹਨਾਂ ਨੇ ਉਸੇ ਵੇਲੇ ਆਪਣੇ ਵਸਤਰ ਉਤਾਰੇ ਤੇ ਜਥੇਦਾਰ ਅਕਾਲੀ ਫੂਲਾ ਸਿੰਘ ਦੇ ਸਾਹਮਣੇ ਉਹ ਆਪਣਾ ਝੋਕੇ ਖੜ ਗਏ ਨੇ ਕਿ ਮਾਰੋ। ਤੇ ਆਪ ਵਰਗੀਆਂ ਸੰਗਤਾਂ ਨੇ ਫਿਰ ਜਥੇਦਾਰ ਸਾਹਿਬ ਨੂੰ ਬੇਨਤੀ ਕੀਤੀ ਵੀ ਇਹ ਬਹੁਤ ਦਰਿਆ ਦਿਲ ਨੇ, ਇਹਨਾਂ ਨੇ ਹੱਸ ਕੇ ਇਹ ਤਨਖਾਹ ਨੂੰ ਤੇ ਸਜ਼ਾ ਨੂੰ ਕਬੂਲਿਆ ਏ, ਸਾਡੀ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਇਹਨਾਂ ਨੂੰ ਮਾਫ ਕੀਤਾ ਜਾਵੇ। ਜਿੱਥੇ ਉਹਨਾਂ ਨੇ ਸਜ਼ਾ ਲਾਈ ਤੇ ਫਿਰ ਅਕਾਲੀ ਫੂਲਾ ਸਿੰਘ ਨੇ ਉਹਨਾਂ ਨੂੰ ਮਾਫ ਵੀ ਕੀਤਾ। ਬੜੀਆਂ ਇਤਿਹਾਸ ਦੇ ਵਿੱਚ ਜ਼ਿਕਰ ਮਿਲਦਾ ਏ। ਸੋ ਆਪ ਦੇਖਦੇ ਹੋ ਪੁਰਾਣੇ ਸਮਿਆਂ ਦੇ ਵਿੱਚ, ਮੈਂ 2 ਮਿੰਟ ਜ਼ਰੂਰ ਲੈਣੇ ਨੇ, ਮਾਫ ਕਰਨਾ, ਕਿਉਂਕਿ ਸਾਨੂੰ ਵੀ ਸਾਧ ਸੰਗਤ ਜੀ 13 ਮਾਰਚ ਦਾ ਅਖੀਰਲਾ ਪ੍ਰੋਗਰਾਮ ਲਾਇਆ ਹੈ, ਮੁੜ ਕੇ ਅੱਜ ਸਾਨੂੰ ਮਾਈਕ ਪ੍ਰਾਪਤ ਹੋਇਆ। ਧੰਨਵਾਦ ਕਰਦਾ ਤੇ ਤੁਹਾਡੇ 2 ਮਿੰਟ ਜ਼ਰੂਰ ਲੈਣੇ ਨੇ। ਤੇ ਬਹੁਤ ਸਾਰਾ ਜ਼ਿਕਰ ਆਉਂਦਾ ਕਿਵੇਂ ਅਸੀਂ ਨਵਾਬੀਆਂ ਨੂੰ ਫੁੱਟੇ ਮਾਰਦੇ ਰਹੇ ਹਾਂ, ਪਰ ਅੱਜ ਅਸੀਂ ਚੌਧਰਾਂ ਦੇ ਪਿੱਛੇ ਭੱਜੇ ਫਿਰਦੇ ਹਾਂ। ਮਾਫ ਕਰਨਾ, ਕਿਸੇ ਨੂੰ ਤੂੜੀ ਵਾਲੇ ਕੁੱਪ ਦਾ ਚੌਧਰੀ ਲਾ ਦਈਏ ਨਾ, ਉਹ ਵੀ ਇੱਕ ਇੱਕ ਦਾਣੇ ਦਾ ਹਿਸਾਬ ਕਿਤਾਬ ਰੱਖਣ ਲੱਗ ਜਾਂਦਾ। ਸੋ ਆਪਾਂ ਨੇ ਚੌਧਰਾਂ ਨਹੀਂ ਕਰਨੀਆਂ ਹੈਗੀਆਂ। ਸੋ ਬੜੇ ਵਧੀਆ ਤਰੀਕੇ ਦੇ ਨਾਲ ਸਰਦਾਰ ਮੰਗਲ ਸਿੰਘ ਜੀ ਨੇ ਆਖਿਆ, ਦੱਸਿਆ, ਜੋ ਵੀ ਗ੍ਰੰਥੀ ਸਿੰਘਾਂ ਦੇ ਤਰਜੇਵੇਂ ਨੇ, ਉਹਨਾਂ ਦੇ ਮੁਤਲਕ ਅਸੀਂ ਇੱਕ ਬੇਨਤੀ ਪੱਤਰ ਵੀ ਤਿਆਰ ਕੀਤਾ ਆਪਣੀ ਸੰਸਥਾ ਦੇ ਵੱਲੋਂ, ਜੋ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਜਥੇਦਾਰ ਸਾਹਿਬ ਨੂੰ ਅਸੀਂ ਭੇਂਟ ਕਰ ਦਿੱਤਾ ਹੈ। ਅਸੀਂ ਪੂਰੀ ਆਸ ਹੈ ਸਾਨੂੰ ਤੇ ਪੂਰੀ ਉਮੀਦ ਹੈ ਵੀ ਜਿਹੜੀਆਂ ਸਾਡੀਆਂ ਕੁਝ ਮੰਗਾਂ ਨੇ, ਕੀ ਹੋਣਾ ਚਾਹੀਦਾ ਜਾਂ ਕੀ ਨਹੀਂ ਹੋਣਾ ਚਾਹੀਦਾ, ਉਹਨਾਂ ਦੇ ਉੱਤੇ ਇਹ ਪੂਰੀ ਗੌਰ ਕਰਨਗੇ ਅਤੇ ਉਹਨਾਂ ਦਾ ਹੱਲ ਕੱਢਣਗੇ। ਸੋ ਸਾਧ ਸੰਗਤ ਜੀ, ਜਿਹੜੀ ਅਸੀਂ ਇਹ ਕਮੇਟੀ ਗਠਿਤ ਕੀਤੀ ਆ, ਪਹਿਲਾਂ ਆਪਾਂ ਨੇ 13 ਮਈ ਰੱਖੀ ਸੀ, ਉਦੋਂ ਕੈਪਟਨ ਸਾਹਿਬ ਨੇ ਫਿਰ ਫਰਮਾਨ ਜਾਰੀ ਕੀਤਾ, ਹੁਕਮ ਜਾਰੀ ਕੀਤਾ ਵੀ ਵਾਰ ਤੇ ਐਤਵਾਰ ਲੋਕਡਾਊਨ ਰਹੇਗਾ, ਇਸ ਕਰਕੇ ਉਸ ਨੂੰ ਬੰਦ ਕੀਤਾ ਗਿਆ। ਸੋ ਅੱਜ ਦਾ ਆਪਾਂ ਸਮਾਂ ਮਿੱਥਿਆ ਸੀ, ਕੱਲ ਫਿਰ ਹਦਾਇਤਾਂ ਆਈਆਂ, ਉਹਨੂੰ ਲੈ ਕੇ ਆਪਾਂ ਅੱਜ 15-20 ਇਕੱਠੇ ਹੋਏ ਹਾਂ ਸਿੰਘ। ਸੋ ਮੈਂ ਆਪ ਜੀ ਦੇ ਸਨਮੁਖ ਜਥੇਦਾਰ ਸਾਹਿਬਾਨ ਜੀਓ, ਜੋ ਸਾਡੀਆਂ ਕੁਝ ਗ੍ਰੰਥੀ ਸਾਹਿਬਾਨਾਂ ਦੀਆਂ ਦੂਆ ਮੰਗ ਪੱਤਰ ਦਿਓ, ਕੁਝ ਗ੍ਰੰਥੀ ਸਾਹਿਬਾਨਾਂ ਦੀਆਂ ਅਤੇ ਸਾਡੀਆਂ ਕੁਝ ਰਾਗੀ ਢਾਡੀ ਪ੍ਰਚਾਰਕਾਂ ਦੀਆਂ, ਉਹ ਮੈਂ ਤੁਹਾਡੇ ਸਾਹਮਣੇ ਜਵਾਨੀਓ ਕਹਿ ਦੇਣੀਆਂ ਨੇ। ਸੋ ਜਿਹੜੀ ਗ੍ਰੰਥੀ ਸਾਹਿਬਾਨਾਂ ਨੇ ਸਾਨੂੰ ਸਮੱਸਿਆ ਦੱਸੀ ਆ, ਉਹ ਭਾਵੇਂ ਤੁਹਾਨੂੰ ਕੋਲ ਪਹੁੰਚ ਵੀ ਚੁੱਕੀ ਆ, ਫਿਰ ਵੀ ਮੈਂ ਬੇਨਤੀ ਕਰ ਦਿੰਦਾ ਜੀ। ਪਹਿਲੀ ਬੇਨਤੀ ਇਹ ਆ ਜੀ, ਗ੍ਰੰਥੀ ਸਾਹਿਬਾਨਾਂ ਵੱਲੋਂ ਜੋ ਹੁਕਮ ਹੋਇਆ ਵੀ ਜਦੋਂ ਵੀ ਪਿੰਡਾਂ ਨਗਰਾਂ ਦੇ ਵਿੱਚ ਸਵੇਰ ਵੇਲੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਹੁੰਦਾ ਹੈ, ਬਹੁਤੇ ਨਗਰ ਇੱਦਾਂ ਦੇ ਨੇ ਵੀ ਇਕੱਲਾ ਗ੍ਰੰਥੀ ਹੀ ਉਹਨਾਂ ਨੂੰ ਪ੍ਰਕਾਸ਼ ਕਰਨਾ ਪੈਂਦਾ। ਸੋ ਆਪ ਜੀ ਇਸ ਗੱਲ ਦੇ ਉੱਤੇ ਜ਼ੋਰ ਦਿਓਗੇ, ਧਿਆਨ ਦਿਓਗੇ ਕਿ ਜਾਂ ਤਾਂ ਕਿਸੇ ਨਾਲ ਕਮੇਟੀ ਮੈਂਬਰ ਦੀ ਡਿਊਟੀ ਲਈ ਜਾਵੇ, ਜਾਂ ਫਿਰ ਗ੍ਰੰਥੀ ਸਾਹਿਬਾਨ ਨੂੰ ਪਿੰਡ ਦੇ ਵਿੱਚੋਂ ਕੋਈ ਪੱਕੇ ਜਿਹੜੇ ਡਿਊਟੀ ਬਦਲ ਕੇ ਇਹ ਸੇਵਾਵਾਂ ਕਰਦੇ ਰਹਿਣ, ਉਹ ਦਿੱਤੇ ਜਾਣ, ਤਾਂ ਕਿ ਭਾਈ ਸਾਹਿਬ ਨੇ ਵੀ ਆਖਿਆ, ਰਵਿੰਦਰ ਸਿੰਘ ਖਾਲਸਾ ਜੀ ਨੇ ਵੀ, ਆਪਣਾ ਇਸ਼ਟ ਆਪਣਾ ਧੁਰਾ ਸ਼ਬਦ ਗੁਰੂ ਆ, ਆਪਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਤਿਕਾਰ ਕਰਨਾ, ਜਿਵੇਂ ਦਾ ਉਸ ਗੱਲ ਨੂੰ ਲੈ ਕੇ ਕਰਨਾ ਹੈ।
ਸੋ ਇਹ ਬੇਨਤੀ ਹੈ ਵੀ ਜਾਂ ਕਮੇਟੀ ਮੈਂਬਰ ਸਾਹਿਬਾਨਾਂ ਦੀ ਜਾਂ ਫਿਰ ਕਿਸੇ ਹੋਰ ਸਾਡੇ ਸਤਿਕਾਰਯੋਗ ਵੀਰਾਂ ਦੀ ਨਾਲ ਸੇਵਾ ਲਾਈ ਜਾਵੇ। ਤੇ ਦੂਸਰੀ ਗੱਲ ਹੈ ਜੀ, ਗ੍ਰੰਥੀ ਸਿੰਘਾਂ ਦੀ ਆਰਥਿਕ ਤੌਰ 'ਤੇ ਜਿਹੜੀ ਹਾਲਤ ਹੈ ਉਹ ਬੜੀ ਤਰਸਯੋਗ ਹੈ। ਸਾਡੇ ਸਤਿਕਾਰਯੋਗ ਗ੍ਰੰਥੀ ਵੀਰਾਂ ਨੂੰ ਵੀ ਚਾਹੋ ਆ ਸਾਡੇ ਕੋਲ ਮੋਟਰਸਾਈਕਲ ਹੋਵੇ, ਸਾਡੇ ਕੋਲ ਕਾਰ ਹੋਵੇ, ਸਾਡੇ ਬੱਚੇ ਵੀ ਚੰਗੇ ਸਕੂਲਾਂ ਵਿੱਚ ਪੜ੍ਹਨ, ਅਸੀਂ ਵੀ ਜਿਹੜੀਆਂ ਸੁੱਖ ਸਹੂਲਤਾਂ ਅੱਜ ਦਾ ਇਨਸਾਨ ਮਾਣ ਰਿਹਾ ਉਹਨਾਂ ਨੂੰ ਮਾਣਿਆ ਜਾਵੇ। ਪਰ 2500 ਤੋਂ ਲੈ ਕੇ 3000 3500 ਜਾਂ 4000 ਦੇ ਵਿੱਚ ਇਹ ਸਹੂਲਤਾਂ ਦਾ ਆਨੰਦ ਨਹੀਂ ਮਾਣਿਆ ਜਾ ਸਕਦਾ। ਸੋ ਬੇਨਤੀ ਹੈ ਇਸ ਉੱਤੇ ਵੀ ਆਪ ਜੀ ਸਾਨੂੰ ਸਹਿਯੋਗ ਦੇਵੋਗੇ। ਤੇ ਤੀਸਰੀ ਸਾਡੀ ਬੇਨਤੀ ਹੈ ਜੀ, ਜਿਹੜੇ ਗੁਰੂ ਘਰਾਂ ਦੇ ਵਿੱਚ ਗ੍ਰੰਥੀ ਸੇਵਾਵਾਂ ਨਿਭਾ ਰਹੇ ਹਨ ਉਹਨਾਂ ਦੀਆਂ ਸੇਵਾਵਾਂ ਦੇ ਵਿੱਚ ਵਾਧਾ ਕੀਤਾ ਜਾਵੇ, ਇਸ ਗੱਲ ਨੂੰ ਵੀ ਮੁੱਖ ਲਿਆ ਜਾਵੇ। ਤੇ ਉਦੋਂ ਬਾਅਦ ਚੌਥੇ ਨੰਬਰ 'ਤੇ ਆ ਜੀ ਸ਼੍ਰੀ ਅਖੰਡ ਪਾਠ ਸਾਹਿਬ ਸਹਿਜ ਪਾਠ ਦੀਆਂ ਜਿਹੜੀਆਂ ਭੇਟਾਵਾਂ ਨੇ ਉਹਦੇ ਵਿੱਚ ਇਕਸਾਰਤਾ ਲਿਆਂਦੀ ਜਾਵੇ, ਕਿਉਂਕਿ ਪਿੰਡਾਂ ਦੇ ਸ਼ਹਿਰਾਂ ਦੇ ਜਾਂ ਹੋਰ ਗੁਰੂ ਘਰਾਂ ਦੇ ਜਿਹੜੇ ਰੂਲ ਵੱਖਰੇ ਨੇ, ਕਿਤੇ ਕਿੰਨੀ ਭੇਟ ਹੈ ਅਤੇ ਕਿਤੇ ਕਿੰਨੀ ਭੇਟ ਹੈ। ਅਖੰਡ ਪਾਠ ਸਾਹਿਬ ਦੀ ਅਲੱਗ ਭੇਟ ਹੈ ਅਤੇ ਸਹਿਜ ਪਾਠ ਦੀ ਅਲੱਗ ਭੇਟ ਹੈ। ਸੋ ਆਪ ਜੀ ਨੂੰ ਬੇਨਤੀ ਹੈ ਵੀ ਇਹਦੇ 'ਤੇ ਵੀ ਗੌਰ ਫਰਮਾਈ ਜਾਵੇ। ਉਦੋਂ ਬਾਅਦ ਗੁਰਦੁਆਰਾ ਕਮੇਟੀਆਂ ਵੱਲੋਂ ਕਈ ਵਾਰ ਕੀ ਹੁੰਦਾ, ਬਿਨਾਂ ਵਜ੍ਹਾ ਗ੍ਰੰਥੀਆਂ ਨੂੰ ਰਾਤ ਨੂੰ ਕਹਿ ਦਿੱਤਾ ਜਾਂਦਾ ਕਿ ਬਾਬਾ ਜੀ ਅੱਜ ਤੁਹਾਡੀ ਛੁੱਟੀ, ਆਪਣਾ ਇੰਤਜ਼ਾਮ ਕਰ ਲਿਓ। ਸੋ ਇਹਨਾਂ ਮਾਮਲਿਆਂ ਵੱਲ ਖਾਸ ਧਿਆਨ ਦਿੱਤਾ ਜਾਵੇ। ਮੈਂ ਇੱਥੇ ਹੀ ਨਾਲ ਲੱਗਦੀ ਇੱਕ ਬੇਨਤੀ ਕਰ ਜਾਵਾਂ, ਆਪਾਂ ਨਿਰਾਪੁਰਾ ਕਮੇਟੀਆਂ ਨੂੰ ਕੁਝ ਨਹੀਂ ਕਹਿਣਾ। ਕਈ ਵਾਰ ਉਹ ਤਾੜੀ ਇੱਕ ਹੱਥ ਨਾਲ ਨਹੀਂ ਨਾ ਵੱਜਦੀ। ਸੋ ਗ੍ਰੰਥੀ ਸਾਹਿਬਾਨਾਂ ਨੂੰ ਵੀ ਬੇਨਤੀ ਆ ਵੀ ਆਪ ਜੀ ਚਾਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ, ਚਾਹੇ ਨਗਰਾਂ ਪਿੰਡਾਂ ਦੀਆਂ ਕਮੇਟੀਆਂ ਨੇ, ਉਹਨਾਂ ਦੇ ਨਾਲ ਮਿਲ ਕੇ ਚੱਲਣਾ। ਤੇ ਦੂਜੀ ਬੇਨਤੀ ਆਪ ਜੀ ਨੂੰ ਇਹ ਵੀ ਆ, ਅਸੀਂ ਬਹੁਤ ਸਾਰੇ ਰਾਗੀ ਢਾਡੀ ਪ੍ਰਚਾਰਕ ਗੁਰੂ ਦੀ ਹਜ਼ੂਰੀ ਵਿੱਚ ਖੜ੍ਹ ਕੇ ਕੱਚੀਆਂ ਬਾਤਾਂ, ਕੱਚੀਆਂ ਗੱਲਾਂ ਸਟੇਜਾਂ ਦੇ ਉੱਤੇ ਕਰਦੇ ਹਾਂ। ਸੋ ਆਪ ਜੀ ਦੇਖਦੇ ਹੋ ਜਗ੍ਹਾ ਜਗ੍ਹਾ ਗੁਰੂ ਘਰਾਂ ਦੇ ਵਿੱਚ ਜਿਹੜੀ ਰਹਿਤ ਮਰਿਆਦਾ ਉਹਦੀ ਸਾਨੂੰ ਕਾਪੀ ਆ ਫ੍ਰੀ ਮਿਲਦੀ ਆ, ਘਰਾਂ ਵਿੱਚ ਰੱਖੋ। ਉਹਦੇ ਮੁਤਲਕ ਬੱਚਾ ਜਨਮ ਦਾ 4 ਸੰਸਕਾਰ ਨੇ ਸਾਡੇ, ਉਹਦੇ ਮੁਤਲਕ ਕਰਨੇ ਨੇ। ਚਾਹੇ ਅਖੰਡ ਪਾਠ ਸਾਹਿਬ ਹੈ, ਸੁਖਮਣੀ ਦਾ ਪਾਠ ਹੈ, ਭਾਵੇਂ ਸਹਿਜ ਪਾਠ ਸਾਹਿਬ ਹੈ, ਉਹ ਸਾਰੇ ਜੋ ਉਹਦੇ ਵਿੱਚ ਲਿਖਿਆ ਹੈ, ਆਪ ਜੀ ਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਭਾਵੇਂ ਘੰਟੇ ਦੀ ਇੱਕ ਹਫ਼ਤੇ ਦੇ ਵਿੱਚ ਇੱਕ ਦਿਨ ਮਿਥਲਿਆ ਜਾਵੇ, ਇਹ ਕਲਾਸਾਂ ਲਾ ਲਈਆਂ ਜਾਣ। ਵੱਧ ਤੋਂ ਵੱਧ ਬੱਚਿਆਂ ਨੂੰ, ਭੈਣਾਂ ਭਰਾਵਾਂ ਨੂੰ ਇਸ ਗੱਲ ਨੂੰ ਸੁਚੇਤ ਕੀਤਾ ਜਾਵੇ। ਜੋ ਅਕਾਲ ਤਖਤ ਸਾਹਿਬ ਹੈ, ਮੈਂ ਬੇਨਤੀ ਕੀਤੀ ਆ ਅਕਾਲੀ ਫੂਲਾ ਸਿੰਘ ਦੀ ਤੁਹਾਨੂੰ ਉਦਾਹਰਨ ਦੇ ਕੇ, ਇਹ ਉੱਥੋਂ ਪੰਥ ਪ੍ਰਮਾਣਿਤ ਹੈ, ਇਹਦੇ 'ਤੇ ਆਪਾਂ ਨੇ ਪੂਰਾ ਧਿਆਨ ਆਪ ਦੇਣਾ ਹੈ। ਸੋ ਆਪਾਂ ਵੀ ਗਲਤੀ ਨਹੀਂ ਕਰਨੀ, ਇਹ ਨਹੀਂ ਵੀ ਆਪਾਂ ਗਲਤੀ ਕਰੀਏ ਤੇ ਨਿਰਾਪੁਰਾ ਕਮੇਟੀਆਂ ਦਾ ਕਸੂਰ ਕੱਢਣਾ, ਇਹ ਵੀ ਨਹੀਂ। ਤਾਂ ਜਥੇਦਾਰ ਸਾਹਿਬ ਨੂੰ ਇਹ ਵੀ ਬੇਨਤੀ ਕਰਾਂਗਾ, ਮੰਨ ਲਓ ਕੋਈ ਇਦਾਂ ਦਾ ਰੌਲਾ ਪੈਂਦਾ, ਅਸੀਂ ਨਹੀਂ ਕਹਿਣਾ ਆਪ ਜੀ ਗ੍ਰੰਥੀ ਸਾਹਿਬਾਨਾਂ ਦੇ ਪੱਖ ਵਿੱਚ ਖੜੋ, ਆਪ ਜੀ ਪੂਰੀ ਪੜਤਾਲ ਕਰੋ। ਜੇ ਕੋਈ ਕਮੇਟੀ ਦੀ ਗਲਤੀ ਆ ਤਾਂ ਆਪ ਉਸ ਦੇ ਵਿਰੁੱਧ ਕਾਰਵਾਈ ਕਰੋ। ਜੇ ਗ੍ਰੰਥੀ ਗਲਤ ਹੈ ਜਾਂ ਕੋਈ ਪ੍ਰਚਾਰਕ ਗਲਤ ਹੈ ਤਾਂ ਆਪ ਉਸ ਦੇ ਵਿਰੁੱਧ ਵੀ ਕਾਰਵਾਈ ਕਰ ਸਕਦੇ ਹੋ। ਸ਼੍ਰੋਮਣੀ ਕਮੇਟੀ ਦੇ ਵਿਦਿਅਕ ਅਦਾਰਿਆਂ ਵਿੱਚ ਗ੍ਰੰਥੀ ਸਿੰਘਾਂ ਦੇ ਬੱਚਿਆਂ ਦੀ ਪੜ੍ਹਾਈ ਬੇਨਤੀ ਆ ਮੁਫਤ ਹੋਣੀ ਚਾਹੀਦੀ। 3000 3500 'ਚ ਬੱਚੇ ਨਹੀਂ ਪੜ੍ਹ ਸਕਦੇ, ਕਿਉਂਕਿ ਜਦੋਂ ਬੱਚਾ ਘਰੋਂ ਜਾਂਦਾ ਉਹਦਾ ਆਪਣਾ 100-150 ਦਾ ਖਰਚਾ ਵਿੱਚੇ ਪੈਟਰੋਲ ਦਾ, ਕੱਪੜਿਆਂ ਦਾ ਜਾਂ ਮੋਬਾਈਲ ਫੋਨ ਦਾ ਲੱਗ ਕੇ। ਸੋ ਜਿੱਥੋਂ ਤੱਕ ਹੋ ਸਕੇ ਕਿਰਪਾ ਕਰਿਓ ਵੀ ਇਹ ਪੜ੍ਹਾਈ ਹੈ ਜਿਹੜੀ ਮੁਫਤ ਹੋ ਜਾਵੇ, ਜਾਂ ਫਿਰ ਘੱਟ ਤੋਂ ਘੱਟ ਫੀਸਾਂ ਉਹਨਾਂ ਦੇ ਲਈ ਮੁਹੱਈਆ ਕਰਵਾਈਆਂ ਜਾਣ। ਗ੍ਰੰਥੀ ਸਿੰਘਾਂ ਨਾਲ ਕਿਸੇ ਤਰ੍ਹਾਂ ਦੀ ਕੋਈ ਅਣਸੁਖਾਵੀ ਘਟਨਾ ਵਾਪਰਦੀ ਆ, ਅਚਾਨਕ ਕੋਈ ਡੈਥ ਕੇਸ ਬਣ ਜਾਂਦਾ, ਕੋਈ ਐਕਸੀਡੈਂਟ ਹੋ ਗਿਆ, ਤਾਂ ਉਹ ਇੱਕਦਮ ਘਰ ਬਹਿ ਜਾਂਦਾ। ਬਹੁਤ ਸਾਰੇ ਐਸੇ ਹਨ ਦਾਸ ਦੀ ਨਿਗਾਹ ਦੇ ਵਿੱਚ, ਘਰ ਦਾ ਵੀ ਬੁਰਾ ਹਾਲ ਆ। ਸੋ ਇੱਧਰ ਵੀ ਆਪ ਜੀ ਨੂੰ ਬੇਨਤੀ ਕੀਤੀ ਜਾਂਦੀ ਆ ਜਿੰਨੀ ਵੀ, ਕਿਉਂਕਿ ਉਹਨਾਂ ਦੇ ਕਈਆਂ ਦੇ ਧੀਆਂ ਪੁੱਤਰ ਵਿਆਹੁਣ ਵਾਲੇ ਹੁੰਦੇ ਹਨ। ਸੋ ਕਿਸੇ ਪਾਸੇ ਦਾ ਨਹੀਂ ਗ੍ਰੰਥੀ ਰਹਿੰਦਾ, ਇਸ ਵੱਲ ਵੀ ਧਿਆਨ ਦਿੱਤਾ ਜਾਵੇ ਕਿ ਉਹਨਾਂ ਦੀ ਮਾਲੀ ਮਦਦ ਕਿਸੇ ਵੀ ਤਰੀਕੇ ਨਾਲ ਕੀਤੀ ਜਾਂ ਕਰਵਾਈ ਜਾਵੇ। ਜਿਹੜੇ ਗ੍ਰੰਥੀ ਸਾਹਿਬਾਨਾਂ ਵੱਲੋਂ ਸਾਰੀ ਉਮਰ ਪਾਠੀ ਸਿੰਘਾਂ ਦੀ ਸੇਵਾ ਨਿਭਾਈ ਹੈ, ਹੁਣ ਉਹ ਕਿਸੇ ਨਾ ਕਿਸੇ ਕਾਰਨ ਕਰਕੇ ਕੋਈ ਅਪੰਗਤਾ ਵੀ ਬਹੁਤ ਸਾਰੇ ਨੇ। ਅਸੀਂ ਦੇਖਿਆ ਜਦੋਂ ਹੁਣ ਸਾਨੂੰ ਆਸੇ-ਪਾਸਿਓਂ ਪ੍ਰਦੇਸ਼ਾਂ ਵਿੱਚੋਂ ਵੀ ਰਾਸ਼ਨ ਦੀ ਸੇਵਾ ਸਾਡੀ ਲਾਈ ਗਈ, ਸਿੰਘ ਸਾਹਿਬ ਆਹ ਰਾਸ਼ਨ ਭੇਜਿਆ, ਜਿਨ੍ਹਾਂ ਨੂੰ ਤੁਸੀਂ ਲੋੜਵੰਦ ਸਮਝਦੇ ਨੂੰ ਦਿੱਤਾ ਜਾਵੇ। ਕਈਆਂ ਨੂੰ ਅਧਰੰਗ ਹੋਇਆ, ਕਈਆਂ ਦੀ ਨਿਗਾਹ ਹੈ ਨਹੀਂ, ਕਈਆਂ ਦੀਆਂ ਲੱਤਾਂ ਕੱਟੀਆਂ ਹੋਈਆਂ ਨੇ ਤੇ ਕਈਆਂ ਦੀਆਂ ਲੱਤਾਂ ਟੁੱਟੀਆਂ ਹੋਈਆਂ, ਉਹ ਕੁਝ ਵੀ ਨਹੀਂ ਕਰ ਸਕਦੇ। ਸੋ ਉਹਨਾਂ ਵੱਲ ਵੀ ਜ਼ਰੂਰ ਧਿਆਨ ਦਿੱਤਾ ਜਾਵੇ। ਸੋ ਗੁਰੂ ਘਰਾਂ ਦੇ ਵਿੱਚ ਖਾਸ ਕਰਕੇ ਜੋ ਗ੍ਰੰਥੀ ਸਾਹਿਬਾਨ, ਕਈ ਤਾਂ ਇੰਜ ਨੇ ਵੀ ਜੋ ਨੇੜੇ ਡਿਊਟੀ ਕਰਦੇ ਨੇ ਆਪਣੇ ਘਰ ਚਲੇ ਜਾਂਦੇ ਨੇ, ਜਿਹੜੇ ਦੂਰੋਂ ਆ ਕੇ ਦੂਰ ਗ੍ਰੰਥੀ ਸਾਹਿਬਾਨ ਲੱਗੇ ਹੋਏ ਨੇ, ਉਹਨਾਂ ਦੀ ਜਿਹੜੀ ਰਿਹਾਇਸ਼ ਹੈ ਉਹਦਾ ਉਚੇਚਾ ਪ੍ਰਬੰਧ ਕੀਤਾ ਜਾਵੇ। ਇਹ ਸਨ ਸਾਡੀਆਂ ਕੁਝ ਮੰਗਾਂ ਤੇ ਬੇਨਤੀਆਂ ਜਿਹੜੀਆਂ ਗ੍ਰੰਥੀ ਸਿੰਘਾਂ ਦੇ ਮੁਤਲਕ ਨੇ। ਤੇ ਦਾਸ ਦਾ ਵੈਸੇ ਢਾਡੀ ਜਥਾ ਜੀ ਗਿਆਨੀ ਅਵਤਾਰ ਸਿੰਘ ਆਲਮ ਕਈ ਵਾਰ ਕੈਨੇਡਾ, ਅਮਰੀਕਾ, ਇੰਗਲੈਂਡ ਜਾਣ ਦਾ ਮੌਕਾ ਮਿਲਿਆ, ਟੈਸਟਾਂ ਵੀ ਚੱਲਦੀਆਂ ਨੇ। ਹੁਣ ਕੁਝ ਸਾਡੀਆਂ ਦਾਸ ਦੀਆਂ 3-4 ਕਿਤਾਬਾਂ ਵੀ ਆ ਰਹੀਆਂ, ਕੁਝ ਪ੍ਰਸੰਗਾਂ ਦੀਆਂ ਤੇ ਕੁਝ ਘਰੇਲੂ ਖਰਚੇ ਨੂੰ, ਸੰਜਮ ਨੂੰ, ਹੋਰ ਸਾਡੇ ਰਿਸ਼ਤਿਆਂ ਨੂੰ ਲੈ ਕੇ ਉਹ ਆ ਰਹੀਆਂ ਨੇ। ਤੇ ਮੈਂ ਇਹ ਵੀ ਬੇਨਤੀ ਕਰਨੀ ਚਾਹਾਂਗਾ ਵੀ ਜਿਹੜੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਆਪਣੇ ਆਪ ਨੂੰ ਢਾਡੀ ਦੱਸਿਆ, ਹਾਓ ਢਾਡੀ ਹਰ ਪ੍ਰਭ ਖਸਮ ਕਾ, ਤੇ 6ਵੇਂ ਪਾਤਸ਼ਾਹ ਮਹਾਰਾਜ ਜੀ ਨੇ ਢਾਡੀਆਂ ਨੂੰ ਬੜਾ ਸਤਿਕਾਰ ਦਿੱਤਾ। ਸੋ ਇੱਥੇ ਵੀ ਅਸੀਂ ਵੀ ਆ ਕੇ ਸੇਵਾ ਕਰਦੇ ਹਾਂ, ਹੋਰ ਜਿੱਥੇ ਵੀ ਸਾਨੂੰ ਬੁਲਾਇਆ ਜਾਂਦਾ ਜਾ ਕੇ ਸੇਵਾ ਕਰਦੇ ਹਾਂ। ਉੱਥੇ ਵੀ ਅਸੀਂ ਕਈ ਵਾਰ ਦੇਖਦੇ ਹਾਂ ਗੁਰੂ ਘਰਾਂ ਦੇ ਵਿੱਚ
ਜੋ ਰਾਗੀ ਢਾਡੀ ਪ੍ਰਚਾਰਕ ਜਾਂਦੇ ਨੇ ਉਹਨਾਂ ਦੇ ਉੱਥੇ ਟਾਈਮ ਤੋਂ ਜਾ ਕੇ, ਜਦੋਂ ਟਾਈਮ ਤੋਂ ਪਹਿਲਾਂ ਬੈਠਣਾ ਹੁੰਦਾ, ਥੋੜ੍ਹਾ ਸਮਾਂ ਜਾ ਕੇ ਸਾਜ਼ ਸੈੱਟ ਕਰਨੇ ਨੇ, ਕੁਝ ਵੀ ਕਰਨਾ, ਪਲੈਨਿੰਗ ਕਰਨੀ ਆ, ਉਹਨਾਂ ਦੇ ਬੈਠਣ ਲਈ ਕਈ ਜਗ੍ਹਾ ਇੱਦਾਂ ਦੀਆਂ ਨੇ ਵੀ ਉਹਨਾਂ ਨੂੰ ਠੀਕ ਢੰਗ ਦੀ ਰਿਹਾਇਸ਼ ਨਹੀਂ ਹੈਗੀ। ਸੋ ਸਾਡੀ ਇਹ ਨਿਮਰਤਾ ਸਹਿਤ ਬੇਨਤੀ ਆ ਵੀ ਜਦੋਂ ਕਿਤੇ ਆਪਣੇ ਐਤਵਾਰ ਦਾ ਦੀਵਾਨ ਸਜਦਾ ਹੈ ਜਾਂ ਫਿਰ ਕਿਤੇ ਸੰਗਰਾਂਦ, ਪੂਰਨਮਾਸੀ ਮੱਸਿਆ ਜੋ ਵੀ ਭਰਦੀ ਆ, ਰਾਗੀ ਢਾਡੀ ਸਾਹਿਬਾਨ ਆਉਂਦੇ ਨੇ, ਉਹਨਾਂ ਲਈ ਵਿਸ਼ੇਸ਼ ਤੌਰ 'ਤੇ ਕੋਈ 1 4 5 ਕੁਰਸੀਆਂ ਵਾਲਾ ਜਾਂ ਮੇਜ਼ ਵਾਲਾ ਜੋ ਵੀ ਹੈ, ਉਹ ਇੱਕ ਕਮਰਾ ਆਪ ਜੀਆਂ ਨੂੰ ਬੇਨਤੀ ਆ ਕਿ ਜ਼ਰੂਰ ਕੀਤਾ ਜਾਵੇ ਤਾਂ ਕਿ ਉਹ ਸਹੀ ਤਰੀਕੇ ਨਾਲ ਬੈਠ ਸਕਣ। ਉਹਨਾਂ ਦੇ ਚਾਹ ਪਾਣੀ ਦਾ ਵੀ ਪ੍ਰਬੰਧ ਕੀਤਾ ਜਾਵੇ। ਸੋ ਮੈਂ ਬੇਨਤੀ ਸ਼ੁਰੂ 'ਚ ਇਹ ਕੀਤੀ ਸੀ ਵੀ ਜੇ ਵਿਸਤਾਰ ਪੂਰਵਕ ਜਾਈਏ ਤਾਂ ਬਾਹਲਾ ਸਮਾਂ ਲੱਗ ਸਕਦਾ, ਪਰ ਆਪਾਂ ਨੇ ਅੱਜ ਵਿਚਾਰਾਂ ਆਪਣੀਆਂ ਨਹੀਂ ਕਰਨੀਆਂ, ਉਹ ਕਦੇ ਆਪਾਂ ਫੇਰ ਬਾਅਦ ਵਿੱਚ ਆਪਾਂ ਕਰਾਂਗੇ। ਸਾਰੇ ਸਿੰਘਾਂ ਨੂੰ ਬੇਨਤੀ ਆ। ਸੋ ਹੁਣ ਆਪਾਂ ਨੇ ਜਿਹੜੀ ਵਿਚਾਰ ਸੁਣਨੀ ਆ ਜਾਂ ਆਪਣਾ ਜੋ ਵੀ ਇਹਨਾਂ ਨੂੰ ਦੱਸਿਆ ਉਹ ਬਹੁਤ ਹੀ ਸਤਿਕਾਰਯੋਗ ਜਥੇਦਾਰ ਸਾਹਿਬ ਨੇ ਬੜੇ ਧਿਆਨ ਦੇ ਨਾਲ ਸੁਣਿਆ। ਸੋ ਅਸੀਂ ਪੂਰੀ ਆਸ ਤੇ ਉਮੀਦ ਰੱਖਦੇ ਹਾਂ ਵੀ ਇਹਨਾਂ ਗੱਲਾਂ ਦੇ ਉੱਤੇ ਪੂਰੀ ਗੌਰ ਫਰਮਾਉਣਗੇ ਅਤੇ ਸਾਨੂੰ ਜੋ ਅਸੀਂ ਮੰਗਿਆ ਉਹ ਸਹਿਯੋਗ ਦੇਣਗੇ। ਇੱਕ ਵਾਰ ਫੇਰ ਦਾਸ ਵੱਲੋਂ ਜਥੇਦਾਰ ਸਾਹਿਬ ਦਾ, ਉਹਨਾਂ ਦੇ ਨਾਲ ਸਾਡੇ ਸਤਿਕਾਰਯੋਗ ਰਵਿੰਦਰ ਸਿੰਘ ਜੀ ਖਾਲਸਾ, ਆਪਣੀ ਮਿਸਾਲ ਆਪ ਨੇ। ਅਸੀਂ ਨਿੱਕੇ ਨਿੱਕੇ ਹੁੰਦੇ ਸੀ, ਇਹਨਾਂ ਦਾ ਨਗਰ ਖਨਿਆਣ ਹੈ, ਅਸੀਂ ਆਪਣੇ ਪਿਤਾ ਜੀ ਨਾਲ ਸੇਵਾ ਕਰਦੇ ਸੀ। ਮੈਂ ਨਹੀਂ ਇਹਨਾਂ ਨੂੰ ਕਦੇ ਦੇਖਿਆ ਵੀ ਇਹਨਾਂ ਨੇ ਨੀਵੀਂ ਚੱਕ ਕੇ ਕਿਸੇ ਵੱਲ ਦੇਖਿਆ ਹੋਵੇ, ਬਸ ਸੇਵਾ ਹੀ ਕਰੀ ਜਾਣੀ ਹੈ। ਜੋੜਿਆਂ ਦੀ ਹੋਵੇ, ਬਰਤਨਾਂ ਦੀ ਹੋਵੇ, ਉਹ ਫਰਸ਼ ਦੀ ਹੋਵੇ, ਸਫਾਈ ਦੀ ਹੋਵੇ, ਉਹ ਸੇਵਾ ਨੂੰ ਫਲ ਲੱਗਦਾ। ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ। ਉਹ ਵਡਿਆਈਆਂ ਗੁਰੂ ਮਹਾਰਾਜ ਜੀ ਨੇ ਸਾਹਿਬ ਹੱਥ ਵਡਿਆਈਆਂ ਜੈ ਭਾਵੇ ਤਾਂ ਦੇ ਇਹਨਾਂ ਨੂੰ ਦਿੱਤੀਆਂ। ਇਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ। ਅਤੇ ਉਦੋਂ ਇਲਾਵਾ ਸਾਡੇ ਆਪਣੇ 1 ਕਿਲੋਮੀਟਰ 'ਤੇ ਨਗਰ ਅਵਤਾਰ ਸਿੰਘ ਜੀ ਰਿਹਾ, ਉਹਨਾਂ ਦਾ, ਇਹਨਾਂ ਦਾ ਬੜਾ ਯੋਗਦਾਨ ਆ। ਮੀਟਿੰਗ ਦੇ ਵਿੱਚ ਵੀ ਇਹਨਾਂ ਨੇ ਬੜਾ ਮੂਹਰੇ ਚੜ੍ਹ ਕੇ ਵੱਧ ਚੜ੍ਹ ਕੇ ਹਿੱਸਾ ਲਿਆ। ਇਹਨਾਂ ਦਾ ਵੀ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਇਹਨਾਂ ਨੇ ਸਾਨੂੰ ਪੂਰਾ ਸਹਿਯੋਗ ਦਿਵਾਇਆ ਵੀ ਤੁਸੀਂ ਖਾਲਸਾ ਜੀ ਘਬਰਾਓ ਨਾ, ਅਸੀਂ ਤੁਹਾਡਾ ਵੈਲਕਮ ਕਰਦੇ ਹਾਂ, ਤੁਸੀਂ ਸੰਸਥਾ ਜ਼ਰੂਰ ਬਣਾਓ, ਜੋ ਵੀ ਸ਼੍ਰੋਮਣੀ ਕਮੇਟੀ ਵੱਲੋਂ ਤੁਹਾਡੀ ਮਦਦ ਹੋਵੇਗੀ ਅਸੀਂ ਰਲ ਮਿਲ ਕੇ ਕਰਵਾਵਾਂਗੇ। ਸੋ ਇਹਨਾਂ ਦਾ ਬਹੁਤ ਧੰਨਵਾਦ। ਮੀਡੀਆ ਵਾਲੇ ਵੀਰ ਸਾਡੇ ਆਏ ਨੇ, ਗੁਰਸਾਹਿਬ TV ਤੋਂ ਸਿੰਘ ਸਾਹਿਬਾਨ ਪੂਰੇ ਚੜ੍ਹਦੀ ਕਲਾ ਵਾਲੇ ਨੇ, ਇਹਨਾਂ ਦਾ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜਿਹੜੀ ਇਹ ਸਾਰੀ ਰਿਕਾਰਡਿੰਗ ਕਰ ਰਹੇ ਨੇ। ਅਤੇ ਉਦੋਂ ਇਲਾਵਾ ਅਰਦਾਸ TV ਪੰਜਾਬੀ ਚੈਨਲ, ਇਹ ਵੀ ਆਪਣੀ ਮਿਸਾਲ ਆਪ ਨੇ, ਕਿਉਂਕਿ ਰਾਗੀ ਢਾਡੀਆਂ ਦੀਆਂ ਅੱਜ ਤੱਕ ਤੁਸੀਂ ਦੇਖਿਆ ਕਿਸੇ ਨੇ ਜਾ ਕੇ ਇੰਟਰਵਿਊਆਂ ਨਹੀਂ ਲਈਆਂ, ਪਰ ਇਹ ਆਪਣੀ ਗੱਡੀ ਦੇ ਵਿੱਚ ਖਰਚਾ ਕਰਕੇ ਭਾਵੇਂ 100 ਕਿਲੋਮੀਟਰ ਭਾਵੇਂ 150 ਕਿਲੋਮੀਟਰ ਜਾ ਕੇ ਗ੍ਰੰਥੀ ਰਾਗੀ ਢਾਡੀ ਪ੍ਰਚਾਰਕਾਂ ਦੀਆਂ ਇੰਟਰਵਿਊਆਂ ਤੁਹਾਡੇ ਇਹ ਲੈ ਰਹੇ ਨੇ। ਤੁਸੀਂ ਅਰਦਾਸ TV ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਸਕਦੇ ਹੋ। ਸੋ ਭਾਈ ਸਾਹਿਬ, ਭਾਈ ਹਰਜੀਤ ਸਿੰਘ ਰੱਤੂ ਇਸ ਤੋਂ ਪਹੁੰਚੇ ਨੇ, ਇਹਨਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਜਾਂਦਾ। ਹੁਣ ਮੈਂ ਸਾਡੇ ਸਤਿਕਾਰਯੋਗ ਸਰਦਾਰ ਰਵਿੰਦਰ, ਹਾਂਜੀ, ਸੋ ਜਿਹੜੀ ਅੱਜ ਸਾਡੀ ਇਹ ਕਮੇਟੀ ਸੰਗਠਨ ਕੀਤੀ ਗਈ ਆ ਜਾਂ ਸੰਸਥਾ ਬਣਾਈ ਗਈ ਆ, ਜਿਹੜੇ ਅਹੁਦੇਦਾਰ, ਕਿਉਂਕਿ ਜਦੋਂ ਇਹਦੀ ਚੋਣ ਹੁੰਦੀ ਸੀ ਕਿਸੇ ਨੇ ਇਹ ਨਹੀਂ ਕਿਹਾ ਮੈਂ ਪ੍ਰਧਾਨ ਹੈ ਜਾਂ 4 ਬੰਦੇ ਇਕੱਠੇ ਹੋ ਗਏ ਆਪਣੇ ਆਪ ਨੂੰ ਪ੍ਰਧਾਨ ਲਈ ਚੁਣ ਲਿਆ। ਮੈਂ ਬੇਨਤੀ ਕੀਤੀਆਂ ਨੇ ਵੀ ਪਹਿਲਾਂ ਕਿਤੇ ਨਵਾਬੀਆਂ ਨੂੰ ਠੁੱਡੇ ਵੱਜਦੇ ਸੀ, ਅੱਜ ਅਸੀਂ ਇਹਨਾਂ ਚੀਜ਼ਾਂ ਦੇ ਮਗਰ ਪੈ ਰਹੇ ਹਾਂ। ਪਰ ਅਸੀਂ ਸਾਰਿਆਂ ਨੂੰ ਬੇਨਤੀ ਕੀਤੀ ਭਾਈ ਸਾਹਿਬ ਪ੍ਰਧਾਨ ਤੁਸੀਂ ਬਣੋ, ਖਜ਼ਾਨਚੀ ਤੁਸੀਂ ਬਣੋ, ਪਰ ਨਹੀਂ, ਕਿਸੇ ਨੇ ਵੀ ਨਹੀਂ ਆਖਿਆ ਕਿ ਮੈਨੂੰ ਸਰਪ੍ਰਸਤ ਲਾਓ, ਮੈਨੂੰ ਪ੍ਰਧਾਨ ਬਣਾਓ, ਮੈਨੂੰ ਖਜ਼ਾਨਚੀ ਜਾਂ ਜਨਰਲ ਸਕੱਤਰ ਜਾਂ ਸਟੇਟ ਸਕੱਤਰ ਬਣਾਓ। ਇਹ ਸਾਰੀ ਜਿਹੜੀ ਸੰਸਥਾ ਚੁਣੀ ਗਈ ਆ ਸਰਬਸੰਮਤੀ ਦੇ ਨਾਲ ਚੁਣੀ ਗਈ ਆ। ਇਹਦੇ ਵਿੱਚ ਇੱਕ ਵੀ ਨੁਮਾਇੰਦਾ ਇੱਦਾਂ ਦਾ ਨਹੀਂ ਹੈ ਜਿਹਨੇ ਕਿਹਾ ਹੋਵੇ ਭਾਈ ਸਾਹਿਬ ਮੇਰਾ ਬੜਾ ਯੋਗਦਾਨ ਆ, ਮੇਰਾ ਵੀ ਨਾਂ ਲਿਖਿਆ ਜਾਵੇ। ਇਸੇ ਮੈਂ ਇਸ ਸ਼ਹੀਦ ਭਾਈ ਮਨੀ ਸਿੰਘ ਜੀ ਗੁਰਮਤਿ ਗ੍ਰੰਥੀ ਸਭਾ ਅਤੇ ਰਾਗੀ ਢਾਡੀ ਪ੍ਰਚਾਰਕ ਸਭਾ ਦਾ ਸਮੂਹ ਮੈਂਬਰਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਆਪ ਬੀੜਾ ਚੁੱਕਿਆ। ਸੋ ਮੈਂ ਜਥੇਦਾਰ ਸਾਹਿਬ ਕੋਲ ਇਹ ਵੀ ਬੇਨਤੀ ਪਹੁੰਚਾਉਣੀ 1 ਮਿੰਟ ਦੀ ਵੀ ਜਿਹੜੀ ਇਹ ਸੰਸਥਾ ਨੇ ਮੁੱਦੇ ਚੁੱਕੇ ਨੇ, ਅਸੀਂ 100 ਰੁਪਈਆ ਕੇਵਲ ਇੱਕ ਸਿੰਘ ਨੂੰ ਲਾਇਆ ਜਿਹੜਾ ਮਹੀਨੇ ਬਾਅਦ ਲਵਾਂਗੇ। ਅਸੀਂ 200 ਜਾਂ 150 ਜਾਂ 250 300 ਨਹੀਂ, ਕੇਵਲ 100 ਰੁਪਈਆ। ਮੰਨ ਲਓ ਸਾਡੇ ਕੋਲ 500 ਸਿੰਘ ਹੋ ਜਾਂਦਾ ਤਾਂ ਸਾਨੂੰ ਮਹੀਨੇ ਦਾ 50,000 ਰੁਪਈਆ ਹੋਵੇਗਾ। ਉਹਦੇ ਵਿੱਚੋਂ ਕਿਸੇ ਸਿੰਘ ਦੀ ਲੜਕੀ ਦਾ ਵਿਆਹ ਹੈ, ਉਹ ਅਸੀਂ ਸਲਾਹ ਕਰਾਂਗੇ ਵੀ 11,000 ਦੇਣਾ, 15 ਦੇਣਾ ਜਾਂ 21 ਦੇਣਾ ਹੈ। ਕੋਈ ਗ੍ਰੰਥੀ ਸਿੰਘ ਦੀ ਡੈਥ ਕੇਸ ਹੈ, ਉਹਦੇ ਵਿੱਚ ਅਸੀਂ ਭੋਗ ਦਾ ਖਰਚਾ ਕਰਨ ਦੇ ਲਈ ਤਤਪਰ ਹਾਂ। ਉਦੋਂ ਇਲਾਵਾ ਕਿਸੇ ਗ੍ਰੰਥੀ ਸਿੰਘ ਦੀ ਬੱਚੇ ਦੀ ਫੀਸ ਆ, ਭਾਵੇਂ ਅਸੀਂ ਤੁਹਾਨੂੰ ਵੀ ਬੇਨਤੀ ਕਰ ਚੁੱਕੇ ਹਾਂ ਵੀ ਉਹ ਮਾਫੀ ਹੋਣੀ ਚਾਹੀਦੀ ਹੈ ਜਾਂ ਘੱਟ ਤੋਂ ਘੱਟ ਉਹਦੇ ਵਿੱਚ ਵੀ ਅਸੀਂ ਪੂਰਾ ਯੋਗਦਾਨ ਪਾਵਾਂਗੇ। ਕਿਸੇ ਬੱਚੇ ਬੱਚੀ ਨੂੰ ਵਰਦੀ ਦੀ ਲੋੜ ਆ, ਕਿਸੇ ਬੱਚੇ ਬੱਚੀ ਨੂੰ ਕਿਤਾਬ ਦੀ ਲੋੜ ਆ, ਕਈਆਂ ਦੀ ਨਿਗਾਹ ਘਟ ਗਈ ਜਾਂ ਅੰਗ ਖਰਾਬ ਹੋ ਗਿਆ, ਘਰ ਬਹਿ ਗਏ, ਇਸ 100 ਰੁਪਈਏ ਦੇ ਵਿੱਚੋਂ ਅਸੀਂ ਉਹਨਾਂ ਨੂੰ ਮਹੀਨੇਵਾਰੀ ਰਾਸ਼ਨ ਵੀ ਪਹੁੰਚਾਇਆ ਕਰਾਂਗੇ। ਅਤੇ ਉਦੋਂ ਇਲਾਵਾ ਇਹ ਕੋਈ ਜ਼ਰੂਰੀ ਨਹੀਂ ਹੈ ਸੰਸਥਾ ਦੇ ਵਿੱਚ ਕਿ ਜਿਹੜਾ ਮੈਂਬਰ ਜੁੜੂਗਾ ਉਹਦੀ ਉਹ ਮਦਦ ਕਰਨੀ ਆ। ਕੱਥੂ ਨੰਗਲ ਤੋਂ ਸਾਡੇ ਕੋਲ ਇੱਕ ਵੀਡੀਓ ਆਈ ਆ, ਉਹ ਭਾਈ ਸਾਹਿਬ ਜਿਹੜੇ ਗ੍ਰੰਥੀ ਸਾਹਿਬਾਨ ਨੇ, ਬੜੀ ਹਾਲਤ ਉਹਨਾਂ ਦੀ ਮਾੜੀ ਆ। ਸੋ ਮੈਂ ਇੱਥੇ ਹੀ ਆ TV ਦੇ ਮਾਧਿਅਮ ਜਰੀਏ ਰਾਹੀਂ ਕਹਿਣਾ ਚਾਹੁੰਦਾ ਵੀ ਸਾਡੀ ਸੰਸਥਾ ਨੇ ਉਹਨਾਂ ਦੇ ਲਈ 3125 ਰੁਪਏ ਜਿਹੜੇ ਇਹ ਫੈਸਲਾ ਲਿਆ ਵੀ ਉਸ ਗ੍ਰੰਥੀ ਸਾਹਿਬਾਨ ਦੀ ਆਪਾਂ
ਮਦਦ ਕੀਤੀ ਜਾਵੇਗੀ। ਸੋ ਇਹ ਸਾਡੇ ਮੁੱਦੇ ਨੇ। ਸੋ ਅਸੀਂ ਆਸ ਕਰਦੇ ਹਾਂ ਸੋ ਆਪ ਜੀ ਸਾਡੇ ਨਾਲ ਮੋਢਾ ਜੋੜ ਕੇ ਇਹਨਾਂ ਮੁੱਦਿਆਂ ਦੇ ਉੱਤੇ ਗੌਰ ਫਰਮਾਓਗੇ ਜੀ। ਸੋ ਹੁਣ ਜੋ ਇਹ ਕਮੇਟੀ ਸੰਗਠਨ ਕੀਤੀ ਗਈ ਆ, ਸੰਸਥਾ ਬਣਾਈ ਗਈ ਆ, ਉਹਦੇ ਜੋ ਵੀ ਮੁੱਖ ਅਹੁਦੇਦਾਰ ਹਨ ਉਹ ਅਸੀਂ ਦੱਸਣ ਵਾਸਤੇ ਜਾ ਰਹੇ ਹਾਂ। ਸਭ ਤੋਂ ਪਹਿਲੀ ਬੇਨਤੀ ਜਥੇਦਾਰ ਸਾਹਿਬ ਦੇ ਚਰਨਾਂ 'ਚ ਵੀ ਜਿਹੜੇ ਗ੍ਰੰਥੀ ਸਾਹਿਬਾਨਾਂ ਦੇ ਕਮੇਟੀਆਂ ਦੇ ਕੋਈ ਬੇਅਦਬੀ ਦਾ ਜਾਂ ਕੋਈ ਵੱਡਾ ਰੌਲਾ ਹੈ, ਉਹਦੀ ਸਰਪ੍ਰਸਤੀ ਅਸੀਂ ਜਥੇਦਾਰ ਸਾਹਿਬ ਨੂੰ ਦੇਣ ਵਾਸਤੇ ਜਾ ਰਹੇ ਹਾਂ। ਵੀ ਜੀ ਖਾਲਸਾ ਜਿਨ੍ਹਾਂ ਦੇ ਬਾਬਤ ਮੇਰੇ ਕੋਲ ਸ਼ਬਦ ਨਹੀਂ, ਮੈਂ ਜੋ ਕਹਿ ਸਕਾਂ ਜਿੰਨਾ ਕੁ ਮੈਂ ਬੋਲ ਸਕਦਾ ਸੀ ਕਹਿ ਚੁੱਕਿਆ। ਤੇ ਜਿਹੜੀ ਮੁੱਖ ਸੇਵਾਦਾਰ ਦੀ ਡਿਊਟੀ ਲਾਈ ਗਈ ਆ ਉਹ ਦਾਸ ਗਿਆਨੀ ਅਵਤਾਰ ਸਿੰਘ ਆਲਮ ਦੀ ਲਾਈ ਗਈ ਆ। ਐਜ ਏ ਪ੍ਰਧਾਨ ਵਜੋਂ ਸੁਖਵਿੰਦਰ ਸਿੰਘ ਜੀ ਬਰਵਾਲੀ ਕਲਾਂ ਤੋਂ ਸਾਡੇ ਵੀਰ ਜੀ ਸੀਨੀਅਰ ਮੀਤ ਪ੍ਰਧਾਨ ਨੇ, ਉਹ ਲਾਏ ਗਏ ਨੇ ਸਾਡੇ ਵਿੱਚੇ ਨੇ। ਮੈਂ ਬੇਨਤੀ ਕਰਾਂਗਾ ਵੀ ਆਪਣਾ ਡੇਢ ਕੁ ਮਿੰਟ ਹੋਰ ਲੱਗਣਾ, ਨਾਲ ਦੀ ਨਾਲ ਉੱਠ ਖੜਿਓ ਤਾਂ ਕਿ ਆਪਾਂ ਨੂੰ ਸਾਰੇ ਸਿੰਘ ਦੇਖ ਸਕਣ। ਸੋ ਮੈਂ ਸੁਖਵਿੰਦਰ ਸਿੰਘ ਜੀ ਨੂੰ ਬੇਨਤੀ ਕਰਾਂਗਾ ਉਹ ਉੱਠ ਕੇ ਆਪਣੀ ਹਾਜ਼ਰੀ ਲਵਾਉਣ ਜੀ। ਇਹ ਸਾਡੇ ਸੀਨੀਅਰ ਮੀਤ ਪ੍ਰਧਾਨ ਨੇ। ਵਾਹਿਗੁਰੂ। ਉਦੋਂ ਇਲਾਵਾ ਜੀ ਸਿਮਰਨਜੀਤ ਸਿੰਘ ਜੀ ਮਾਨੂਪੁਰ ਖਜ਼ਾਨਚੀ ਸਾਹਿਬ, ਉਹ ਵੀ ਹਾਜ਼ਰੀ ਲਵਾਉਣ ਜੀ। ਸੁਰਿੰਦਰ ਸਿੰਘ ਬਰਵਾਲੀ ਕਲਾਂ ਖਜ਼ਾਨਚੀ, ਉਹ ਵੀ ਹਾਜ਼ਰੀ ਲਵਾਉਣ। ਭਾਈ ਪਲਵਿੰਦਰ ਸਿੰਘ ਜੀ ਸਰਵਰਪੁਰ ਖਜ਼ਾਨਚੀ ਸਾਹਿਬ, ਇਹ ਵੀ ਹਾਜ਼ਰੀ ਲਵਾਉਣ ਜੀ। ਭਾਈ ਸਾਹਿਬ ਭਾਈ ਮੰਗਲ ਸਿੰਘ ਜੀ ਜੋ ਸਟੇਟ ਸਕੱਤਰ ਨੇ ਹਲਕਾ ਇੰਚਾਰਜ ਖਮਾਣੋ ਦੇ, ਇਹਨਾਂ ਨੂੰ ਵੀ ਬੇਨਤੀ ਆ, ਉਹ ਬੋਲ ਕੇ ਵੀ ਗਏ ਨੇ, ਉਹ ਵੀ ਆਪਣੀ ਹਾਜ਼ਰੀ ਲਵਾ ਰਹੇ ਨੇ। ਸਰਦਾਰ ਗੁਰਨਾਮ ਸਿੰਘ ਰਾਣਵਾ ਇੱਥੋਂ ਹੀ, ਜਿਨ੍ਹਾਂ ਨੇ ਇਸ ਸੰਸਥਾ ਨੂੰ ਜਦੋਂ ਚੋਣ ਹੋਈ ਉਸੇ ਵੇਲੇ 5100 ਰੁਪਈਆ ਦੇਣ ਦਾ ਸਾਨੂੰ ਵਾਅਦਾ ਕੀਤਾ, ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਜਾਂਦਾ। ਕਿਸੇ ਕਾਰਨ ਕਰਕੇ ਉਹ ਸਾਡੇ ਦਰਮਿਆਨ ਪਹੁੰਚ ਨਹੀਂ ਚੁੱਕੇ। ਉਹ ਸਾਡੇ ਰਾਣਵਾ ਹਲਕੇ ਦੇ ਨੇ ਜਿਹੜੇ ਸਟੇਟ ਸਕੱਤਰ ਲਾਏ ਗਏ ਨੇ। ਭਾਈ ਸਾਹਿਬ ਭਾਈ ਮਨਦੀਪ ਸਿੰਘ ਜੀ ਕਕਰਾਲਾ, ਇਹ ਸਾਡੇ ਸਟੇਟ ਸਕੱਤਰ ਹਨ ਜੀ। ਗੁਰਦੀਪ ਸਿੰਘ ਜੀ ਘਰਖਣਾ ਸਟੇਟ ਸਕੱਤਰ, ਉਹਨਾਂ ਨੂੰ ਅੱਜ ਬਹੁਤ ਸਾਰੇ ਐਸੇ ਨੇ ਸਾਡੇ ਵਿੱਚੋਂ ਜਿਨ੍ਹਾਂ ਨੇ ਭੋਗ ਪਾਉਣੇ ਸੀ ਸਮੇਂ 'ਤੇ ਨਹੀਂ ਪਹੁੰਚ ਸਕੇ, ਉਹਨਾਂ ਦਾ ਧੰਨਵਾਦ। ਭਾਈ ਅਮਨਦੀਪ ਸਿੰਘ ਜੀ ਭਗੌਰ, ਇਹ ਵੀ ਸਾਡੇ ਬਹੁਤ ਹੀ ਸਤਿਕਾਰਯੋਗ ਵੀਰ ਜੀ ਜਨਰਲ ਸਕੱਤਰ ਦੇ ਅਹੁਦੇ 'ਤੇ ਚੁਣੇ ਗਏ ਨੇ। ਜਗਦੀਪ ਸਿੰਘ ਜੀ ਉੱਚਾ ਜਟਾਣਾ, ਉਹ ਵੀ ਕਿਸੇ ਕਾਰਨ ਕਰਕੇ ਪਹੁੰਚ ਨਹੀਂ ਸਕੇ। ਆ ਗਏ ਜੀ, ਮੈਂ ਧੰਨਵਾਦ ਕਰਦਾ ਜੀ। ਨਾਲੇ ਸਾਡੇ ਪ੍ਰੈਸ ਰਿਪੋਰਟਰ ਨੇ ਪੂਰੇ, ਇਹ ਕਹਿ ਲਓ ਵੀ ਜਤੀ ਸਤੀ ਨੇ, ਇਹਨਾਂ ਦਾ ਵੀ ਬਹੁਤ ਧੰਨਵਾਦ ਕੀਤਾ ਜਾਂਦਾ। ਜਗਦੀਪ ਸਿੰਘ ਜੀ ਪ੍ਰੈਸ ਸਕੱਤਰ ਸਾਹਿਬ। ਗੁਰਜੋਤ ਸਿੰਘ ਜੀ ਖਮਾਣੋ, ਉਹ ਵੀ ਉਹਨਾਂ ਦੇ ਨਾਲ ਨੇ ਪ੍ਰੈਸ ਸਕੱਤਰ, ਉਹਨਾਂ ਨੂੰ ਵੀ ਜੀ ਆਇਆਂ ਨੂੰ ਧੰਨਵਾਦ। ਦਰਸ਼ਨ ਸਿੰਘ ਅਜਨੇਰ ਮੁੱਖ ਸਲਾਹਕਾਰ ਨੇ ਜੀ, ਇਹ ਪਿੱਛੇ ਖੜੇ ਨੇ। ਇਹ ਗੁਰਦੁਆਰਾ ਰਜਾਣਾ ਸਾਹਿਬ, ਜਿਵੇਂ ਕਿ ਇਹ ਗੁਰਦੁਆਰਾ ਗੋਬਿੰਦਗੜ੍ਹ ਪਾਤਸ਼ਾਹੀ 6ਵੀਂ ਤੇ ਨਾਲ 10ਵੀਂ ਆ, ਇਹ ਭੜੀ ਦੇ ਨਾਲ ਗੁਰਦੁਆਰਾ ਰਜਾਣਾ ਸਾਹਿਬ ਆ ਜਿੱਥੇ 6ਵੇਂ ਪਾਤਸ਼ਾਹ ਗਏ ਨੇ, ਉੱਥੋਂ ਦੇ ਹੈੱਡ ਗ੍ਰੰਥੀ ਸਾਹਿਬ ਨੇ। ਸੋ ਸਤ ਸੰਗਤ ਜੀ, ਇਹਨਾਂ ਨੂੰ ਮੁੱਖ ਸਲਾਹਕਾਰ ਵਜੋਂ ਲਿਆ ਗਿਆ ਹੈ। ਪ੍ਰੀਤਮ ਸਿੰਘ ਜੀ ਨਵਾਂ ਪਿੰਡ ਸਲਾਹਕਾਰ, ਸਰਪੰਚ ਸਾਹਿਬ ਨੇ ਸਾਬਕਾ, ਇਹਨਾਂ ਦਾ ਵੀ ਧੰਨਵਾਦ ਜੀ। ਸਰਦਾਰ ਹਰੀ ਸਿੰਘ ਜੀ ਹਰਿਓਂ ਤੋਂ, ਉਹ ਆਪ ਨਹੀਂ ਪਹੁੰਚ ਸਕੇ, ਸੋ ਉਹਨਾਂ ਦੇ ਸਪੁੱਤਰ ਆਏ ਨੇ, ਮੈਂ ਉਹਨਾਂ ਨੂੰ ਬੇਨਤੀ ਕਰੂੰਗਾ ਉਹਨੀ ਜਗ੍ਹਾ ਉਹ ਹਾਜ਼ਰੀ ਲਵਾਉਣ ਜੀ। ਗੁਰਮੁਖ ਸਿੰਘ ਜੀ ਗੋ, ਉਹ ਵੀ ਨਹੀਂ ਕਿਸੇ ਕਾਰਨਾਂ ਕਰਕੇ ਆ ਸਕੇ ਜੀ। ਹਰਜੀਤ ਸਿੰਘ ਜੀ ਬੌਂਦਲ, ਉਹ ਸਲਾਹਕਾਰ। ਅਜਮੇਰ ਸਿੰਘ ਜੀ ਪੁੱਟਾ ਸਲਾਹਕਾਰ ਲਗਾਏ ਗਏ ਨੇ। ਰਣਜੀਤ ਸਿੰਘ ਜੀ ਮਹਿਦੂਦਾਂ, ਇਹ ਸਲਾਹਕਾਰ ਲਾਏ ਗਏ ਨੇ ਸਾਡੇ ਸਤਿਕਾਰਯੋਗ ਵੀਰ ਜੀ। ਰਣਧੀਰ ਸਿੰਘ ਜੀ ਹੇਡੋਂ, ਤੇ ਸਲਾਹਕਾਰ ਲਾਏ ਗਏ ਨੇ। ਤੇ ਇੱਕ ਬਲਵਿੰਦਰ ਸਿੰਘ ਜੀ ਬਰਵਾਲੀ ਕਲਾਂ, ਉਹ ਵੀ ਸਲਾਹਕਾਰ ਲਾਏ ਗਏ ਨੇ, ਕਿਸੇ ਪੱਖੋਂ ਉਹ ਆ ਨਹੀਂ ਸਕੇ। ਸੋ ਅਸੀਂ ਜਿਹੜੀ ਕੋਈ ਵੀ ਅੱਗੇ ਕਾਰਵਾਈ ਕਰਨੀ ਆ, ਸਭ ਤੋਂ ਪਹਿਲਾਂ ਸਾਡੇ ਨਜ਼ਦੀਕ ਨੇ ਸਰਦਾਰ ਅਵਤਾਰ ਸਿੰਘ ਜੀ ਰਿਆ ਸਾਹਿਬ, ਇਹਨਾਂ ਦੇ ਰਾਹੀਂ। ਤੇ ਉਦੋਂ ਇਲਾਵਾ ਅੱਧੀ ਰਾਤ ਨੂੰ ਵੀ ਦਰਵਾਜ਼ੇ ਖੁੱਲ੍ਹੇ ਨੇ, ਰਾਤ ਵੀ ਅਸੀਂ 10 ਵਜੇ ਤੱਕ ਇਹਨਾਂ ਨਾਲ ਰਾਬਤਾ ਕਰੀ ਗਏ ਹਾਂ, ਤੇ ਪਹਿਲੀ ਬੈਲ 'ਤੇ ਸਾਡਾ ਫੋਨ ਚੱਕਦੇ ਰਹਿੰਦੇ। ਕੋਈ ਵੀ ਸਮੱਸਿਆ ਹੋਵੇਗੀ ਅਸੀਂ ਇਹਨਾਂ ਨੂੰ ਦੱਸਦੇ ਜਾਵਾਂਗੇ। ਹਾਂਜੀ, ਉਦੋਂ ਇਲਾਵਾ ਸਰਦਾਰ ਗੁਰਚਰਨ ਸਿੰਘ ਸਤਿ ਸ੍ਰੀ ਅਕਾਲ। ਮੁਲੇ ਸੋਨਿਹਾਲ, ਸਤਿ ਸ੍ਰੀ ਅਕਾਲ। ਸਭ ਦੇ ਰੱਖਿਆ ਦੁਨੀਆ ਦੇ ਮਾਲਕ ਗੁਰੂ ਭਗਤ ਜੀ ਕੇ ਸੁਆਇਮਾਨ ਜੋ ਕਾਲ ਸਤਿਗੁਰੂ ਸਾਹਿਬ ਜੀ ਗੁਰੂ ਸਾਹਿਬ ਜੀ ਮਹਾਰਾਜ ਦੀ ਪਾਵਨ ਸ਼ੁਕਰ ਹਜ਼ੂਰੀ ਵਿੱਚ ਮੇਰੇ ਪੀਰ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਅਸਥਾਨ ਦਸ਼ਮੇਸ਼ ਪਿਤਾ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਅਸਥਾਨ ਵਿੱਚ ਬੈਠੇ ਸਮੂਹ ਗੁਰੂ ਸਵਾਰੇ ਗੁਰੂ ਬਖਸ਼ੀ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਇਲਾਕੇ ਭਰ ਵਿੱਚੋਂ ਗ੍ਰੰਥੀ ਸਾਹਿਬਾਨ, ਪ੍ਰਚਾਰਕ ਸਾਹਿਬਾਨ, ਢਾਡੀ ਸਾਹਿਬਾਨ, ਜੋ ਸਿੱਖ ਕੌਮ ਦੇ ਪ੍ਰਚਾਰਕ ਨੇ, ਇੱਕ ਇਕੱਤਰਤਾ ਬੁਲਾਈ ਗਈ ਹੈ
ਜੋ ਕਿ ਪਿਛਲੇ ਦਿਨਾਂ ਤੋਂ ਹੀ ਇਕੱਤਰਤਾ ਕਰਨ ਦਾ ਵਿਚਾਰ ਸੀ, ਪਰ ਸਰਕਾਰ ਵੱਲੋਂ ਹਦਾਇਤਾਂ ਆ ਜਾਣ ਤੋਂ ਬਾਅਦ ਪੋਸਟਪੋਨ ਕਰ ਦਿੱਤੀ ਗਈ। ਔਰ ਫਿਰ ਅਸੀਂ ਵਿਚਾਰ ਕਰਕੇ ਅੱਜ ਦਾ ਦਿਨ ਇਸ ਇਕੱਤਰਤਾ ਵਾਸਤੇ ਉਲੀਕਿਆ ਔਰ ਸਵੇਰੇ ਹੀ ਪਤਾ ਚੱਲਿਆ ਕਿ ਪ੍ਰਸ਼ਾਸਨ ਵੱਲੋਂ ਰੋਕ ਲਾ ਦਿੱਤੀ ਗਈ ਹੈ ਕਿ ਜ਼ਿਆਦਾ ਇਕੱਠ ਨਾ ਕੀਤਾ ਜਾਏ। ਉਮੀਦ ਸੀ ਕਿ 400 ਤੋਂ 500 ਦੇ ਕਰੀਬ ਇੱਥੇ ਇਕੱਠ ਸਿੰਘਾਂ ਦਾ ਹੋਣ ਦੀ ਜੋ ਸੰਭਾਵਨਾ ਸੀ। ਸੋ ਕੇਵਲ ਥੋੜ੍ਹੇ ਸਿੰਘਾਂ ਦੇ ਵਿੱਚ ਜਿਹੜੇ ਮੁਖਤਵਾਰ ਸਿੰਘ ਨੇ, ਜਿਹੜੀ ਕਰੀਮ ਹੈ, ਉਹਨਾਂ ਦੇ ਨਾਲ ਵੀ ਇਹ ਇਕੱਤਰਤਾ ਕੀਤੀ ਜਾ ਰਹੀ ਹੈ। ਔਰ ਅੱਜ ਇੱਕ ਪ੍ਰਚਾਰਕ ਸਿੰਘਾਂ ਦੀ ਜਥੇਬੰਦੀ ਹੋਂਦ ਵਿੱਚ ਆਈ ਹੈ, ਜੋ ਅਮਰਜੀਤ ਸਿੰਘ ਸਾਹਿਬ ਭਾਈ ਭਾਈ ਮਨੀ ਸਿੰਘ ਜੀ ਦੇ ਨਾਮ 'ਤੇ ਹੈ। ਭਾਈ ਮਨੀ ਸਿੰਘ ਜੀ ਗੁਰਮਤਿ ਗ੍ਰੰਥੀ ਸਭਾ ਇਹ ਜਥੇਬੰਦੀ ਹੋਂਦ ਵਿੱਚ ਆਈ ਹੈ। ਔਰ ਜਥੇਬੰਦੀ ਨੇ ਜੋ ਪ੍ਰਚਾਰਕ ਸਾਹਿਬਾਨਾਂ ਦੀਆਂ ਲੋੜਾਂ ਨੇ, ਜ਼ਰੂਰਤਾਂ ਨੇ, ਜੋ ਸਾਡੀ ਇੱਕ ਤਰਾਸਦੀ ਹੈ, ਉਹ ਸਾਡੇ ਨਾਲ ਸਾਂਝੀ ਕੀਤੀ ਹੈ। ਇਸ ਵਿੱਚ ਕੋਈ ਸ਼ੱਕ ਨਹੀਂ, ਅਸੀਂ ਸਾਰੇ ਇਸ ਗੱਲ ਤੋਂ ਭਲੀ ਭਾਂਤ ਜਾਣੂ ਹਾਂ ਕਿ ਗ੍ਰੰਥੀ ਸਾਹਿਬਾਨਾਂ ਨੂੰ ਪ੍ਰਬੰਧਕ ਕੇਵਲ ਆਪਣਾ ਇੱਕ ਮੁਲਾਜ਼ਮ ਬਣਾ ਕੇ ਰੱਖਦੇ, ਕਿਉਂਕਿ ਮੈਨੂੰ ਪਤਾ ਹੈ, ਕਿਉਂਕਿ ਮੈਂ ਅਖੰਡ ਪਾਠੀ ਤੋਂ ਆਪਣਾ ਕੈਰੀਅਰ ਜਿਹੜਾ ਉਹ ਸਿੱਖਿਆ ਸੇਵਾ ਸ਼ੁਰੂ ਕੀਤੀ ਹੈ। ਔਰ ਅਖੰਡ ਪਾਠੀਆਂ ਦੀਆਂ, ਗ੍ਰੰਥੀ ਸਿੰਘਾਂ ਦੀਆਂ ਕੀ ਸਮੱਸਿਆਵਾਂ ਨੇ, ਕੀ ਲੋੜਾਂ ਨੇ, ਉਹ ਭਲੀ ਭਾਂਤ ਮੈਨੂੰ ਪਤਾ ਹੈ। ਔਰ ਜਦ ਤੋਂ ਸੇਵਾ ਸੰਭਾਲੀ ਹੈ, ਮੇਰੀ ਕੋਸ਼ਿਸ਼ ਰਹਿੰਦੀ ਹੈ ਹਰ ਥਾਂ 'ਤੇ ਮੈਂ ਗੱਲ ਕਰਦਾ ਕਿ ਆਪਣੇ ਪ੍ਰਚਾਰਕ ਜਿਹੜੇ ਨੇ ਉਹਨਾਂ ਨੂੰ ਸੰਭਾਲਿਆ ਜਾਏ। ਕਹਿਣ ਦੀ ਵੈਸੇ ਕਹਿੰਦੇ ਹਾਂ ਗੁਰੂ ਕਾ ਵਜ਼ੀਰ, ਲੇਕਿਨ ਬਹੁਤ ਥਾਵਾਂ 'ਤੇ ਵੇਖਣ ਨੂੰ ਮਿਲਿਆ, ਬਹੁਤ ਥਾਵਾਂ 'ਤੇ ਜ਼ਿਕਰ ਕੀਤਾ ਹੈ ਕਿ ਕਹਿਣ ਨੂੰ ਅਸੀਂ ਗੁਰੂ ਕਾ ਵਜ਼ੀਰ ਆਖਦੇ ਹਾਂ, ਪਰ ਗੁਰੂ ਕਾ ਵਜ਼ੀਰ ਸਵੇਰੇ ਹੱਥ ਵਿੱਚ ਆਪਣੇ ਇੱਕ ਡੋਲ ਲੈ ਕੇ ਆਪਣੇ ਮੋਢੇ ਉੱਤੇ ਇੱਕ ਰੁਮਾਲ ਦਾ ਪਾ ਕੇ ਘਰਾਂ ਵਿੱਚ ਪ੍ਰਸ਼ਾਦੀ ਅਤੇ ਦੁੱਧ ਮੰਗਣ ਜਾਂਦਾ, ਸਾਨੂੰ ਸ਼ਰਮ ਆਉਣੀ ਚਾਹੀਦੀ। ਕਹਿੰਦੇ ਅਸੀਂ ਗੁਰੂ ਕਾ ਵਜ਼ੀਰ ਹਾਂ, ਲੇਕਿਨ ਘਰ ਘਰ ਜਾ ਕੇ ਤੇ ਪ੍ਰਸ਼ਾਦੇ ਅਤੇ ਦੁੱਧ ਦੀ ਉਪਰਾਇ ਗ੍ਰੰਥੀ ਸਿੰਘ ਕਰਕੇ ਘਰ ਦੇ ਪਰਿਵਾਰ ਦਾ ਪੇਟ ਪਾਓ। ਲੇਕਿਨ ਸਤਿਗੁਰੂ ਤੇ ਕਹਿੰਦੇ ਨੇ ਮੇਰੇ ਹੱਥ ਕੀਰਤਨ ਕੀ ਕੋਈ ਬਾਤ ਸੁਣਾਵੇ, ਸੋ ਭਾਈ ਸੋ ਮੇਰਾ ਸਤਿਗੁਰੂ ਕਹਿੰਦੇ ਕਿ ਜਿਹੜਾ ਮੈਨੂੰ ਮੇਰੇ ਹਰੀ ਦੇ ਪ੍ਰੀਤਮ ਪਿਆਰੇ ਦੀ ਗੱਲ ਸੁਣਾਉਂਦਾ ਹੈ, ਉਹ ਮੇਰਾ ਵੀਰ ਹੈ। ਇੰਨਾ ਜ਼ਿਆਦਾ ਉਹ ਸਨਮਾਨ ਸਤਿਗੁਰਾਂ ਨੇ ਦਿੱਤਾ ਕਿ ਉਹ ਮੇਰਾ ਭਰਾ ਹੈ। ਬਾਣੀ ਪੜ੍ਹਨ ਵਾਲੇ ਵਾਸਤੇ ਤੇ ਮੇਰੀ ਪੀਰ ਦੇ ਮਾਲਕ ਗੁਰੂ ਸਾਹਿਬ ਜੀ ਮਹਾਰਾਜ ਗੁਰੂ ਨਾਨਕ ਦੀ ਗੱਦੀ ਹੀ ਖਾਲੀ ਕਰਨੀ। ਭਾਈ ਗੋਪਾਲ ਜੀ ਜਪਜੀ ਸਾਹਿਬ ਪੜ੍ਹਦੇ ਸਨ ਕਿ ਹਰਿਮੰਦਰ ਸਾਹਿਬ ਧਰਤੀ 'ਤੇ ਸ਼ੁੱਧ ਪਾਠ ਸਤਿਗੁਰਾਂ ਨੇ ਕਿਹਾ ਕਿ ਸਾਨੂੰ ਕੋਈ ਇਕਾਗਰਤਾ ਦੇ ਨਾਲ ਕੋਈ ਸ਼ੁੱਧ ਪਾਠ ਜਪਜੀ ਸਾਹਿਬ ਦਾ ਸੁਣਾਵੇ। ਭਾਈ ਗੋਪਾਲ ਜੀ ਤਿਆਰ ਹੋਏ, ਜਪਜੀ ਸਾਹਿਬ ਜੀ ਦਾ ਪਾਠ ਸਤਿਗੁਰਾਂ ਨੂੰ ਸਰਵਣ ਕਰਵਾਇਆ। ਕੀਰ 'ਤੇ ਜਾ ਕੇ ਘੋੜੇ ਦੇ ਉੱਤੇ ਕਰਦੇ ਧਿਆਨ ਚਲਿਆ ਗਿਆ ਤੇ ਹੀਰਿਆ ਸੋਨੇ ਜੜ ਕਾਠੀ ਘੋੜੇ 'ਤੇ ਪਈ ਹੈ। ਜੇਕਰ ਸਤਿਗੁਰੂ ਮੈਨੂੰ ਪਾਣੀ ਪੜ੍ਹਨ ਦੇ ਵੇਲੇ ਇਹ ਭੇਟ ਕਰਨੇ। ਜਦੋਂ ਸਲੋਕ ਪੜ੍ਹਿਆ ਜਿੰਨੀ ਨਾਮ 'ਤੇ ਆਇਆ ਗੈਰ ਸ਼ਕਤ ਕਾਲ ਨਾਨਕ ਦੇ ਮੁਖ ਜ਼ਿਲ੍ਹੇ ਕੀਤੀ ਛੁੱਟੀ ਨਾਲ ਸਤਿਗੁਰੂ ਕਹਿਣ ਲੱਗੇ ਕਿ ਅਸੀਂ ਤਾਂ ਹੌਲੀ ਹੌਲੀ ਕਰਕੇ ਤੁਹਾਨੂੰ ਗੁਰੂ ਨਾਨਕ ਦੀ ਗੱਦੀ 'ਚ ਦੇ ਦੇਣ ਲੱਗੇ ਸਾਂ, ਕਿਉਂਕਿ ਤੁਸੀਂ ਸਾਨੂੰ ਗੁਰੂ ਨਾਨਕ ਦੀ ਬਾਣੀ ਪੜ੍ਹ ਕੇ ਸੁਣਾਈ ਹੈ। ਸੋ ਨਿਹਾਲ ਸਤਿ ਸ੍ਰੀ ਅਕਾਲ। ਪਰ ਤੁਹਾਡਾ ਧਿਆਨ ਜਿਹੜਾ ਸੀ ਨਾ ਉਹ ਘੋੜੇ 'ਤੇ ਚਲਿਆ ਗਿਆ। ਇਸ ਕਰਕੇ ਸਤਿਗੁਰਾਂ ਨੇ ਭਾਈ ਗੋਪਾਲਾ ਜੀ ਦਾ ਸਨਮਾਨ ਵੀ ਬਹੁਤ ਕੀਤਾ ਔਰ ਬਖਸ਼ਿਸ਼ ਵਜੋਂ ਉਹ ਘੋੜਾ ਕਾਠੀ ਸਮੇਤ ਇਸ ਘੋੜੇ 'ਤੇ ਧਿਆਨ ਭਾਈ ਗੋਪਾਲਾ ਜੀ ਦਾ ਗਿਆ ਸੀ। ਭਾਈ ਗੋਪਾਲਾ ਜੀ ਭੇਟ ਵੀ ਦਿੱਤਾ। ਸੋ ਸਤਿਗੁਰੂ ਕਹਿੰਦੇ ਨੇ ਕਿ ਮੇਰੇ ਹਰ ਪ੍ਰੀਤਮ ਕੀ ਕੋਈ ਬਾਤ ਸੁਣਾਵੇ, ਸੋ ਭਾਈ ਸੋ ਮੇਰਾ ਵੀਰ। ਜਿਹੜਾ ਮੈਨੂੰ ਗੁਰੂ ਦੀ ਬਾਣੀ ਮੇਰੇ ਪ੍ਰੀਤਮ ਦੀ ਹਰੀ ਦੀ ਪਿਆਰੇ ਦੀ ਗੱਲ ਸੁਣਾਉਂਦਾ ਉਹ ਮੇਰਾ ਭਰਾ ਹੈ, ਮੇਰਾ ਵੀਰ ਹੈ। ਪਰ ਸਾਡੀ ਕੌਮ ਦੀ ਇਹ ਤਰਾਸਦੀ ਹੈ ਕਿ ਅਸੀਂ ਇਹਨਾਂ ਗ੍ਰੰਥੀ ਸਾਹਿਬਾਨਾਂ ਨੂੰ ਕੇਵਲ ਅਤੇ ਕੇਵਲ ਆਪਣੇ ਮੁਲਾਜ਼ਮ ਰੱਖਣ ਤੱਕ ਹੀ ਸੀਮਤ ਜਿਹੜਾ ਉਹ ਕਰ ਸਕਦੇ ਹਾਂ। ਗ੍ਰੰਥੀ ਸਿੰਘਾਂ ਦੀ ਰਿਹਾਇਸ਼ ਦਾ ਮਸਲਾ, ਗ੍ਰੰਥੀ ਸਿੰਘਾਂ ਦੀਆਂ ਤਨਖਾਹਾਂ ਦਾ ਮਸਲਾ, ਕਿਉਂਕਿ ਤਨਖਾਹਾਂ ਬਹੁਤ ਥੋੜ੍ਹੀਆਂ ਨੇ। 3000, 3500, 4000 ਤਨਖਾਹਾਂ ਜੋ ਪ੍ਰਾਈਵੇਟ ਗੁਰਦੁਆਰਿਆਂ 'ਚ ਮਿਲਦੀਆਂ ਨੇ।
ਉਹਦੇ ਵਿੱਚ ਗੁਜ਼ਾਰਾ ਕਰਨਾ ਬਹੁਤ ਮੁਸ਼ਕਿਲ ਹੈ। ਮੈਂ ਅਕਸਰ ਕਹਿੰਦਾ ਹੁੰਦਾ ਕਿ ਜੇਕਰ ਪ੍ਰਬੰਧਕ ਸਕੂਟਰ ਨਵਾਂ ਲੈ ਲੈ ਤੇ ਉਹਨੂੰ ਕੋਈ ਨਹੀਂ ਪੁੱਛਦਾ, ਤੇ ਜੇ ਗ੍ਰੰਥੀ ਕਿਤੇ ਸਕੂਟਰ ਲੈ ਲੈ ਤਾਂ ਗ੍ਰੰਥੀ 'ਤੇ ਕਈ ਤਰ੍ਹਾਂ ਦੀਆਂ ਉਂਝਾਂ ਲੋਕ ਲਾਉਂਦੇ ਨੇ ਕਿ ਇਹਨੇ ਸਕੂਟਰ ਕਿਉਂ ਲੈ ਲਿਆ, ਕਿ ਇਹਨੇ ਫਰਿੱਜ ਕਿਉਂ ਲੈ ਲਈ। ਜੇਕਰ ਭਾਈ ਤੇਰੇ ਬੱਚਿਆਂ ਦਾ ਠੰਡਾ ਪਾਣੀ ਪੀਣ ਨੂੰ ਜੀ ਕਰਦਾ ਤੇ ਗ੍ਰੰਥੀ ਦੇ ਬੱਚਿਆਂ ਦਾ ਵੀ ਠੰਡਾ ਪਾਣੀ ਪੀਣ ਨੂੰ ਜੀ ਕਰਦਾ। ਚਾਹੀਦਾ ਕਿ ਸਾਨੂੰ ਇਹ ਸੀ ਕਿ ਅਸੀਂ ਵੱਧ ਤੋਂ ਵੱਧ ਗ੍ਰੰਥੀ ਸਿੰਘਾਂ ਦਾ ਸਨਮਾਨ ਕਰਦੇ, ਪਰ ਅਸੀਂ ਕਰ ਨਹੀਂ ਸਕੇ। ਤੇ ਗੁਰਮੁਖ ਜਿੰਨਾ ਚਿਰ ਇਸ ਕੌਮ ਦੇ ਪ੍ਰਚਾਰਕਾਂ ਦਾ ਸਨਮਾਨ ਨਾ ਹੋਵੇ ਉਹਨਾਂ ਚਿਰ ਉਹ ਕੌਮ ਜਿਹੜੀ ਹੈ ਕਦੇ ਤਰੱਕੀ ਨਹੀਂ ਕਰ ਸਕਦੀ। ਕਿਉਂਕਿ ਇਹ ਕੌਮ ਦੇ ਪ੍ਰਚਾਰਕ ਨੇ, ਚਾਹੇ ਪਾਠੀ ਸਿੰਘ ਨੇ, ਚਾਹੇ ਗ੍ਰੰਥੀ ਸਿੰਘ ਨੇ, ਢਾਡੀ ਸਾਹਿਬਾਨ ਨੇ, ਕਵੀਸ਼ਰ ਸਾਹਿਬਾਨ ਨੇ, ਪ੍ਰਚਾਰਕ ਸਾਹਿਬਾਨ ਨੇ, ਰਾਗੀ ਸਿੰਘ ਨੇ। ਕਿਉਂਕਿ ਕਿ ਸਾਨੂੰ ਕਥਾ ਕਹਾਣੀਆਂ ਦੇ ਰਾਹੀਂ, ਗੁਰਬਾਣੀ ਰਾਹੀਂ, ਗੁਰਬਾਣੀ ਕੀਰਤਨ ਦੇ ਰਾਹੀਂ ਉਸ ਪਰਮਾਤਮਾ ਦੇ ਚਰਨਾਂ ਦੇ ਨਾਲ ਜੋੜਦੇ ਨੇ। ਭਾਈ ਸਾਹਿਬ ਦੱਸ ਰਹੇ ਸਨ ਕਿ ਗਾਉਣ ਵਾਲੀ ਨੇ ਆਉਣਾ ਹੋਵੇ ਕਿ ਉਹਨੂੰ ਲੱਖਾਂ ਰੁਪਈਆ ਦੇ ਕੇ ਤਾਂ ਲੱਖਾਂ ਰੁਪਈਆ ਉਹਦੇ ਉੱਤੋਂ ਲੁਟਾਇਆ ਵੀ ਜਾਂਦਾ ਹੈ। ਲੇਕਿਨ ਜਿਸ ਗੁਰੂ ਕੇ ਵਜ਼ੀਰ ਨੇ ਸਾਨੂੰ ਗੁਰੂ ਦੇ ਚਰਨਾਂ ਨਾਲ ਜੋੜ ਕੇ ਤੁਹਾਡਾ ਲੋਕ ਸੁਖੀ ਅਤੇ ਪਰਲੋਕ ਸੁਖੀਤਾ ਕਰਨਾ ਹੈ, ਉਸ ਗ੍ਰੰਥੀ ਸਿੰਘ ਨੂੰ ਕਿਰਪਾ ਦੇ ਵੀ ਅਸੀਂ ਬਹੁਤ ਜ਼ਿਆਦਾ ਕਤਰਾਉਂਦੇ ਹਾਂ। ਕੁਛ ਮੰਗਾਂ ਇਹਨਾਂ ਵੀਰਾਂ ਨੇ ਸਾਡੇ ਕੋਲ ਰੱਖੀਆਂ ਨੇ, ਜੋ ਮੈਂ ਵੀ ਪੜ੍ਹ ਕੇ ਥੋੜ੍ਹਾ ਜਿਹਾ ਵੀ ਜ਼ਰੂਰ ਕਰਨੀ ਚਾਹੁੰਦਾ ਕਿ ਕਈ ਵਾਰ ਸਾਰੀਆਂ ਗੱਲਾਂ ਦਾ ਸਾਰੇ ਪਾਸੇ ਪਤਾ ਨਹੀਂ ਹੁੰਦਾ। ਇੱਕ ਗੱਲ ਮੇਰੇ ਵੀਰ ਨੇ ਭਾਈ ਆਨੰਦ ਜੀ ਨੇ ਕੀਤੀ ਹੈ ਕਿ ਜਿਹੜਾ ਇਹਨਾਂ ਨੇ ਇੱਕ ਵੈਲਫੇਅਰ ਫੰਡ ਇਕੱਠਾ ਕਰਨ ਦੀ ਜਿਹੜੀ ਜੋ ਸਕੀਮ ਬਣਾਈ ਹੈ ਬਹੁਤ ਚੰਗੀ ਗੱਲ। ਮੈਂ ਕਹਿਣਾ ਸੀ ਵੈਸੇ, ਪਰ ਤੁਸੀਂ ਇਹ ਕਰ ਚੁੱਕੇ, ਬਹੁਤ ਚੰਗੀ ਗੱਲ ਹੈ। ਇੱਕ ਵੈਲਫੇਅਰ ਫੰਡ ਜਿਹੜਾ ਹੈ ਉਹ ਤੁਹਾਡਾ ਜ਼ਰੂਰ ਹੋਣਾ ਚਾਹੀਦਾ। ਮੈਂ ਇਸ ਇਲਾਕੇ ਵਿੱਚ ਤੱਕਿਆ, ਇਸ ਪਾਸੇ ਵੀ ਹੈ, ਦੁਆਬੇ ਵਿੱਚ ਵੀ ਹੈ ਕਿ ਢਾਡੀ ਕਵੀਸ਼ਰ ਸਾਹਿਬਾਨਾਂ ਦਾ, ਗ੍ਰੰਥੀ ਸਾਹਿਬਾਨਾਂ ਦਾ ਵੈਲਫੇਅਰ ਫੰਡ ਨਹੀਂ। ਕਿਉਂਕਿ 4 ਦਿਨ ਪਹਿਲਾਂ ਮੈਂ ਅੰਮ੍ਰਿਤਸਰ ਸੀ ਤੇ ਮੈਂ ਭਾਈ ਗੁਰਦੇਵ ਸਿੰਘ ਐਮ.ਏ. ਜੋ ਢਾਡੀ ਸਭਾ ਦੇ ਪ੍ਰਧਾਨ ਨੇ, ਉਹਨਾਂ ਨੂੰ ਬੁਲਾਇਆ ਆਪਣੇ ਕੋਲ, ਉਹਨਾਂ ਨੂੰ ਪੁੱਛਿਆ ਔਰ ਪਿਛਲੇ ਹਾਲਾਤ ਜੋ ਮਹਾਂਮਾਰੀ ਦੇ ਲੰਘੇ ਨੇ, ਹਾਲ ਲੰਘ ਵੀ ਰਹੇ ਨੇ, ਉਹਨਾਂ ਦੱਸਿਆ ਕਿ ਮਾਝੇ ਦਾ ਕੋਈ ਵੀ ਢਾਡੀ ਕਿਸੇ ਪਾਸੋਂ ਕੋਈ ਰਾਸ਼ਨ ਲੈਣ ਨਹੀਂ ਗਿਆ। ਅਸੀਂ ਆਪਣੇ ਉਸ ਵੈਲਫੇਅਰ ਫੰਡ ਦੇ ਵਿੱਚੋਂ ਉਹਨਾਂ ਢਾਡੀਆਂ ਦੀ ਸਹਾਇਤਾ ਕੀਤੀ ਹੈ। ਕਿਉਂਕਿ ਮੈਂ ਬਹੁਤ ਲੰਬਾ ਅਰਸਾ ਸ਼੍ਰੀ ਅਕਾਲ ਤਖ਼ਤ ਸਾਹਿਬ ਸੇਵਾ ਕੀਤੀ ਹੈ। ਇਸ ਸਥਾਨ 'ਤੇ ਅਸੀਂ ਅੰਮ੍ਰਿਤ ਸੰਚਾਰ ਕਰਨ ਵਾਸਤੇ ਬਹੁਤ ਆਉਂਦੇ ਰਹੇ ਕਿ ਨਗਰ ਸ਼੍ਰੋਮਣੀ ਕਮੇਟੀ ਕੋਲ ਪੂਰਾ ਪ੍ਰਬੰਧ ਸੀ। ਉਹ ਕਹਿੰਦੇ ਕਿ ਸਾਡੇ ਇਸ ਇਲਾਕੇ ਦਾ ਕੋਈ ਵੀ ਢਾਡੀ, ਕੋਈ ਵੀ ਕਮਿਸ਼ਨ ਕਿਸੇ ਕੋਲੋਂ ਰਾਸ਼ਨ ਆਦਿ ਸਹਾਇਤਾ ਲੈਣ ਵਾਸਤੇ ਨਹੀਂ ਗਿਆ। ਕਿਉਂਕਿ ਅਸੀਂ ਇੱਕ ਜਿਹੜਾ ਵੈਲਫੇਅਰ ਫੰਡ ਜਿਹੜਾ ਕਾਇਮ ਕੀਤਾ, ਅਸੀਂ ਉਸ ਫੰਡ ਵਿੱਚੋਂ ਹੀ ਆਪਣੀ ਉਹਨਾਂ ਸਾਰੇ ਸਾਥੀਆਂ ਦੀ ਸਹਾਇਤਾ ਕੀਤੀ। ਔਰ ਬੜੀ ਵੱਡੀ ਜ਼ਰੂਰਤ ਹੈ ਕਿ ਜਿਹੜਾ ਗ੍ਰੰਥੀ ਸਿੰਘ ਅਖੰਡ ਪਾਠ ਦੀ ਰੌਣਕ 'ਤੇ ਜਾਂ ਆਪਣੀ ਸੇਵਾ ਦੇ ਉੱਤੇ ਨਿਰਭਰ ਕਰਦਾ ਹੈ, ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦਾ ਹੈ, ਜਦੋਂ ਕਿਸੇ ਕਾਰਨ ਕਰਕੇ ਉਹ ਅਪੰਗ ਹੋ ਜਾਂਦਾ ਹੈ ਜਾਂ ਉਹਦੀ ਮੌਤ ਹੋ ਜਾਂਦੀ ਹੈ ਜਾਂ ਕਿਸੇ ਕਾਰਨ ਕਰਕੇ ਵੀ ਜਿਹੜਾ ਉਹਦਾ ਘਰ ਦਾ ਗੁਜ਼ਾਰਾ ਹੈ ਉਹ ਬਹੁਤ ਜ਼ਿਆਦਾ ਮੁਸ਼ਕਿਲ ਹੋ ਜਾਂਦਾ, ਬਹੁਤ ਜ਼ਿਆਦਾ ਤਰਸਯੋਗ ਹਾਲਤ ਦੇ ਵਿੱਚੋਂ ਚਲਿਆ ਜਾਂਦਾ ਹੈ, ਉਹਦੀ ਥੋੜ੍ਹੀ ਬਹੁਤ ਸੇਵਾ ਜਿਹੜੀ ਹੈ ਇਸ ਵੈਲਫੇਅਰ ਫੰਡ ਦੇ ਵਿੱਚੋਂ ਕੀਤੀ ਜਾਏ। ਉਹ ਤੁਸੀਂ ਕਾਇਮ ਕਰ ਚੁੱਕੇ ਹੋ ਅਤੇ ਬਹੁਤ ਵਧੀਆ ਤੁਸੀਂ ਕਾਰਜ ਕੀਤਾ। ਗੁਰਦੁਆਰੇ ਸਾਹਿਬਾਨ ਵਿੱਚ ਅੰਮ੍ਰਿਤ ਵੇਲੇ ਜਦੋਂ ਗੁਰੂ ਸਾਹਿਬ ਦਾ ਪ੍ਰਕਾਸ਼ ਹੁੰਦਾ ਹੈ, ਮੈਂ ਗ੍ਰੰਥੀ ਸਿੰਘਾਂ ਨੂੰ ਬੇਨਤੀ ਕਰਾਂ ਕਿ ਗ੍ਰੰਥੀ ਸਿੰਘ ਆਪਣੀ ਸੇਵਾ ਦੇ ਨਾਲ ਨਾਲ ਸੰਗਤ ਨੂੰ ਜਾਗਰੂਕ ਜ਼ਰੂਰ ਕਰਨ। ਇਹ ਵੀ ਸਾਡੀ ਜ਼ਰੂਰੀ ਹੈ। ਮੈਂ ਇੱਕ ਪੱਖ ਦੀ ਗੱਲ ਕਰਾਂਗਾ। ਗ੍ਰੰਥੀ ਸਿੰਘ ਵੀ ਕੇਵਲ ਇਸ ਤੱਕ ਹੀ ਸੀਮਿਤ ਨੇ ਕਿ ਪ੍ਰਕਾਸ਼ ਕਰ ਲਿਆ, ਨਿਤਨੇਮ ਕਰ ਲਿਆ, ਅਰਦਾਸ ਕਰ ਲਈ, ਦੇਖਭਾਲ ਕਰ ਲਈ, ਬਸ ਸਮਾਪਤ ਹੈ। ਸਾਡਾ ਵੀ ਫਰਜ਼ ਬਣਦਾ ਕਿ ਅਸੀਂ ਜਿਸ ਪਿੰਡ ਵਿੱਚ, ਜਿਸ ਨਗਰ, ਜਿਸ ਗਲੀ ਮੁਹੱਲੇ ਵਿੱਚ ਅਸੀਂ ਗੁਰਦੁਆਰਾ ਸਾਹਿਬ ਸੇਵਾ ਨਿਭਾ ਰਹੇ, ਉੱਥੋਂ ਦੀ ਸੰਗਤ ਨੂੰ ਜੋੜ ਕੇ ਅਤੇ ਉਹਨਾਂ ਨੂੰ ਪ੍ਰੇਰਿਤ ਕਰੀਏ। ਕਿਉਂਕਿ ਇਸ ਮਰਿਆਦਾ ਤੋਂ ਹਰ ਸਿੱਖ ਵਾਕਫ ਹੈ ਕਿ ਗੁਰੂ ਸਾਹਿਬ ਦੇ ਪ੍ਰਕਾਸ਼ ਵੇਲੇ ਔਰ ਸੁਖਾਸਨ ਵੇਲੇ ਘੱਟੋ ਘੱਟ 5 ਸਿੰਘ ਤਾਂ ਹੋਣ, ਜਿਹੜੇ ਗੁਰੂ ਸਾਹਿਬ ਨੂੰ ਸਿੰਘਾਸਨ ਤੋਂ ਸੁਖਾਸਨ ਸਥਾਨ 'ਤੇ ਲੈ ਕੇ ਜਾਣ ਜਾਂ ਸੁਖਾਸਨ ਸਥਾਨ ਤੋਂ ਸਿੰਘਾਸਨ ਦੇ ਵਿਰਾਜਮਾਨ ਜਾ ਕੇ ਕਰਨ। ਘੱਟੋ ਘੱਟ 5 ਸਿੰਘ ਤਾਂ ਹੋਣੇ ਚਾਹੀਦੇ। ਇਹ ਗੱਲ ਬਿਲਕੁਲ ਠੀਕ ਹੈ ਕਿ ਤਕਰੀਬਨ ਬਹੁਤਾਤ ਇਹੋ ਹੈ ਕਿ ਗ੍ਰੰਥੀ ਸਿੰਘ ਵਿਚਾਰੇ ਇਕੱਲੇ ਇੱਕ ਹੱਥ ਨਾਲ ਗੁਰੂ ਸਾਹਿਬ ਦੇ ਸਰੂਪ ਨੂੰ ਫੜ ਕੇ ਰੱਖਦੇ ਨੇ, ਦੂਜੇ ਹੱਥ ਨਾਲ ਚੌਰ ਸਾਹਿਬ ਆਪ ਹੀ ਕਰਕੇ
ਤੇ ਸਿੰਘਾਸਨ ਤੇ ਲਿਆ ਕੇ ਗੁਰੂ ਸਾਹਿਬ ਨੂੰ ਪ੍ਰਕਾਸ਼ਮਾਨ ਕਰਦੇ ਨੇ। ਪ੍ਰਕਾਸ਼ਮਾਨ ਕਰਨ ਵੇਲੇ ਘੱਟੋ ਘੱਟ 2 ਸਿੱਖ ਨਾਲ ਜ਼ਰੂਰ ਹਾਜ਼ਰ ਕੋਲ ਹੋਣੇ ਚਾਹੀਦੇ ਨੇ। ਇਕੱਲਾ ਗ੍ਰੰਥੀ ਪ੍ਰਕਾਸ਼ ਵੀ ਨਹੀਂ ਕਰ ਸਕਦਾ ਸਹੀ ਢੰਗ ਨਾਲ, ਕਿਉਂਕਿ ਵਿਛਾਈਆਂ ਕਰਨੀਆਂ, ਰੁਮਾਲੇ ਲਾਉਣੇ, ਕਮਰ ਕੱਸੇ ਠੀਕ ਕਰਨੇ, ਇਕੱਲਾ ਬੰਦਾ ਕੰਮ ਨਹੀਂ ਕਰ ਸਕਦਾ। ਇਹਦਾ ਪ੍ਰਬੰਧਕਾਂ ਨੂੰ ਸੋਝੀ ਹੋਣੀ ਚਾਹੀਦੀ ਹੈ ਔਰ ਗ੍ਰੰਥੀ ਸਾਹਿਬਾਨਾਂ ਦਾ ਫਰਜ਼ ਬਣਦਾ ਹੈ ਕਿ ਉਹ ਸੰਗਤ ਨੂੰ ਇਸ ਪ੍ਰਤੀ ਜਾਗਰੂਕ ਕਰਨ। ਗੁਰਦੁਆਰੇ ਸਾਹਿਬਾਨਾਂ ਦੇ ਅੰਦਰ ਜਿਹੜਾ ਸੰਥਿਆ ਬੱਚਿਆਂ ਨੂੰ ਦੇਣ ਦਾ ਪ੍ਰੋਗਰਾਮ ਹੋਣ। ਬੱਚੇ ਤਾਂ ਵੈਸੇ ਬੜੇ ਚਾਅ ਨਾਲ ਅੰਮ੍ਰਿਤ ਵੇਲੇ ਜਾਂ ਸ਼ਾਮ ਨੂੰ ਗੁਰੂ ਘਰ ਜਾ ਕੇ ਸੇਵਾ ਕਰਦੇ ਨੇ। ਬਾਕੀ ਇਸ ਬਾਰੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਵੀ ਅਸੀਂ ਜਿਹੜਾ ਵਿਚਾਰ ਹੈ ਉਹ ਜ਼ਰੂਰ ਕਰਾਂਗੇ। ਦੂਜਾ, ਗ੍ਰੰਥੀ ਸਿੰਘਾਂ ਦੀ ਆਰਥਿਕ ਔਰ ਤਰਸਯੋਗ ਹਾਲਤ ਜਿਹੜੀ ਹੈ, ਪਿਛਲੇ ਸਮੇਂ ਗ੍ਰੰਥੀ ਸਿੰਘਾਂ ਦੀ ਰਿਹਾਇਸ਼ ਔਰ ਗ੍ਰੰਥੀ ਸਿੰਘਾਂ ਦੀ ਯੋਗ ਜਿਹੜਾ ਸੇਵਾ ਹਾਲ ਹੈ, ਇਹਦੇ ਵਾਸਤੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਜਾਰੀ ਹੋਇਆ। ਮੈਂ ਜੇ ਧੋਤਾ ਨਾ ਹੋਵਾਂ ਸ਼ਾਇਦ ਸਾਲ ਵੀ ਹਾਲੇ ਨਹੀਂ ਹੋਇਆ ਜਾਂ ਸਾਲ ਦੇ ਕਰੀਬ ਹੋਇਆ ਹੋਇਆ, ਸ਼ਾਮਲ ਸੀ ਉਹਦੇ ਵਿੱਚ। ਗ੍ਰੰਥੀ ਸਿੰਘਾਂ ਦੀ ਚੰਗੀ ਰਿਹਾਇਸ਼ ਅਤੇ ਗ੍ਰੰਥੀ ਸਿੰਘਾਂ ਨੂੰ ਯੋਗ ਸੇਵਾ ਫਲ ਦੇਣ ਵਾਸਤੇ ਪ੍ਰਬੰਧਕਾਂ ਨੂੰ ਹਦਾਇਤ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਪੰਜ ਸਿੰਘ ਸਾਹਿਬਾਨ ਦੇ ਵੱਲੋਂ ਕੀਤੀ ਹੋਈ ਹੈ। ਇਹਦੇ ਬਾਰੇ ਫਿਰ ਦੁਬਾਰਾ ਵਿਚਾਰ ਕਰਕੇ ਇੱਕ ਰਿਮਾਈਂਡਰ ਜਿਹੜਾ ਫਿਰ ਦੁਬਾਰਾ ਦਿੱਤਾ ਜਾਏਗਾ। ਗ੍ਰੰਥੀ ਸਿੰਘਾਂ ਦੀ ਸੇਵਾ ਵਿੱਚ ਵਾਧਾ ਕੀਤਾ ਜਾਵੇ, ਇਹ ਇਹਨਾਂ ਨੇ ਇਸ ਮੰਗ ਵਿੱਚ ਸਪਸ਼ਟ ਨਹੀਂ ਕੀਤਾ ਕਿ ਸੇਵਾ ਦਾ ਕੀ ਵਾਧਾ ਕਰਨਾ, ਸੇਵਾ ਕਾਲ ਵਾਧਾ ਕਰਨਾ ਕਿ ਸੇਵਾ ਫਲ ਦਾ ਵਾਧਾ ਕਰਨਾ, ਕਿਹੜੀ ਸੇਵਾ ਦਾ ਵਾਧਾ ਕਰਨਾ। ਇਹਦੇ ਵਿੱਚ ਤੁਹਾਡੀ ਇਸ ਮੰਗ ਵਿੱਚ ਤੁਸੀਂ ਮੈਂਸ਼ਨ ਜ਼ਰੂਰ ਕਰ ਹਾਂ, ਤੁਸੀਂ ਇਹਦੇ ਵਿੱਚ ਨਾ ਮੈਂਸ਼ਨ ਕਰੋ ਤੁਸੀਂ ਕਿਹੜਾ ਸੇਵਾ ਦਾ ਵਾਧਾ ਜਿਹੜਾ ਤੁਸੀਂ ਚਾਹੁੰਦੇ ਹੋ ਨਾ, ਉਹ ਤੁਸੀਂ ਇਹਦੇ ਵਿੱਚ ਨਾਲ ਦਰਜ ਜ਼ਰੂਰ ਕਰ ਦਿਓ। ਅਖੰਡ ਪਾਠ ਸਾਹਿਬ ਦੀ ਔਰ ਸਹਿਜ ਪਾਠ ਦੀ ਭੇਟਾ ਬਾਰੇ ਸਾਰਤਾ ਨਹੀਂ ਹੈ, ਕੋਈ ਸ਼ੱਕ ਨਹੀਂ, ਪਰ ਮੈਂ ਇੱਕ ਬੇਨਤੀ ਜ਼ਰੂਰ ਕਰਾਂ ਕਿ ਮਾਝੇ ਦੇ ਵਿੱਚ ਖਾਸ ਕਰਕੇ ਦਰਬਾਰ ਸਾਹਿਬ ਦੇ ਆਸ-ਪਾਸ ਜਿਹੜੇ ਪਿੰਡ ਨੇ, ਉਹਨਾਂ ਸਾਰੇ ਪਿੰਡਾਂ ਦੇ ਵਿੱਚ ਜੋ ਭੇਟਾ ਸ਼੍ਰੀ ਦਰਬਾਰ ਸਾਹਿਬ ਇਸ ਵੇਲੇ 8100 ਰੁਪਈਆ ਭੇਟਾ ਹੈ, 8100 ਜੋ ਜਮ੍ਹਾਂ ਕੀਤੀ ਜਾਂਦੀ ਹੈ। ਅਤੇ ਆਸ-ਪਾਸ ਦੇ ਸਾਰੇ ਪਿੰਡਾਂ ਵਿੱਚ, ਕਿਉਂਕਿ ਮੈਂ ਪਹਿਲਾਂ ਬੇਨਤੀ ਕੀਤੀ ਹੈ ਕਿ ਮੈਂ ਅਖੰਡ ਪਾਠੀ ਵੀ ਰਿਹਾ, ਮੈਂ ਅਖੰਡ ਪਾਠ ਕੀਤੇ ਮੈਨੂੰ ਪਤਾ ਹੈ, ਆਸ-ਪਾਸ ਦੇ ਸਾਰੇ ਪਿੰਡਾਂ ਵਿੱਚ ਭੇਟਾ ਜਿਹੜੀ ਹੈ ਉਹ ਦਰਬਾਰ ਸਾਹਿਬ ਦੇ ਨਾਲ ਕਰਦੀ ਹੈ। ਜਿਵੇਂ ਦਰਬਾਰ ਸਾਹਿਬ ਭੇਟਾ ਦਾ ਵਾਧਾ ਹੁੰਦਾ, ਤਿਵੇਂ ਪਿੰਡਾਂ ਦੇ ਗ੍ਰੰਥੀ ਸਿੰਘ ਜਿਹੜੇ ਨੇ ਉਹ ਵੀ ਭੇਟਾ ਵਿੱਚ ਵਾਧਾ ਕਰ ਦਿੰਦੇ ਨੇ। ਅੱਗੇ ਪਾਠੀ ਸਿੰਘਾਂ ਨੂੰ ਕੀ ਦਿੰਦੇ ਨੇ ਇਹ ਇੱਕ ਵੱਖਰਾ ਮੈਟਰ ਹੈ, ਲੇਕਿਨ 8100 ਰੁਪਈਆ ਭੇਟਾ ਜਿਹੜੀ ਹੈ ਉਹ ਉੱਥੇ ਦੇ ਜਾਂਦੀ ਹੈ। ਸਹਿਜ ਪਾਠ ਜਿਹੜੀ ਭੇਟਾ ਹੈ ਇਹ ਨਿਯਤ ਨਹੀਂ, ਇਹਦੇ ਬਾਰੇ ਵਿਚਾਰ ਜਿਹੜੀ ਹੈ ਉਹ ਇਸ ਕਰ ਲਵਾਂਗੇ। ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵੱਲੋਂ ਜੋ ਧੱਕੇਸ਼ਾਹੀ ਨਜਾਇਜ਼ ਗ੍ਰੰਥੀ ਸਿੰਘਾਂ ਦੇ ਨਾਲ ਕੀਤੀ ਜਾਂਦੀ ਹੈ, ਜਿਸ ਵੀ ਕਿਸੇ ਗ੍ਰੰਥੀ ਸਿੰਘ ਨਾਲ ਕਿਸੇ ਪ੍ਰਕਾਰ ਦੀ ਧੱਕੇਸ਼ਾਹੀ ਨਜਾਇਜ਼ ਹੁੰਦੀ ਹੋਵੇ, ਜਾਇਜ਼ ਹੈ, ਕਿਉਂਕਿ ਜੇਕਰ ਆਪਾਂ ਕਿਸੇ ਗਲਤੀ ਕਰਾਂਗੇ ਤਾਂ ਪ੍ਰਬੰਧਕ ਸਾਨੂੰ ਕਦੇ ਬਦਲਣ ਵਾਸਤੇ ਤਿਆਰ ਨਹੀਂ ਹੋਣਗੇ, ਕਿਉਂਕਿ ਗਲਤੀਆਂ ਤਾਂ ਅਸੀਂ ਕਰਦੇ ਹਾਂ, ਕੋਈ ਸ਼ੱਕ ਨਹੀਂ, ਪਹਿਲੇ ਤਾੜੀ ਇੱਕ ਹੱਥ ਨਾਲ ਨਹੀਂ ਵੱਜਦੀ। ਜੇਕਰ ਕਿਤੇ ਨਜਾਇਜ਼ ਕਿਸੇ ਗ੍ਰੰਥੀ ਸਿੰਘ ਨਾਲ ਧੱਕਾ ਹੁੰਦਾ ਹੈ ਅਤੇ ਉਹ ਨੇੜਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬ ਨੇ, ਮੈਂਬਰ ਸਾਹਿਬ ਨੂੰ ਸੰਪਰਕ ਕਰ ਸਕਦੇ ਨੇ। ਨੇੜੇ ਜੋ ਸ਼੍ਰੋਮਣੀ ਕਮੇਟੀ ਦਾ ਗੁਰਦੁਆਰਾ ਸਾਹਿਬ ਜੋ ਉਹਦੇ ਮੈਨੇਜਰ ਨਾਲ ਤੁਸੀਂ ਹੈਡਗ੍ਰੰਥੀ ਨਾਲ ਰਾਬਤਾ ਕਰ ਸਕਦੇ ਨੇ। ਜੇਕਰ ਉਹ ਸੁਣਵਾਈ ਨਾ ਹੋਵੇ ਅਤੇ ਜਿਸ ਜ਼ੋਨ ਵਿੱਚ ਉਹਨਾਂ ਦਾ ਨਗਰ ਪੈਂਦਾ ਹੋਵੇ, ਮਾਝਾ ਬਾਬਾ ਬਾਬਾ, ਉਸ ਜ਼ੋਨ ਵਿੱਚ ਜਿਹੜਾ ਤਖਤ ਸਾਹਿਬ ਹੈ, ਤਖਤ ਸਾਹਿਬ 'ਤੇ ਵੀ ਆਪਣਾ ਜਿਹੜਾ ਸੰਪਰਕ ਹੈ ਉਹ ਬਣਾ ਸਕਦੇ ਨੇ, ਕਿਉਂਕਿ ਤਿੰਨਾਂ ਹੀ ਤਖਤ ਸਾਹਿਬਾਨਾਂ ਅਤੇ ਪੰਜਾਬ ਵਾਲਿਆਂ ਅਤੇ ਅਸੀਂ ਧਰਮ ਪ੍ਰਚਾਰ ਦੇ ਸਭ ਆਪਸ ਜਿਹੜੇ ਨੇ ਉਹ ਇਸੇ ਕੰਮ ਵਾਸਤੇ ਕਾਇਮ ਕੀਤੇ ਹੋਏ ਨੇ। ਤੁਸੀਂ ਉਹਨਾਂ ਦੇ ਜਾ ਕੇ ਆਪਣੀ ਅਪਰੋਚ ਕਰਕੇ ਅਤੇ ਆਪਣੀ ਗੱਲ ਜਿਹੜੀ ਹੈ ਉਹ ਕਰ ਸਕਦੇ ਹੋ। ਆਹ ਤਾਂ ਜਿਹੜੀ ਤੁਹਾਡੀ 6 ਨੰਬਰ ਆਈਟਮ ਹੈ ਕਿ ਬਿਨਾਂ ਵਜ੍ਹਾ ਗ੍ਰੰਥੀ ਸਿੰਘਾਂ ਨੂੰ ਫਾਰਗ ਕਰਨਾ, ਇਹ ਤਾਂ ਤਕਰੀਬਨ ਤੁਹਾਡਾ ਇੱਕ ਹੀ ਹੈ। ਸ਼੍ਰੋਮਣੀ ਕਮੇਟੀ ਦੇ ਵਿਦਿਅਕ ਅਦਾਰੇ ਜਿੱਥੇ ਗ੍ਰੰਥੀ ਸਿੰਘਾਂ ਨੂੰ ਦੇ ਬੱਚਿਆਂ ਨੂੰ ਜਿਹੜੀ ਵਿੱਦਿਆ ਹੈ ਉਹ ਬਿਲਕੁਲ ਫ੍ਰੀ ਦੇਣ ਦੀ ਜਾਂ ਥੋੜ੍ਹੀ ਭੇਟਾ 'ਤੇ, ਜਿਵੇਂ ਆਲਮ ਸਾਹਿਬ ਕਹਿ ਰਹੇ ਸਨ ਕਿ ਥੋੜ੍ਹੀ ਫੀਸ 'ਤੇ ਜੋ ਬੱਚੇ ਪੜ੍ਹਾਏ ਜਾਣ। ਮੈਂ ਬੇਨਤੀ ਕਰਦਾ ਕਿ ਪਿਛਲੇ ਸਮੇਂ ਸ਼੍ਰੋਮਣੀ ਕਮੇਟੀ ਨੇ ਇਹ ਐਲਾਨ ਕੀਤਾ ਸੀ ਕਿ ਜਿਸ ਬੇਸ਼ੱਕ ਛੋਟੇ ਬੱਚੇ ਦੇ ਮਾਂ-ਬਾਪ ਅੰਮ੍ਰਿਤਧਾਰੀ ਨੇ ਔਰ ਬੱਚਾ ਅੰਮ੍ਰਿਤਧਾਰੀ ਹੈ, ਉਹਦੀ ਜਿਹੜੀ ਸਕੂਲੀ ਵਿੱਦਿਆ ਸ਼੍ਰੋਮਣੀ ਕਮੇਟੀ ਦੇ ਅਦਾਰੇ ਵਿੱਚ +2 ਤੱਕ, ਸ਼ਾਇਦ ਜੇ ਮੈਂ ਭੁੱਲਦਾ ਨਾ ਹੋਵਾਂ, ਕਿਉਂਕਿ ਇਹ ਅੰਤਰ ਕਮੇਟੀ ਨੇ ਮਤਾ ਪਾਸ ਕੀਤਾ ਸੀ, ਸ਼ਾਇਦ 8 ਤੋਂ 10 ਸਾਲ ਦੇ ਕਰੀਬ ਸਮਾਂ ਹੋ ਚੱਲਿਆ।
वो श्रोमणी गुरुद्वारा प्रबंधक कमेटी ये कार्य पहले तो कर रही है। और मैं खास करके बड़ू साहब वाले महापुरखों से बेनती की सी कि ग्रंथी ਸਿੰਘਾਂ ਦੇ ਜਿਹੜੇ ਪ੍ਰਚਾਰਕ ਸਿੰਘਾਂ ਦੇ ਬੱਚੇ ਨੇ ਉਹਨਾਂ ਬੱਚਿਆਂ ਦੀ ਵਿੱਦਿਆ ਵੱਲ ਜਿਹੜਾ ਧਿਆਨ ਦਿੱਤਾ ਜਾਏ। ਤੇ ਮੈਨੂੰ ਬਾਬਾ ਜਗਜੀਤ ਸਿੰਘ ਇਹਨਾਂ ਨੂੰ ਕਾਕਾ ਜੀ ਕਹਿ ਕੇ ਸੱਦਦੇ ਨੇ, ਉਹਨਾਂ ਨੇ ਕੀ ਦੱਸਿਆ ਕਿ ਅਸੀਂ ਇਹ ਪਲਾਨ ਤਿਆਰ ਕੀਤਾ ਕਿ ਜਿਹੜੇ ਬੱਚੇ ਗ੍ਰੰਥੀ ਸਿੰਘਾਂ ਦੇ ਪ੍ਰਚਾਰਕ ਸਿੰਘਾਂ ਦੇ ਬੱਚੇ ਮੈਰਿਟ ਵਿੱਚ ਹੋਣ, ਬੱਚਾ ਕਮਜ਼ੋਰ ਨਾ ਹੋਵੇ, ਜਿਹੜਾ ਬੱਚਾ ਅੱਛੇ ਨੰਬਰ ਲੈ ਕੇ ਪਿੱਛੋਂ ਪਾਸ ਹੋ ਕੇ ਆਇਆ ਜਾਂ ਅੱਗੇ ਅੱਛੀ ਇੰਪਰੂਵਮੈਂਟ ਕਰ ਸਕਦਾ, ਅਸੀਂ ਉਹਨਾਂ ਬੱਚਿਆਂ ਨੂੰ ਆਪਣੇ ਜੋ ਅਕੈਡਮੀਆਂ ਨੇ ਉਹਨਾਂ ਨੂੰ ਦਾਖਲਾ ਜ਼ਰੂਰ ਦਿਆਂਗੇ। ਇਹ ਮੇਰੀ ਗੱਲ ਗ੍ਰੰਥੀ ਸਿੰਘਾਂ ਪ੍ਰਚਾਰਕਾਂ ਬਾਰੇ ਪਹਿਲਾਂ ਬੜੂ ਸਾਫ ਪ੍ਰਸਤ ਹੋ ਚੁੱਕੀ ਹੈ। ਔਰ ਜੇਕਰ ਸ਼੍ਰੋਮਣੀ ਕਮੇਟੀ ਦੇ ਗੁਰਦੁਆਰਿਆਂ ਦੀ ਗੱਲ ਹੈ, ਕਿਉਂਕਿ 10 ਸਾਲ 8-10 ਸਾਲ ਦੇ ਕਰੀਬ ਮੇਰਾ ਖਿਆਲ ਹੈ ਉਸ ਦਾ ਮਤਾ ਹੋਇਆ, ਜੇਕਰ ਮਤਾ ਸਟੈਂਡ ਨਹੀਂ ਹੈ ਤੇ ਉਹਦੇ ਬਾਰੇ ਵੀ ਖਾਲਸਾ ਜੀ ਬੈਠੇ ਨੇ, ਰਿਆਜ਼ ਸਾਹਿਬ ਬੈਠੇ ਨੇ, ਮੈਂ ਇਹਨਾਂ ਨੂੰ ਬੇਨਤੀ ਕਰਦਾ ਕਿ ਇਹ ਜ਼ਰੂਰ ਹੀ ਇਸ ਗੱਲ ਵੱਲ ਧਿਆਨ ਦੇਣ ਅਤੇ ਕਿੱਥੇ ਕਿਤੇ ਪ੍ਰਚਾਰਕ ਸਾਹਿਬਾਨਾਂ ਦੇ ਬੱਚੇ ਜੋ ਆਪਣਾ ਲੋੜਵੰਦ ਨੇ ਉਹਨਾਂ ਦੀ ਜਿਹੜੀ ਸਹਾਇਤਾ ਉਹ ਕੀਤੀ ਜਾਏ। ਜਿਵੇਂ ਕੋਈ ਅਣਸੁਖਾਵੀ ਘਟਨਾ ਵਾਪਰਦੀ ਹੈ, ਬੱਚਿਆਂ ਦੇ ਆਨੰਦ ਕਾਰਜ ਨੇ, ਉਹਨਾਂ ਦੇ ਸਮੇਂ ਮਾਲੀ ਸਹਾਇਤਾ ਦਿੱਤੀ ਜਾਏ। ਇੱਕ ਤਾਂ ਤੁਸੀਂ ਆਪਣਾ ਵੈਲਫੇਅਰ ਫੰਡ ਜਿਹੜਾ ਉਹ ਕਾਇਮ ਕਰ ਚੁੱਕੇ ਹੋ, ਦੂਜਾ ਦੋਨੋਂ ਮੈਂਬਰ ਸਾਹਿਬ ਤੁਹਾਡੇ ਇਸ ਹਲਕੇ 'ਚ ਬੈਠੇ ਨੇ, ਖਾਲਸਾ ਜੀ ਬੈਠੇ ਨੇ, ਰਿਆਜ਼ ਸਾਹਿਬ ਬੈਠੇ ਨੇ। ਔਰ ਜਦ ਵੀ ਰਿਆਜ਼ ਸਾਹਿਬ ਔਰ ਖਾਲਸਾ ਜੀ ਕਿਸੇ ਗ੍ਰੰਥੀ ਸਿੰਘ ਦੇ ਘਰ ਵਿੱਚ ਕੋਈ ਦੁੱਖ ਸੁੱਖ ਵਾਪਰਦਾ ਹੈ, ਕੋਈ ਵਿਆਹ ਸ਼ਾਦੀ ਹੁੰਦਾ ਹੈ ਜਾਂ ਕਿਸੇ ਕਾਰਨ ਕਰਕੇ ਕਿਸੇ ਪਰਿਵਾਰ ਦੇ ਮੈਂਬਰ ਦੀ ਰੱਬ ਨਾ ਕਰੇ ਕੋਈ ਡੈਥ ਹੋ ਜਾਂਦੀ ਹੈ, ਅਤੇ ਲੰਗਰ ਵਾਸਤੇ ਜਿੰਨੀ ਵੀ ਯੋਗ ਸਹਾਇਤਾ ਹੈ ਉਹ ਤੁਸੀਂ ਜ਼ਰੂਰ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹਨਾਂ ਵਾਸਤੇ ਕਰਵਾਇਆ ਕਰੋ। ਔਰ ਜਿਹੜੀ ਇਹ ਸਭਾ ਹੈ ਭਾਈ ਮਨੀ ਸਿੰਘ ਗੁਰਮਤਿ ਗ੍ਰੰਥੀ ਸਭਾ, ਤੁਸੀਂ ਵੱਧ ਹੋ ਸਕੇ ਤਾਂ ਬਹੁਤ ਚੰਗਾ ਹੈ, ਜੇ ਨਹੀਂ ਤੇ 51,000 ਰੁਪਈਆ ਤੁਸੀਂ ਇਸ ਗ੍ਰੰਥੀ ਸਭਾ ਨੂੰ ਜਿਹੜਾ ਉਹ ਅੱਜ ਹੀ ਇੱਥੇ ਐਲਾਨ ਕਰਕੇ ਜਾਓ। ਇਹ ਸਭਾ ਵਾਸਤੇ ਤੁਸੀਂ ਕਰਨਾ, ਜੇ ਵੱਧ ਹੋਵੇ ਤਾਂ ਬਹੁਤ ਵਧੀਆ, ਇਹ ਤਾਂ ਘੱਟੋ ਘੱਟ 51,000 ਤੋਂ ਘੱਟ ਨਹੀਂ ਦੇਣੇ, 51,000 ਰੁਪਈਆ ਤੁਸੀਂ ਇਸ ਸਭਾ ਨੂੰ ਜ਼ਰੂਰ ਦੇਣਾ। ਜਿਹੜੀ ਰਿਹਾਇਸ਼ ਦਾ 10 ਨੰਬਰ ਪੈਰੇ 'ਤੇ ਲਿਖਿਆ ਇਹਨਾਂ ਨੇ, ਇਹ ਵੀ ਮੈਂ ਜਿਵੇਂ ਪਹਿਲਾਂ ਬੇਨਤੀ ਕੀਤੀ ਹੈ ਕਿ ਪ੍ਰਬੰਧਕ ਸਾਹਿਬਾਨਾਂ ਨੂੰ ਇਸ ਪ੍ਰਤੀ ਪਹਿਲਾਂ ਹੁਕਮਨਾਮਾ ਜਾਰੀ ਕੀਤਾ ਹੋਇਆ ਕਿ ਗ੍ਰੰਥੀ ਸਿੰਘਾਂ ਦੀ ਚੰਗੀ ਰਿਹਾਇਸ਼ ਉੱਥੇ ਅਮਲ ਕਿਸੇ ਨੇ ਕੀਤਾ ਨਹੀਂ ਕੀਤਾ ਵੱਖਰੀ ਗੱਲ, ਲੇਕਿਨ ਹੁਕਮਨਾਮਾ ਹੋਇਆ। ਇਹਦੇ ਬਾਰੇ ਅਸੀਂ ਦੁਬਾਰਾ ਤੋਂ ਫਿਰ ਜਿਹੜੀ ਹੈ ਉਹ ਸਾਡੀ ਮੀਟਿੰਗ ਸ਼ਾਇਦ ਜੁਲਾਈ ਦੇ ਪਹਿਲੇ ਹਫ਼ਤੇ ਹੋਏਗੀ, ਉਹਦੇ ਵਿੱਚ ਅਸੀਂ ਜ਼ਰੂਰ ਹੀ ਇਹ ਵਿਚਾਰ ਕਰ ਲਵਾਂਗੇ। ਹੋਰ ਜਿਹੜੀਆਂ ਵੀ ਕੋਈ ਸਮੱਸਿਆਵਾਂ ਨੇ ਗ੍ਰੰਥੀ ਸਿੰਘਾਂ ਨੂੰ, ਪ੍ਰਚਾਰਕ ਸਾਹਿਬਾਨਾਂ ਨੂੰ, ਪਾਠੀ ਸਿੰਘਾਂ ਨੂੰ, ਮੈਂ ਬੇਨਤੀ ਕਰ ਰਿਹਾ ਸਭ ਨੇ ਵੀ ਸਰਟੀਫਿਕੇਟ ਸਾਧ ਸੰਗਤ ਪ੍ਰਮਾਣਿਤ ਪੱਤਰ, ਕਿਉਂਕਿ ਮੈਂ ਗੱਲ ਕਹਿਣ ਤੋਂ ਗੁਰੇਜ਼ ਨਹੀਂ ਕਰਨਾ, ਮੈਂ ਪਾਠੀਆਂ ਦੇ ਵਿੱਚੋਂ ਇੱਕ ਰਿਹਾ ਅਤੇ ਮੈਨੂੰ ਸਾਰਾ ਪਤਾ ਹੈ, ਮੇਰੀ ਗੱਲ ਦਾ ਗੁੱਸਾ ਨਾ ਕਰਿਓ। ਜਿਸ ਬੰਦੇ ਨੂੰ ਕੋਈ ਕੰਮ ਲੱਭ ਲਓ ਇਹਦਾ ਘੱਟ ਪਾਠ ਕਰ ਲਓ, ਇਹ ਸਾਡੀ ਬਹੁਤ ਵੱਡੀ ਸਾਡੇ ਵਿੱਚ ਕਮੀ ਹੈ। ਉਹਨੇ ਕਿਤੋਂ ਕਿਸੇ ਸਿਆਣੇ ਗ੍ਰੰਥੀ ਕੋਲੋਂ ਨਿਤਨੇਮ ਵੀ ਜਿਹੜਾ ਉਹ ਸੰਥਿਆ ਨਹੀਂ ਕੀਤੀ ਹੁੰਦੀ, ਪੂਰੀ ਸੰਥਿਆ ਕੀ ਕਰਨੀ ਹੈ, ਨਿਤਨੇਮ ਤੱਕ ਦੀ ਸੰਥਿਆ ਵੀ ਨਹੀਂ ਕੀਤੀ ਹੁੰਦੀ। ਜਿਸ ਘਰ ਵਿੱਚ ਆਪਾਂ ਅਖੰਡ ਪਾਠ ਦੀ ਦੌੜ ਲਾਉਣ ਵਾਸਤੇ ਜਾਂਦੇ ਹਾਂ, ਉਸ ਘਰ ਬਾਰੇ ਅਤੇ ਅਖੰਡ ਪਾਠ ਬਾਰੇ ਪਤਾ ਨਹੀਂ ਮਾਫ ਕਰਨਾ, ਕਿਉਂਕਿ ਅਸੀਂ ਚੰਗੀ ਆਵਾਜ਼ ਅਤੇ ਚੰਗੀ ਹੇਕ ਸੁਣ ਕੇ ਕਹਿ ਦਿੰਦੇ ਅਸੀਂ ਬੜਾ ਕਮਾਲ ਪੜ੍ਹਦੀ ਹੋਵੇ, ਲੇਕਿਨ ਪਾਠਾਂ ਦੀ ਥਿਊਰੀ ਉਹ ਸਮਝ ਸਕਦਾ ਜਿਹਨੂੰ ਪਾਠਾਂ ਦਾ ਗਿਆਨ ਹੋਵੇ। ਉਸ ਪਾਠੀ ਸਿੰਘ ਜਾਂ ਗ੍ਰੰਥੀ ਸਿੰਘ ਨੇ ਕਿਹੜੀ ਸੰਸਥਾ ਤੋਂ, ਕਿਹੜੇ ਵਿਦਿਆਲय ਤੋਂ ਜਾਂ ਕਿਹੜੇ ਗ੍ਰੰਥੀ ਸਿੰਘ ਦੇ ਕੋਲੋਂ ਕਿੰਨਾ ਸਮਾਂ ਲਾ ਕੇ ਕਿੰਨੀ ਸੰਥਿਆ ਕੀਤੀ। ਜੇਕਰ ਉਹਨੇ ਨਹੀਂ ਕੀਤੀ ਤੁਸੀਂ ਉਹਨੂੰ ਬੇਨਤੀ ਕਰੋ ਭਾਈ ਸੰਥਿਆ ਕਰੋਗੇ ਅਤੇ ਤੁਹਾਨੂੰ ਇਸ ਜਿਹੜੀ ਸਾਡੀ ਇਹ ਜਥੇਬੰਦੀ ਦੀ ਮੈਂਬਰਸ਼ਿਪ ਹੈ ਉਹਦੇ ਵਿੱਚ ਅਸੀਂ ਜ਼ਰੂਰ ਲੈਣਾ, ਕਿਉਂਕਿ ਮੈਂ ਪਾਠੀ ਰਿਹਾ ਕਰਕੇ ਮੈਨੂੰ ਪਤਾ ਜੇ ਕੋਈ ਗੰਢੇ ਵੇਚਦਾ ਤਾਂ ਕਹਿੰਦਾ ਚਲੋ ਸਵੇਰੇ ਗੰਢੇ ਵਿੱਚ ਸ਼ਾਮ ਨੂੰ ਖਾਣ ਪਾਣੀ ਲਾਉਣਾ, ਕੋਈ ਪਕੌੜੇ ਕੱਟਣ ਵਾਲਾ ਉਹ ਵੀ ਇਹ ਕੰਮ ਕਰੀ ਜਾਂਦਾ, ਕੋਈ ਛੋਟਾ ਮੋਟਾ ਕੋਈ ਡਾਕਟਰ ਹੈ ਜਿਹੜੇ RMP ਡਾਕਟਰ ਹੁੰਦੇ ਨੇ ਪਿੰਡਾਂ 'ਚ ਖਾਸ ਕਰਕੇ, ਉਹ ਕਹਿੰਦੇ ਕਿ ਚਲੋ ਕੋਈ ਨਾ ਹੋਰ ਅਖੰਡ ਪਾਠ ਕਰੀ ਜਾਓ। ਮੇਰੇ ਕਹਿਣ ਦਾ ਮਤਲਬ ਹੈ ਕਿ ਅਖੰਡ ਪਾਠੀ ਵੀ ਹੋਣਾ ਚਾਹੀਦਾ।
अखंड पाठ होवे किसी सियाणे ग्रंथी ਸਿੰਘ ਦੇ ਕੋਲੋਂ ਜਾਂ ਕਿਸੇ ਸੰਸਥਾ ਦੇ ਕੋਲੋਂ ਕਿਸੇ ਚੰਗੇ ਵਿਦਿਆਲੇ ਦੇ ਵਿੱਚੋਂ ਉਹਨੇ ਸੰਥਿਆ ਜ਼ਰੂਰ ਕੀਤੀ ਹੋਵੇ ਤੇ ਪ੍ਰਧਾਨ ਜੀ ਦਿਆਲ ਸਾਹਿਬ ਤੁਹਾਡੀ ਜਿਹੜੀ ਐਗਜ਼ੈਕਟਿਵ ਉੱਪਰ ਦੀ ਬੋਡੀ ਹੈ ਤੁਹਾਡੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਤੁਸੀਂ ਕੀ ਲੋਕਾਂ ਨੂੰ ਆਪਣੇ ਇਸ ਸਭਾ ਦੇ ਵਿੱਚ ਸ਼ਾਮਲ ਕਰਨਾ ਉਹਦੀ ਕੁਆਲਿਟੀ ਜਿਹੜੀ ਹੈ ਉਹ ਜ਼ਰੂਰ ਜਿਹੜੀ ਚੈੱਕ ਕੀਤੀ ਜਾਏ ਤਾਂ ਤੁਸੀਂ ਇਹ ਸਭਾ ਤੁਸੀਂ ਆਪਣੇ ਲਈ ਕਰਵਾਓ ਔਰ ਤੁਸੀਂ ਆਪਣੇ ਪ੍ਰਮਾਣਿਤ ਪੱਤਰ ਜਿਹੜੇ ਨੇ ਤੁਸੀਂ ਉਹਨਾਂ ਗ੍ਰੰਥੀ ਸਿੰਘਾਂ ਨੂੰ ਦਿਓ ਤਾਂ ਕਿ ਅਗਲੇ ਸਮੇਂ ਵਿੱਚ ਵੀ ਕਿਤੇ ਕੋਈ ਲੋੜ ਨਹੀਂ ਜਾਏ ਕਿਤੇ ਕੋਈ ਕੈਂਪ ਲੱਗਦਾ ਔਰ ਤੁਹਾਡੇ ਕੋਲ ਤੁਹਾਡੀ ਯੂਨਿਟ ਜਿਹੜੀ ਹੈ ਉਹਦਾ ਸਾਰਾ ਡਾਟਾ ਜ਼ਰੂਰ ਹੋਣਾ ਚਾਹੀਦਾ ਜੇ ਕੋਈ ਟੈਲੀਫੋਨ ਨੰਬਰ ਆਪਣਾ ਬਦਲੀ ਕਰਦਾ ਹੈ ਤਾਂ ਤੁਰੰਤ ਤੁਹਾਨੂੰ ਸੂਚਿਤ ਤਕਨੀਕ ਕਰੇ ਕਿ ਮੇਰਾ ਨੰਬਰ ਚੇਂਜ ਹੋ ਚੁੱਕਾ ਹੈ ਪਹਿਲਾ ਨੰਬਰ ਕੱਟ ਕੇ ਮੇਰਾ ਆਹ ਨੰਬਰ ਜਿਹੜਾ ਪਾਸ ਹੋ ਜਾਏ ਤੇ ਜੋ ਦੱਸ ਰਹੇ ਸਨ ਕਿ ਪੂਰੇ ਪੰਜਾਬ ਭਰ ਦੇ ਵਿੱਚੋਂ ਹੀ ਟੈਲੀਫੋਨ ਆ ਰਹੇ ਨੇ ਮੈਂ ਕਹਿੰਦਾ ਕਿ ਚੰਗੀ ਗੱਲ ਹੈ ਬਹੁਤ ਚੰਗੀ ਗੱਲ ਹੈ ਕਿ ਜੇਕਰ ਪੂਰੇ ਪੰਜਾਬ ਦੇ ਪਾਠੀ ਸਿੰਘਾਂ ਦੀ ਸਮਾਜ ਦੇ ਵਿੱਚ ਬਾਬਾ ਬੁੱਢਾ ਸਾਹਿਬ ਦੇ ਨਾਮ ਦੀ ਪਾਠੀ ਗ੍ਰੰਥੀ ਸਭਾ ਬਣੀ ਹੋਈ ਹੈ ਇਸ ਪਾਸੇ ਪਤਾ ਨਹੀਂ ਕਿਉਂ ਢਾਡੀ ਸਿੰਘ ਜਾਂ ਪ੍ਰਚਾਰਕ ਸਿੰਘਾਂ ਨੇ ਐਸੀ ਵੈਲਫੇਅਰ ਕੋਈ ਟਾਈਮ ਨਹੀਂ ਕੀਤੀ ਮਾਝੇ ਵਿੱਚ ਬਹੁਤ ਹੈ ਅਤੇ ਤੁਸੀਂ ਚੰਗਾ ਉਪਰਾਲਾ ਕੀਤਾ ਤੁਸੀਂ ਇਹ ਵੈਲਫੇਅਰ ਜਿਹੜੀ ਸੁਸਾਇਟੀ ਨਾਲ ਦੇ ਨਾਲ ਚਲਾਓ ਵੈਲਫੇਅਰ ਫੰਡ ਜਿਹੜਾ ਮੰਥਲੀ ਤੁਸੀਂ ਕਾਇਮ ਰੱਖੋ ਜਿਹੜਾ ਤੁਹਾਡਾ ਜ਼ਿੰਮੇਵਾਰ ਬੰਦਾ ਅੱਗੇ ਲਾ ਕੇ ਸਾਰੀਆਂ ਸੇਵਾਵਾਂ ਕਰਦਾ ਉਹਦੇ ਵਾਸਤੇ ਕੋਈ ਨਾ ਕੋਈ ਰੀਤ ਜਿਹੜੀ ਹੈ ਉਹ ਤੁਸੀਂ ਜ਼ਰੂਰ ਰੱਖੋ ਕਿਉਂਕਿ ਆਪਾਂ ਸਾਰੇ ਅਖੰਡ ਪਾਠ ਕਰਕੇ ਜਾਂ ਪ੍ਰੋਗਰਾਮਾਂ 'ਤੇ ਜਾ ਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦੇ ਆ ਜਿਹਨੇ ਸਮਾਂ ਬਣਾ ਕੇ ਇਹ ਸਾਰੇ ਕੰਮ ਕਰਨੇ ਨੇ ਤੁਹਾਨੂੰ ਉਹਦੀ ਵੈਲਫੇਅਰ ਜਿਹੜੀ ਹੈ ਉਹਦਾ ਖਿਆਲ ਰੱਖਣਾ ਤੁਹਾਡੇ ਸਾਰਿਆਂ ਵਾਸਤੇ ਜ਼ਰੂਰੀ ਹੈ ਸੋ ਬਹੁਤ ਸਾਰੀਆਂ ਗੱਲਾਂ ਵਿਚਾਰਾਂ ਅੱਜ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਹੋਈਆਂ ਨੇ ਕਿ ਗ੍ਰੰਥੀ ਸਿੰਘਾਂ ਦਾ ਜਿਹੜਾ ਜੀਵਨ ਪੱਧਰ ਹੈ ਇਹਨੂੰ ਉੱਚਾ ਚੁੱਕਿਆ ਜਾਏ ਕਿਉਂਕਿ ਦਾਸ ਦੀ ਔਰ ਮਾਨਯੋਗ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਜੋ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਰਦਾਰ ਨੇ ਦਮਦਮਾ ਸਾਹਿਬ ਮੰਡੀ ਸਾਹਿਬ ਦੇ ਸਰਦਾਰ ਨੇ ਉਹਨਾਂ ਦਾ ਵੀ ਬਹੁਤ ਇਸ ਗੱਲ ਵੱਲ ਧਿਆਨ ਹੈ ਕਿ ਜਿੰਨਾ ਵੀ ਹੋ ਸਕੇ ਅਸੀਂ ਪ੍ਰਚਾਰਕ ਸ਼੍ਰੇਣੀ ਉੱਚਾ ਕਰੀਏ ਸੋ ਇੱਕ ਦੂਜੇ ਦਾ ਸਾਥ ਜਿਹੜਾ ਸਾਨੂੰ ਸਾਰਿਆਂ ਨੂੰ ਬੜਾ ਜ਼ਰੂਰੀ ਹੈ ਗ੍ਰੰਥੀ ਸਿੰਘ ਆਪਣੀ ਜ਼ਿੰਮੇਵਾਰੀਆਂ ਜਿਹੜੀਆਂ ਗੁਰਦੁਆਰੇ ਸਾਹਿਬਾਨਾਂ ਦੇ ਵਿੱਚ ਬੜੀ ਧਿਆਨ ਦੇ ਨਾਲ ਨਿਭਾਉਂਦੇ ਨੇ ਸ਼ਾਰਟ ਸਰਕਟ ਕਰਕੇ ਘਟਨਾਵਾਂ ਵਾਪਰ ਰਹੀਆਂ ਨੇ ਕਿ ਅਸੀਂ ਚੱਲਦਾ ਪੱਖਾ ਚੱਲਦਾ ਤੇ ਚੱਲਦਾ ਕਿੱਥੇ ਲੱਗੀ ਵੇਸਟ ਹੁੰਦੀ ਹੈ ਉੱਥੇ ਜਿਹੜਾ ਗੁਰੂ ਦਾ ਪੈਸਾ ਵੀ ਜਿਹੜਾ ਉਹ ਫਾਲਤੂ ਜਾਂਦਾ ਹੈ ਔਰ ਸਾਡਾ ਨੁਕਸਾਨ ਵੀ ਉਹਨਾਂ ਜਿਹੜੇ ਪੱਕੇ ਹੋਏ ਸੀ ਚੱਲਣ ਕਰਕੇ ਬਹੁਤ ਹੁੰਦਾ ਸਾਨੂੰ ਇਹਨਾਂ ਸਾਰੀਆਂ ਸੇਵਾਵਾਂ ਦੇ ਬਾਰੇ ਵਿਚਾਰ ਰੱਖਣ ਦੀ ਜਿਹੜੀ ਹੈ ਉਹ ਬਹੁਤ ਜ਼ਰੂਰਤ ਹੈ ਆਪਾਂ ਆਪਣੇ ਆਪ ਨੂੰ ਉੱਚਾ ਰੱਖੀਏ ਮੈਂ ਕਈ ਵਾਰ ਕਈ ਥਾਵਾਂ 'ਤੇ ਗੱਲ ਕੀਤੀ ਇੱਕ ਵਾਰ ਅਸੀਂ ਪਟਿਆਲੇ ਚਲੇ ਗਏ ਸਾਡੇ ਕੋਲ ਗੱਡੀ ਨਹੀਂ ਸੀ ਹੁੰਦੀ ਪੰਜ ਪਿਆਰੇ ਸਾਹਿਬਾਨ ਕੋਲ ਉਹ ਸੰਚਾਰ ਕਰਨ ਲਈ ਔਰ ਮੈਨੂੰ ਅੱਜ ਦੀ ਗੱਲ ਬੜੀ ਚੇਤੇ ਔਰ ਬੜੀ ਚੇਤੇ ਰਹਿੰਦੀ ਹੈ ਮੇਰੇ ਨਾਲ ਦੇ ਸਿੰਘ ਚਾਬੀ ਲੈਣ ਵਾਸਤੇ ਚਲੇ ਗਏ ਕਮਰੇ ਦੀ ਅਤੇ ਮੈਂ ਸਮਾਨ ਕੋਲ ਖੜਾ ਸੀ ਉਹਨਾਂ ਦੇ ਨਾਲ ਗੱਡੀ ਨਾ ਹੋਣ ਕਰਕੇ ਅਸੀਂ ਬੱਸਾਂ ਤੋਂ ਸਮਾਨ ਲੈ ਕੇ ਜਾਂਦੇ ਹੁੰਦੇ ਸਾਂ ਪਟਿਆਲੇ ਸਰਾਂ ਦੇ ਵਿੱਚ ਇੱਕ ਸਾਧੂ ਜਿਨ੍ਹਾਂ ਨੇ ਆਪਣੀ ਸਾਰੀ ਪ੍ਰੋਪਰਟੀ ਸ਼੍ਰੋਮਣੀ ਕਮੇਟੀ ਨੂੰ ਦਿੱਤੀ ਸੀ ਅਤੇ ਉਹ ਉੱਥੇ ਰਿਹਾ ਕਰਦੇ ਸਨ ਬਾਵਨ ਉਹਨਾਂ ਨੂੰ ਸੇਵਾਦਾਰ ਅਤੇ ਰੈਸਟ ਕੀਤੀ ਹੋਈ ਸੀ ਸੁਭਾਵਿਕ ਸਾਨੂੰ ਉਹਨਾਂ ਦੇ ਨਾਲ ਦਾ ਕਮਰਾ ਜਿਹੜਾ ਸੀ ਮਿਲ ਗਿਆ ਅਤੇ ਮੈਂ ਜਦੋਂ ਅਸੀਂ ਉੱਥੇ ਗਿਆ ਸਾਨੂੰ ਉਹਨੇ ਪੁੱਛਿਆ ਕੌਣ ਕਿੱਥੋਂ ਆਏ ਹੋ ਸੀਗਾ ਜੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਪੰਜ ਪਿਆਰਿਆਂ ਕਹਿਣ ਲੱਗੇ ਤੁਹਾਡੇ ਕੋਲ ਗੱਡੀ ਨਹੀਂ ਹੈ ਅਤੇ ਗੱਡੀ ਸ਼੍ਰੋਮਣੀ ਕਮੇਟੀ ਤੋਂ ਹਾਲੇ ਗੱਡੀਆਂ ਦੀ ਘਾਟ ਹੈ ਕਿਉਂਕਿ ਉਸ ਵੇਲੇ ਗੱਡੀਆਂ ਬਹੁਤ ਜ਼ਿਆਦਾ ਨਹੀਂ ਸਨ ਹੁੰਦੀਆਂ ਪਹਿਲਾਂ ਨਹੀਂ ਸੀ ਸਾਨੂੰ ਇੱਕ ਹੋਰ ਸਾਨੂੰ ਉਹਨਾਂ ਕੋਲ ਆਏ ਉਹਨਾਂ ਦਿਨਾਂ ਵਿੱਚ ਉਹਨਾਂ ਕੋਲ ਮਰਜ਼ ਦੀ ਕਾਰ ਸੀ ਮੈਂ ਕਈ ਥਾਵਾਂ 'ਤੇ ਗੱਲ ਕੀਤੀ ਹੈ ਮਰਜ਼ ਦੀ ਕਾਰ ਸੀ ਉਹ ਆਪਸ ਵਿੱਚ ਗੱਲ ਕਰ ਲੱਗ ਕੇ ਸਾਡੀ ਵਾਰਦਾਤ ਕਰਵਾਈ ਕਿ ਇਹ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਆਏ ਨੇ ਪੰਜ ਪਿਆਰੇ ਸਾਹਿਬਾਨ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਪਰ ਸੱਚੀ ਇਹਨਾਂ ਨੂੰ ਗੱਡੀ 'ਤੇ ਆਉਣਾ ਚਾਹੀਦਾ ਹੈ ਉਹ ਜਿਹੜੇ ਮਸਜਿਦ ਵਾਲੇ ਸਾਹਿਬ ਸਾਨੂੰ ਕਹਿਣ ਲੱਗੇ ਕਿ ਮੇਰੇ ਹਿਸਾਬ ਨਾਲ ਇੰਨਾ ਵੱਡਾ ਇਹਨਾਂ ਦਾ ਮੁਕਾਮ ਹੈ ਇਹਨਾਂ ਨੂੰ ਇਕੱਲੇ ਨੂੰ ਮਸਜਿਦ ਕਰਕੇ ਆਉਣਾ ਚਾਹੀਦਾ ਪਰ ਕਹਿੰਦਾ ਕਿ ਸਾਡੇ ਵਿੱਚ ਕੁਆਲਿਟੀ ਐਸੀ ਹੋਣੀ ਚਾਹੀਦੀ ਹੈ ਕਿ ਅਸੀਂ ਕਿਸੇ ਦੇ ਪਿੱਛੇ ਨਾ ਫਿਰੀਏ ਲੋਕ ਸਾਡੇ ਪਿੱਛੇ ਫਿਰਨ ਤੁਹਾਡਾ ਜੀਵਨ ਜਿਹੜਾ ਹੈ ਸਾਡਾ ਜੀਵਨ ਜਿਹੜਾ ਹੈ ਉਹ ਪ੍ਰਚਾਰ ਹੈ ਜੇਕਰ ਸਾਡਾ ਜੀਵਨ ਚੰਗਾ ਹੈ ਸਾਨੂੰ ਪ੍ਰਚਾਰ ਕਰਨ ਦੀ ਕੋਈ ਲੋੜ ਨਹੀਂ ਸਾਡੇ ਜੀਵਨ ਤੋਂ ਹੀ ਪ੍ਰਭਾਵਿਤ ਹੋ ਕੇ ਤਾਂ ਲੋਕਾਂ ਨੇ ਸਾਡੇ ਪਿੱਛੇ ਤੁਰ ਪੈਣਾ ਜੇਕਰ ਸਾਡਾ ਧਰਮ ਦੇ ਆਗੂ ਕਹਿਲਾਉਣ ਵਾਲਿਆਂ ਦਾ ਜਾਂ ਗੁਰੂ ਘਰ ਦੇ ਗ੍ਰੰਥੀ ਸਿੰਘਾਂ ਦਾ ਸੇਵਾਦਾਰਾਂ ਦਾ ਪ੍ਰਚਾਰਕਾਂ ਦਾ ਜੀਵਨ ਪੱਧਰ ਜਿਹੜਾ ਨੀਵਾਂ ਹੋਵੇਗਾ ਅਤੇ ਲੋਕ ਕਦੇ ਵੀ ਸਾਡੇ 'ਤੇ ਇਤਬਾਰ ਨਹੀਂ ਕਰਨਗੇ ਲੋਕ ਹਮੇਸ਼ਾ ਸਾਡਾ ਸ਼ੋਸ਼ਣ ਕਰਨਗੇ ਸਾਡਾ ਸਨਮਾਨ ਨਹੀਂ ਕਰਨਗੇ ਸਾਡਾ ਸਨਮਾਨ ਗੁਰੂ ਤਾਂ ਕਾਇਮ ਰਹਿ ਸਕਦਾ ਹੈ
ਜੇਕਰ ਆਪਾਂ ਸਤਿਗੁਰਾਂ ਵੱਲੋਂ ਬਖਸ਼ਿਸ਼ ਕੀਤੀ ਹੋਈ ਮਰਿਆਦਾ ਉੱਪਰ ਪਹਿਰਾ ਦੇਵਾਂਗੇ ਔਰ ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਸੇਵਾ ਕਰ। ਸਤਿਗੁਰੂ ਜੀ ਕਹਿੰਦੇ ਨੇ ਪਿਤਾ ਜੇ ਤੂੰ ਮੇਰਾ ਹੋਏ ਰਹੇ ਸਭ ਜਗਤ ਤੇਰਾ ਹੋਏ, ਤੂੰ ਮੇਰਾ ਬਣ ਕੇ ਤੇ ਦੇਖ, ਤੂੰ ਮੇਰਾ ਨਾਮ ਮੈਂ ਸਾਰਾ ਸੰਸਾਰ ਹੀ ਤੇਰਾ ਬਣਾ ਦਿਆ। ਆਪਾਂ ਗੁਰੂ ਦੇ ਸੇਵਾਦਾਰ ਹਾਂ, ਗੁਰੂ ਦੀ ਸੇਵਾ ਕਰਨੀ ਹੈ। ਆਪਣੇ ਜੀਵਨ ਪੱਧਰ ਨੂੰ ਆਪਾਂ ਇੰਨਾ ਕੁ ਉੱਚਾ ਚੁੱਕਣਾ ਹੈ, ਜਿਵੇਂ ਕਹਿੰਦੇ ਨੇ खुद ही को कर बुलंद इतना हर तदबीर से पहले खुदा बंदे से खुद पूछे हो फिर रजा क्या है। अपने आप को इतना ਉੱਚਾ ਲੈ ਜਾਓ कि गुरु ਤੁਹਾਡੀਆਂ ਲੋੜਾਂ ਪੂਰੀਆਂ ਕਰਨ ਵਾਸਤੇ ਸੰਗਤ ਦੀ ਜ਼ਿੰਦਗੀ ਲਾ ਲੈ। ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਜਿੱਦਾਂ ਮੇਰੇ ਪ੍ਰੋਗਰਾਮ ਆ ਥੋੜ੍ਹਾ ਜਿਹਾ ਉਹਨਾਂ ਦੀ ਪੇਮੈਂਟ ਵਿੱਚ ਵਾਧਾ ਕੀਤਾ ਜਾਵੇ ਜਾਂ ਰਿਹਾਇਸ਼ ਦਾ ਜਾਂ ਪੰਜਾਬ ਵਿੱਚ ਘਾਟੀ ਦਰਬਾਰ ਇਸ ਤਰ੍ਹਾਂ ਹੁੰਦਾ ਹੈ ਕਿ ਦੇਖੋ ਕਈ ਗੱਲਾਂ ਹੁੰਦੀਆਂ ਜਿਹੜੀਆਂ ਤਕਨੀਕ ਨਾਲ ਕਰਨੀਆਂ ਪੈਂਦੀਆਂ ਨੇ। ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਐਗਜ਼ੈਕਟਿਵ ਢਾਂਚਾ ਉਹ ਐਗਜ਼ੈਕਟਿਵ ਨੀਅਤ ਕਰਦੀ ਹੈ ਕਿ ਢਾਡੀ ਸਿੰਘ ਕਿੰਨੀ ਦੂਰ ਤੋਂ ਆਇਆ, ਕਿ ਟੈਕਸੀ ਲੈ ਕੇ ਆਇਆ ਜਾਂ ਆਪਣੀ ਕਾਰ 'ਤੇ ਆਇਆ ਜਾਂ ਕਿਰਾਇਆ ਖਰਚ ਕੇ ਆਇਆ, ਉਹਨੂੰ ਕਿਰਾਇਆ ਭਾੜਾ ਪਲੱਸ ਉਹਦਾ ਜਿਹੜਾ ਸਨਮਾਨ ਹੈ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਕਿਉਂਕਿ ਜਿਹੜੇ ਢਾਡੀ ਸਿੰਘਾਂ ਨੂੰ ਅਸੀਂ ਸਾਥਦੇ ਹਾਂ ਭਾਵੇਂ ਉਹ ਸਾਡੇ ਸ਼੍ਰੋਮਣੀ ਕਮੇਟੀ ਦੇ ਧਰਮ ਪ੍ਰਚਾਰ ਦੇ ਵਿੱਚ ਚਾਹੇ ਪ੍ਰਾਈਵੇਟ ਤੌਰ 'ਤੇ ਅਸੀਂ ਬੁਲਾਉਂਦੇ ਹਾਂ, ਐਸੀ ਢਾਡੀ ਸਿੰਘਾਂ ਦਾ ਪੂਰਾ ਸਨਮਾਨ ਕਰਦੇ ਹਾਂ। ਤਾਂ ਕੇਸਗੜ੍ਹ ਸਾਹਿਬ 'ਤੇ ਜਾ ਕੇ ਪੁੱਛ ਸਕਦੇ ਹੋ ਕਿ ਜਦੋਂ ਦੀ ਦਾਸ ਨੇ ਸੇਵਾ ਸੰਭਾਲੀ ਹੈ ਕੋਈ ਵੀ ਰਾਗੀ ਕੋਈ ਵੀ ਢਾਡੀ ਕੋਈ ਵੀ ਪ੍ਰਚਾਰ ਉੱਥੋਂ ਕਿਤੇ ਨਾਰਾਜ਼ ਨਹੀਂ ਗਿਆ ਮਹਾਰਾਜ ਦੀ ਕਿਰਪਾ। ਸੋ ਕਈ ਵਾਰ ਕੀ ਹੁੰਦਾ ਹੈ ਕਿ ਕਈ ਤਕਨੀਕੀ ਗੱਲਾਂ ਹੁੰਦੀਆਂ ਨੇ, ਇਹ ਮੇਰੇ ਵੱਸ ਨਹੀਂ ਹੈ ਕਿ ਮੈਂ ਕਰਦਿਆਂ। ਇਹ ਧਰਮ ਪ੍ਰਚਾਰ ਕਮੇਟੀ ਕਰਦੀ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਐਗਜ਼ੈਕਟਿਵ ਬੋਡੀ ਹੈ ਇਹ ਐਗਜ਼ੈਕਟਿਵ ਬੋਡੀ ਪਾਸ ਕਰਦੀ ਹੈ, ਕਿਉਂਕਿ ਇੱਕ ਵਿੰਗ ਬਣੇ ਹੋਏ ਨੇ ਪੰਜਾਬ ਹਰਿਆਣਾ ਹਿਮਾਚਲ, ਉਹਦਾ TAT ਤੇ ਜਿਹੜਾ ਮਿਲਦਾ ਉਹ ਪੰਜਾਬ ਦਾ ਹੋਰ ਹੈ, ਚੰਡੀਗੜ੍ਹ ਦਾ ਹੋਰ ਹੈ, ਦਿੱਲੀ ਦਾ ਹੋਰ ਹੈ, ਹਿਮਾਚਲ ਅਤੇ ਪੰਜਾਬ ਹਰਿਆਣਾ ਜਿਹੜਾ ਇਹਨਾਂ ਦਾ ਇੱਕ ਹੈ। ਇਸ ਕਰਕੇ ਇਹ ਕੈਟੇਗਰੀਆਂ ਜਿਹੜੀਆਂ ਨਾ ਉਹ ਧਰਮ ਪ੍ਰਚਾਰ ਕਮੇਟੀ ਨੇ ਦਰਬਾਰ ਸਾਹਿਬ ਨੇ ਸ਼੍ਰੋਮਣੀ ਕਮੇਟੀ ਨੇ ਬਣਾਈਆਂ ਹੋਈਆਂ, ਉਹਦੇ ਤਹਿਤ ਚੱਲਦਾ। ਬਾਕੀ ਕਲਗੀਧਰ ਪਾਤਸ਼ਾਹ ਢਾਲਾਂ ਭਰ ਕੇ ਹਾਥੀ ਲੱਦ ਕੇ ਪ੍ਰਚਾਰਕਾਂ ਕਰਮੀਆਂ ਨੂੰ ਦੇਦੇ ਹੁੰਦੇ ਸਨ। ਕਿਉਂਕਿ ਮੈਂ ਤਾਂ ਪਹਿਲਾਂ ਬੇਨਤੀ ਕਰਦੀ ਕਿ ਜਿਹੜਾ ਗੁਰੂ ਦੀ ਗੱਲ ਸੁਣਦਾ ਗੁਰੂ ਕਹਿੰਦਾ ਕਿ ਉਹ ਮੇਰਾ ਵੀਰ ਹੈ, ਉਹ ਮੇਰਾ ਭਰਾ ਹੈ, ਕਿਉਂਕਿ ਉਹ ਤਾਂ ਸਭ ਕੁਝ ਹੀ ਆਪਣੇ ਪ੍ਰਚਾਰਕਾਂ ਤੋਂ ਗੁਰੂ ਦੀ ਗੱਲ ਕਰਨ ਵਾਲਿਆਂ ਤੋਂ ਨਿਸ਼ਾਵਰ ਕਰਦਾ ਹੈ। ਸੋ ਸੰਗਤ ਨੂੰ ਚਾਹੀਦਾ ਹੈ, ਪ੍ਰਬੰਧਕ ਸਾਹਿਬਾਨਾਂ ਨੂੰ ਚਾਹੀਦਾ ਹੈ ਕਿ ਢਾਡੀ ਸਾਹਿਬਾਨਾਂ ਦਾ, ਕਵੀਸ਼ਰ ਸਾਹਿਬਾਨਾਂ ਦਾ, ਗ੍ਰੰਥੀ ਸਾਹਿਬਾਨਾਂ ਦਾ, ਜਿੱਥੇ ਤੁਸੀਂ ਇੰਨੇ ਵੱਡੇ ਖਰਚ ਕਰਕੇ ਲੱਖਾਂ ਰੁਪਈਆ ਲਾ ਕੇ ਮਹਿਲ ਪੈਲਸਾਂ 'ਚ ਜਾਂਦੇ ਹੋ, ਰਿਜ਼ੋਰਟਾਂ 'ਚ ਜਾਂਦੇ ਹੋ, ਉੱਥੇ ਵੱਡੇ ਵੱਡੇ ਗਾਉਣ ਵਾਲੇ ਸੱਦਦੇ ਹੋ, ਨਾਲੇ ਸਾਡੀਆਂ ਧੀਆਂ ਭੈਣਾਂ ਨੂੰ ਮੰਦਾ ਬੋਲ ਜਾਂਦੇ ਆ, ਗਾਲਾਂ ਕੱਢ ਜਾਂਦੇ ਆ, ਅਤੇ ਅਸੀਂ ਉਹਨਾਂ ਦੇ ਉੱਤੋਂ ਦੀ 500 ਰੁਪਈਆ ਵਾਰਦੇ ਹਾਂ, 1000 ਰੁਪਈਆ, ਕਈਆਂ ਰੁਪਈਆਂ ਦੀ ਸੁੱਟ ਕਰਦੇ ਹਾਂ, ਲੱਖਾਂ ਰੁਪਈਆ ਕਰਕੇ ਅਸੀਂ ਉਹਨਾਂ ਨੂੰ ਅਤੇ ਉੱਥੋਂ ਭੇਜਦੇ ਹਾਂ। ਲੇਕਿਨ ਜਿਹੜਾ ਸਾਨੂੰ ਗੁਰੂ ਦੀ ਗੱਲ ਸੁਣਾਉਂਦਾ ਹੈ, ਜਿਹੜਾ ਸਾਨੂੰ ਗੁਰੂ ਨਾਲ ਜੋੜਦਾ ਹੈ, ਸਾਡਾ ਅਗਲਾ ਰਸਤਾ ਪੱਧਰਾ ਕਰਦਾ ਹੈ, ਸਾਡੇ ਜੀਵਨ ਨੂੰ ਬਣਾਉਂਦਾ ਹੈ, ਸਾਨੂੰ ਉਹਦਾ ਸਨਮਾਨ ਜਿਹੜਾ ਹੈ ਉਹ ਵੱਧ ਤੋਂ ਵੱਧ ਕਰਨਾ ਚਾਹੀਦਾ, ਤਾਂ ਕਿ ਸਾਡੇ ਲੋਕ ਸੁਖੀ ਅਤੇ ਪਰਲੋਕ ਸੁਖੀਲੇ ਹੋਣ। ਗ੍ਰੰਥੀ ਸਿੰਘਾਂ ਦਾ, ਪਾਠੀ ਸਿੰਘਾਂ ਦਾ, ਪ੍ਰਚਾਰਕ ਸਿੰਘਾਂ ਦਾ, ਢਾਡੀ ਸਿੰਘਾਂ ਦਾ, ਕਵੀਸ਼ਰ ਸਾਹਿਬਾਨਾਂ ਦਾ, ਰਾਗੀ ਸਾਹਿਬਾਨਾਂ ਦਾ ਸਾਨੂੰ ਬਹੁਤ ਸਨਮਾਨ ਕਰਨਾ ਚਾਹੀਦਾ, ਕਿਉਂਕਿ ਅਸੀਂ ਪਿਛਲੇ ਸਮੇਂ ਫਗਵਾੜੇ ਸਰਦਾਰ ਸਰਵਨ ਸਿੰਘ ਜੀ ਕੁਲਾਰ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਦੇ ਘਰ ਅਸੀਂ ਬੈਠੇ ਸਾਂ, ਕਿਉਂਕਿ ਉਹਨਾਂ ਦੀ ਜਿੰਨੀ ਚੜ੍ਹਾਈ ਕਰਨੀ ਅਫਸੋਸ ਕਰਨ ਵਾਸਤੇ ਮੈਂ ਗਿਆ। ਉੱਥੇ ਸ਼੍ਰੋਮਣੀ ਕਮੇਟੀ ਦੇ ਕੁਝ ਮੈਂਬਰ ਸਾਹਿਬਾਨ ਬੈਠੇ ਸਨ, ਉੱਥੇ ਅਸੀਂ ਸਾਰਿਆਂ ਨੇ ਵਿਚਾਰ ਕੀਤੀ ਕਿ ਆਪਾਂ ਥਾਂ ਥਾਂ 'ਤੇ ਲੰਗਰ ਲਾਏ ਨੇ, ਬਹੁਤ ਸੇਵਾ ਅਸੀਂ ਕਰ ਰਹੇ ਹਾਂ, ਲੇਕਿਨ ਜਿਹੜੇ ਸਾਡੇ ਆਪਣੇ ਪ੍ਰਚਾਰਕ ਨੇ ਅਸੀਂ ਉਹਨਾਂ ਵੱਲ ਤਾਂ ਵੇਖੀਏ, ਅਸੀਂ ਉਹਨਾਂ ਵੱਲ ਤਾਂ ਵੇਖਿਆ ਹੀ ਕਿ ਸਾਨੂੰ ਆਪਣੇ ਪ੍ਰਚਾਰਕ ਸਾਹਿਬਾਨਾਂ ਦਾ ਸਨਮਾਨ ਜਿਹੜਾ ਆਰਥਿਕ ਤੌਰ 'ਤੇ ਜਿਹੜੀ ਸਹਾਇਤਾ ਉਹ ਕਰਨੀ ਚਾਹੀਦੀ ਹੈ। ਫਿਰ ਅਸੀਂ ਤਿੰਨਾਂ ਥਾਵਾਂ 'ਤੇ ਮੈਂ ਆਪ ਜਾ ਕੇ ਮਾਲੀ ਸਹਾਇਤਾ ਜਿਹੜੀ ਸੀ ਉਹ ਅਸੀਂ ਸੰਘ ਢੇਸੀਆਂ ਕਰਕੇ ਆਏ ਹਾਂ, ਫਿਰ ਇੱਕ ਦੋ ਥਾਵਾਂ 'ਤੇ ਹੋਰ ਜਾ ਕੇ ਕਰਕੇ ਆਏ ਹਾਂ। ਇੱਕ ਬਿਲਕੁਲ ਨੇੜੇ ਪਿੰਡ ਹੈ, ਇਹਦੇ ਇਸੇ ਰੋਡ 'ਤੇ ਰੋਪੜ ਤੋਂ ਖੱਬੇ ਹੱਥ ਨੂੰ ਪਿੰਡ ਹੈ, ਉਸ ਪਾਸੇ ਜਾ ਕੇ ਅਸੀਂ ਕਰਕੇ ਆਏ ਹਾਂ। ਅਤੇ ਪਿਛਲੇ ਸਮੇਂ ਅਸੀਂ ਇੱਕ ਸਮਾਗਮ 'ਚ ਇਕੱਠੇ ਹੋਏ ਤਾਂ ਮੈਂ ਖਾਲਸਾ ਜੀ ਨੂੰ ਬੇਨਤੀ ਕੀਤੀ, ਮੈਂ ਕਿਹਾ ਖਾਲਸਾ ਜੀ ਤੁਸੀਂ ਬਹੁਤ ਸਾਰਾ ਉਪਰ ਕਰਦੇ ਹੋ, ਬਹੁਤ ਸੇਵਾਵਾਂ ਤੁਹਾਡੀਆਂ, ਲੇਕਿਨ ਆਪਾਂ ਆਪਣੇ ਪ੍ਰਚਾਰਕਾਂ ਵੱਲ ਵੀ ਧਿਆਨ ਦੇਈਏ, ਆਪਾਂ ਆਪਣੇ ਰਾਗੀ ਢਾਡੀ ਸਿੰਘਾਂ ਵੱਲ ਵੀ ਧਿਆਨ ਦੇਈਏ, ਕਿਉਂਕਿ ਥਾਂ ਥਾਂ 'ਤੇ ਅਸੀਂ ਪ੍ਰਸ਼ਾਦੇ ਛਕਾਏ ਜਾ ਰਹੇ ਹਾਂ, ਲੰਗਰ ਲਾਏ ਹੋਏ ਨੇ, ਸਾਰੀਆਂ ਸੰਸਥਾਵਾਂ ਨੇ,
ਲੇਕਿਨ ਗੁਰੂ ਕੇ ਸਿੱਖ ਦੇ ਘਰ ਦੀ ਪ੍ਰਚਾਰਕ ਸੇਵਾ ਨੇ ਇਹ ਤਾਂ ਕਿਸੇ ਲਾਈਨ ਵਿੱਚ ਖੜੇ ਹੋ ਕਿਸੇ ਪਾਸੇ ਮੰਗ ਵੀ ਨਹੀਂ ਸਕਦੇ। ਤੇ ਇਹਨਾਂ ਨੇ ਸਾਡੀ ਬੇਨਤੀ ਨੂੰ ਪ੍ਰਵਾਨ ਕੀਤਾ ਔਰ ਇਹਨਾਂ ਨੇ ਅੱਜ ਦੀ ਜਿਹੜੀ ਇਸ ਇਲਾਕੇ ਦੀ ਇਕੱਤਰਤਾ ਸੀ ਰਿਆਸਤ ਸਾਹਿਬ ਨੇ ਔਰ ਖਾਲਸਾ ਜੀ ਨੇ ਵਿਚਾਰ ਕਰਕੇ ਤੇ ਰੱਖੀ ਹੈ। ਸੋ ਮੈਨੂੰ ਬਹੁਤ ਇਸ ਗੱਲ ਦੀ ਖੁਸ਼ੀ ਹੈ ਕਿ ਮੈਨੂੰ ਤੁਹਾਡੇ ਸਾਹਮਣੇ ਦਰਸ਼ਨ ਕਰਨ ਦਾ ਸਤਿਗੁਰਾਂ ਨੇ ਇਸ ਭਾਗ ਦਾ ਸਮਾਂ ਬਖਸ਼ਿਸ਼ ਕੀਤਾ। ਜੋ ਵੀ ਭਵਿੱਖ ਵਿੱਚ ਸੇਵਾਵਾਂ ਹੋਣਗੀਆਂ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਪ੍ਰਤੀ, ਜੋ ਪ੍ਰਚਾਰਕਾਂ ਦੀ ਸੇਵਾ ਪ੍ਰਤੀ ਜੋ ਅਸੀਂ ਕਰ ਸਕਦੇ ਹਾਂ ਉਹ ਗੁਰੂ ਕਿਰਪਾ ਦੇ ਨਾਲ ਅਸੀਂ ਇਹ ਜ਼ਰੂਰ ਹੀ ਕਰਨ ਦਾ ਸਾਰੇ ਯਤਨ ਕਰਾਂਗੇ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਹੈ। ਬਹੁਤ ਚੌਕੀ ਜਿਮਾ ਔਰ ਇਹ ਜਥੇਬੰਦੀ ਦੇ ਕਾਇਮ ਹੋਣ ਦੀਆਂ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ। ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ। ਕਿਸੇ ਨੇ ਵੀ ਆਪਣੇ ਆਪ ਨੂੰ ਕੋਈ ਉੱਚਾ ਨਹੀਂ ਵਾਲੀ ਸਮਝਣਾ, ਕਿਉਂਕਿ ਜ਼ਿੰਮੇਵਾਰੀ ਤਾਂ ਇੱਕ ਹੁੰਦੀ ਹੈ ਅਤੇ ਇੱਕ ਨੇ ਨਿਭਾਉਣੀ ਹੈ, ਸਾਰੇ ਨਹੀਂ ਨਿਭਾ ਸਕਦੇ। ਇਸ ਕਰਕੇ ਸਿਪਾਹੀ ਬਣ ਕੇ ਤੁਸੀਂ ਇਸ ਜਥੇਬੰਦੀ ਦੇ ਅਤੇ ਸਾਰਿਆਂ ਨੇ ਰਲ ਮਿਲ ਕੇ ਸੇਵਾ ਕਰ ਰਹੀ ਹੈ। ਜੋ ਵੈਲਫੇਅਰ ਜੋ ਫੰਡ ਇਹਨਾਂ ਨੇ ਜੋ 100 ਰੁਪਈਆ ਪਰ ਹੈਡ ਪਰ ਮਹੀਨਾ ਰੱਖੇ ਹੋਏ ਨੇ ਉਹ ਸਾਰੇ ਇਸੇ ਤਰ੍ਹਾਂ ਹੀ ਜੋ ਵੈਲਫੇਅਰ ਸੁਸਾਇਟੀ ਦੇ ਫੰਡਾਂ ਦੇ ਵਿੱਚ ਜਮ੍ਹਾਂ ਜ਼ਰੂਰ ਕਰਵਾਉਣ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਕਿਤੇ ਜੇਕਰ ਕਿਸੇ ਪਾਰਟੀ ਸਿੰਘ ਪ੍ਰਚਾਰ ਦੀ ਲੋੜ ਪੈਂਦੀ ਹੈ ਉਹਦੀ ਵਿੱਤੀ ਮਾਲੀ ਸਹਾਇਤਾ ਜਿਹੜੀ ਹੈ ਉਹ ਕੀਤੀ ਜਾ ਸਕਦੀ। ਸਾਰਿਆਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨਵਾਦੀ ਮਾਨਯੋਗ ਸਿੰਘ ਸਾਹਿਬ ਜੀ ਹੋਰਾਂ ਦੇ ਕਿ ਜਿਨ੍ਹਾਂ ਨੇ ਬੜੇ ਵਿਸਥਾਰ ਦੇ ਨਾਲ ਚਾਨਣਾ ਪਾਇਆ ਤੇ ਗਠਿਤ ਕੀਤੀ ਗਈ ਗੁਰਮਤਿ ਗ੍ਰੰਥੀ ਸਭਾ ਸਿੰਘ ਸਾਹਿਬ ਭਾਈ ਮਨੀ ਸਿੰਘ ਜੀ ਦੇ ਨਾਂ ਦੇ ਉੱਤੇ ਉਹਨਾਂ ਨੂੰ ਵਧਾਈ। ਮਾਨਯੋਗ ਸਿੰਘ ਸਾਹਿਬ ਜੀ ਨੇ ਪ੍ਰਧਾਨ ਸਾਹਿਬ ਸਰਦਾਰ ਅਵਤਾਰ ਸਿੰਘ ਆਲਮ ਸਾਹਿਬ ਤੇ ਉਹਨਾਂ ਦੇ ਸਮੁੱਚੇ ਆਬਜੈਕਟਿਵ ਨੂੰ ਜਿਹੜੀ ਹੈ ਉਹ ਵਧਾਈ ਦਿੱਤੀ ਹੈ। ਸਾਡੇ ਵੱਲੋਂ ਸਮੁੱਚੀਆਂ ਸੰਗਤਾਂ ਨੂੰ ਸਮੁੱਚੇ ਸਾਰੇ ਮੈਂਬਰ ਸਾਹਿਬਾਨ ਚੁਣੇ ਨੇ ਜਿਹੜੇ ਉਹਨਾਂ ਨੂੰ ਲੱਖ ਲੱਖ ਵਾਰ ਵਧਾਈਆਂ ਹੋਣ। ਹੁਣ ਮੈਂ ਬੇਨਤੀ ਕਰਾਂ ਸਮੁੱਚੀ ਗੁਰਮਤਿ ਗ੍ਰੰਥੀ ਸਭਾ ਭਾਈ ਮਨੀ ਸਿੰਘ ਜੀ ਉਹ ਮਾਨਯੋਗ ਰਿਆਸਤ ਸਾਹਿਬ ਇਹ ਸਾਰੇ ਸਨਮਾਨ ਕਰਨਗੇ ਸਿੰਘ ਸਾਹਿਬ ਜੀ ਨੂੰ। ਇੱਥੇ ਕਾਜੋ ਜੀ ਖੁੱਲ੍ਹੀ ਜਗ੍ਹਾ ਤੇ ਸਾਰੇ ਹੀ ਸਿੰਘ ਸਾਹਿਬ ਜੀ ਨੂੰ ਸਨਮਾਨ ਕਰਨਗੇ, ਫਿਰ ਆਪਾਂ ਅਹੁਦੇਦਾਰਾਂ ਦਾ ਜਿਹੜਾ ਸਨਮਾਨ ਹੈ ਉਹ ਕਰਾਂਗੇ। ਆਪਾਂ ਐਂ ਕਰਦੇ